हाँ जी स्टार्ट करते हैं ਆਪਾਂ ਅੱਜ ਦਾ ਟੌਪਿਕ। ਦੇਖੋ ਆਪਾਂ ਇਕਨੋਮੀ ਜਿਹੜੀ ਆ ਉਹਨੂੰ ਜਦੋਂ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਤਾਂ ਇਹ ਬਿਲਕੁਲ ਬਾਈਲੈਂਗੁਅਲ ਹੋਊਗੀ। ਤਾਂ ਜੋ ਪਹਿਲੀ ਗੱਲ ਇਹ ਆ ਕਿ ਇਕਨੋਮੀ ਕਿਹੜੇ ਪੇਪਰ ਵਾਸਤੇ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪੀਪੀਐਸਸੀ ਦੀ ਗੱਲ ਕਰਦੇ ਹਾਂ ਜਾਂ ਪੀਸੀਐਸ ਦੀ ਗੱਲ ਕਰਦੇ ਹਾਂ ਸਪੈਸ਼ਲੀ, ਤਾਂ ਇਕਨੋਮੀ ਪ੍ਰੀ ਮੇਨਸ 'ਚ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਜਾ ਕੇ। ਤੇ ਪ੍ਰੀ ਮੇਨਸ ਦੀ ਇਕਨੋਮੀ ਜਿਹੜੀ ਆ ਉਹ ਬਿਲਕੁਲ ਕਰੰਟ ਇਸ਼ੂਜ਼ ਨਾਲ ਰਿਲੇਟਡ ਆ, ਤੇ ਸਪੈਸ਼ਲੀ ਟੈਕਸ ਆਪਣੇ ਆਪ 'ਚ ਇੱਕ ਬਹੁਤ ਤਗੜਾ ਕਰੰਟ ਇਸ਼ੂ ਆ। ਜਦੋਂ ਅਸੀਂ ਦੂਜੇ ਪੇਪਰਾਂ ਦੀ ਗੱਲ ਕਰਦੇ ਹਾਂ ਤਾਂ ਐਜ਼ ਇਟ ਇਜ਼ ਇਕਨੋਮੀ ਦੇ ਕੋਈ ਬਹੁਤ ਜ਼ਿਆਦਾ ਸਵਾਲ ਨਹੀਂ ਆਉਂਦੇ, ਪਰ ਹਾਂ ਸਿੱਧੇ ਪੁੱਛ ਲੈਂਦੇ ਆ ਕਿ ਫਲਾਣਾ ਟੈਕਸ ਡਾਇਰੈਕਟ ਟੈਕਸ ਹੈ ਕਿ ਨਹੀਂ, CRR ਦੀ ਫੁੱਲ ਫਾਰਮ ਕੀ ਆ, ਐਵੇਂ ਦੀਆਂ ਚੀਜ਼ਾਂ। ਤਾਂ ਕੋਈ ਬਹੁਤੇ ਔਖੇ ਸਵਾਲ ਦੂਜੇ ਪੇਪਰਾਂ 'ਚ ਅੱਜ ਤੱਕ ਆਏ ਤਾਂ ਨਹੀਂ, ਪਰ PPSC ਦਾ ਪੇਪਰ ਇਕਨੋਮੀ ਤੋਂ ਬਿਨਾਂ ਤਾਂ ਭੁੱਲ ਜਾਓ, ਠੀਕ ਆ। ਉਹ ਵੀ ਚੰਗੇ ਲੈਵਲ ਦੀ ਇਕਨੋਮੀ ਨੂੰ ਤਿਆਰ ਕਰੇ ਬਿਨਾਂ ਆਪਾਂ PPSC ਦਾ ਪੇਪਰ ਨਹੀਂ ਦੇ ਸਕਦੇ। ਇਸ ਤੋਂ ਬਾਅਦ ਜਿਹੜੀ ਆਪਾਂ ਅੱਜ ਇਕਨੋਮੀ ਸਟਾਰਟ ਕਰਨ ਜਾ ਰਹੇ ਹਾਂ, ਇਹ ਟੋਟਲੀ ਐਂਡ ਤੱਕ ਜਾਂਦੇ ਬਾਈਲੈਂਗੁਅਲ ਹੀ ਰਹੂਗੀ ਆਪਣੀ, ਠੀਕ ਆ। ਚਾਹੇ ਇਕਨੋਮਿਕਸ ਆ, ਚਾਹੇ ਤੁਸੀਂ ਸਾਇੰਸ ਵੀ ਦੇਖ ਲਈ ਹੋਊਗੀ, ਠੀਕ ਆ। ਸਾਰੀ ਹਰ ਇੱਕ ਸਬਜੈਕਟ ਆਪਣੀ ਕੋਸ਼ਿਸ਼ ਆ, ਇਨਵਾਇਰਮੈਂਟ ਹੋਵੇ ਕੋਈ ਵੀ ਆ, ਹਰ ਇੱਕ ਸਬਜੈਕਟ ਆਪਾਂ ਬਾਈਲੈਂਗੁਅਲ ਹੀ ਕਰਾਂਗੇ। ਲਓ ਜੀ ਆ ਜਾਓ ਆਪਾਂ ਸ਼ੁਰੂਆਤ ਕਰਦੇ ਹਾਂ ਟੈਕਸ ਇਨ ਇੰਡੀਆ, ਠੀਕ ਆ। ਭਾਰਤ 'ਚ ਕਰ ਪ੍ਰਣਾਲੀ ਜਿਹੜੀ ਆ ਭਾਰਤ ਦੀ, ਮਤਲਬ ਕਿ ਭਾਰਤ 'ਚ ਟੈਕਸ ਕਿਸ ਤਰੀਕੇ ਨਾਲ ਲਾਇਆ ਜਾਂਦਾ ਹੈ, ਠੀਕ ਆ। ਟੈਕਸ ਨੂੰ ਲੈ ਕੇ ਭਾਰਤ ਸਰਕਾਰ ਦੀਆਂ ਕਿਹੜੀਆਂ ਪ੍ਰੋਵੀਜ਼ਨਸ ਨੇ ਤੇ ਕਿੰਨੇ ਪ੍ਰਕਾਰ ਦਾ ਟੈਕਸ ਹੁੰਦਾ ਹੈ, ਟੈਕਸ ਕਲੈਕਟ ਕਰਨ ਦੇ ਮਾਮਲੇ 'ਚ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ, ਠੀਕ ਆ। ਟੈਕਸ ਨੇਚਰ ਦੇ ਆਧਾਰ ਨਾਲ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ, ਤੇ ਟੈਕਸ ਦੇ ਕਲੈਕਟ ਕਰਨ ਦੇ ਤਰੀਕੇ ਦੇ ਆਧਾਰ 'ਤੇ ਟੈਕਸ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ। ਫਿਰ ਉਸ ਤੋਂ ਬਾਅਦ ਕਿਹੜੇ ਟੈਕਸ ਭਾਰਤ 'ਚ ਲੱਗਦੇ ਆ, ਉਹਨਾਂ ਟੈਕਸ ਦੀ ਹਰ ਇੱਕ ਵਿਸ਼ੇਸ਼ਤਾ ਉਹਨੂੰ ਆਪਾਂ ਬੜੀ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਬਿਨਾਂ ਸਮਾਂ ਖਰਾਬ ਕਰੇ ਆਪਾਂ ਚੱਲਦੇ ਹਾਂ ਫਿਰ ਟੈਕਸ ਨੂੰ ਲੈ ਕੇ ਭਾਰਤ ਸਰਕਾਰ 'ਚ ਕਿਹੜੇ ਨਿਯਮ ਨੇ, ਟੈਕਸ ਦੀ ਚੋਰੀ ਰੋਕਣ ਲਈ ਭਾਰਤ ਸਰਕਾਰ ਦੇ ਕਿਹੜੇ ਐਫਰਟਸ ਨੇ, ਉਪਰਾਲੇ ਨੇ, ਠੀਕ ਆ। ਪਮਲਾ ਐਕਟ ਕੀ ਆ, ਠੀਕ ਆ। ਫਿਊਜੀਟਿਵ ਅਫੈਂਸ ਐਕਟ ਕੀ ਆ, ਅਫੈਂਡਰਸ ਐਕਟ ਜਿਹੜਾ ਪਿੱਛੇ ਜਿਹੇ ਆਇਆ ਸੀ ਕਿ ਬਾਹਰ ਜਿਹੜੇ ਪੈਸੇ ਲੈ ਕੇ ਭੱਜ ਜਾਂਦੇ ਆ ਉਹਨਾਂ ਦਾ ਕੀ ਮਸਲਾ ਹੈ, ਤੇ ਕਰੰਟ ਨਾਲ ਰਿਲੇਟਡ ਜਿੰਨੇ ਵੀ ਆਪਣੇ ਇਸ਼ੂਜ਼ ਨੇ ਉਹ ਸਾਰੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਬਾਈਲੈਂਗੁਅਲ ਇਕਨੋਮੀ 'ਚ। ਸੋ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਾਂ ਕਿ ਭਾਰਤ 'ਚ ਕਰ ਕੀ ਆ, ਕਰ ਪ੍ਰਣਾਲੀ ਕੀ ਆ, ਟੈਕਸ ਕੀ ਆ, ਟੈਕਸ ਦਾ ਸਿਸਟਮ ਕੀ ਆ, ਵਾਟ ਇਜ਼ ਟੈਕਸ ਸਿਸਟਮ ਇਨ ਇੰਡੀਆ, ਕਿ ਭਾਰਤ ਦੀ ਕਰ ਪ੍ਰਣਾਲੀ। ਜਦੋਂ ਅਸੀਂ ਇਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਇੱਕ ਗੱਲ ਪਤਾ ਲੱਗਦਾ ਕਿ ਜੇ ਅਸੀਂ ਦੇਸ਼ ਦੀ ਸਰਕਾਰ ਦੇ ਰੈਵਨਿਊ ਦੀ ਗੱਲ ਕਰੀਏ, ਉਹਦੇ ਮਾਲੀਏ ਦੀ ਗੱਲ ਕਰੀਏ, ਠੀਕ ਆ, ਉਹਦੇ 'ਚ ਬਹੁਤ ਵੱਡਾ ਰੋਲ ਅਦਾ ਕਰਦੇ ਆ ਟੈਕਸ ਕਰ ਜਿਹੜੇ ਆ, ਠੀਕ ਆ। ਚਾਹੇ ਉਹ ਸਿੱਧੇ ਤੌਰ 'ਤੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਡਾਇਰੈਕਟ ਟੈਕਸ, ਜਾਣੀ ਕਿ ਪ੍ਰਤੱਖ ਕਰ, ਚਾਹੇ ਤਾਂ ਉਹ ਸਿੱਧੇ ਰੂਪ 'ਚ ਲਏ ਗਏ ਟੈਕਸ ਹੋਣ, ਚਾਹੇ ਉਹ ਇਨਡਾਇਰੈਕਟ ਇਕੱਠੇ ਕੀਤੇ ਗਏ ਟੈਕਸ ਹੋਣ, ਜਿਨ੍ਹਾਂ ਨੂੰ ਆਪਾਂ ਅਪ੍ਰਤੱਖ ਕਰ ਵੀ ਕਹਿ ਦਿੰਦੇ ਹਾਂ। ਤਾਂ ਕੁੱਲ ਮਿਲਾ ਕੇ ਇਹ ਗੱਲ ਤਾਂ ਸਾਫ਼ ਤੇ ਸਪਸ਼ਟ ਆ ਕਿ ਸਰਕਾਰ ਦੇ ਰੈਵਨਿਊ 'ਚ ਇਹ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਆ, ਚਾਹੇ ਉਹ ਸਟੇਟ ਗੌਰਮੈਂਟ ਆ ਤੇ ਚਾਹੇ ਉਹ ਸੈਂਟਰ ਦੀ ਸਰਕਾਰ ਆ। ਕਰ ਟੈਕਸ ਉਹਦੀ ਮਤਲਬ ਕਿ ਸਰਕਾਰ ਦੇ ਸਿਸਟਮ ਦਾ ਇੱਕ ਬਹੁਤ ਵੱਡਾ ਹਿੱਸਾ ਹੁੰਦੇ ਆ। ਤਾਂ ਇਹ ਤਾਂ ਆਪਾਂ ਨੂੰ ਬਹੁਤ ਗੱਲ ਕਲੀਅਰ ਹੋ ਗਈ, ਠੀਕ ਆ। ਤਾਂ ਸਰਕਾਰ ਵੀ ਇਹ ਕੋਸ਼ਿਸ਼ ਕਰਦੀ ਹੈ ਕਿ ਜੇ ਅਸੀਂ ਸਰਕਾਰ ਨੂੰ ਕਿਸੇ ਪਰਪਸ ਲਈ ਚੁਣਿਆ ਹੈ ਤਾਂ ਸਰਕਾਰ ਜਿੰਨੀਆਂ ਵੀ ਵਾਅਦੇ ਸਾਡੇ ਨਾਲ ਕਰਦੀ ਆ ਕਿ ਅਸੀਂ ਤੁਹਾਡੇ ਲਈ ਆਹ ਕਰਾਂਗੇ, ਅਸੀਂ ਤੁਹਾਡੇ ਲਈ ਉਹ ਕਰਾਂਗੇ, ਉਹ ਸਾਰੇ ਵਾਅਦੇ ਸਰਕਾਰ ਦੇ ਇਸ ਟੈਕਸ ਪ੍ਰਣਾਲੀ ਦੇ ਸਾਫ਼ ਸੁਥਰੇ ਹੋਣ ਦੇ ਟੈਕਸ ਕਲੈਕਸ਼ਨ 'ਤੇ ਆਧਾਰਿਤ ਹੁੰਦੇ ਆ। ਕਿ ਇੱਕ ਸਰਕਾਰ ਜਦੋਂ ਬਹੁਤ ਸਾਰਾ ਟੈਕਸ ਇਕੱਠਾ ਕਰ ਲੇ ਤਾਂ ਉਹ ਲੋਕਾਂ ਨੂੰ ਉਹਦੇ ਬਹੁਤ ਬੈਨੀਫਿਟ ਦੇ ਸਕਦੀ ਆ, ਠੀਕ ਆ। ਟੈਕਸ ਇਕੱਠਾ ਕਰਨ ਨੂੰ ਲੈ ਕੇ ਕੁਝ ਨਿਯਮ ਜ਼ਰੂਰ ਨੇ, ਠੀਕ ਆ, ਕਿ ਹਾਂ ਕਿੰਨੇ ਕੁ ਪ੍ਰਤੀਸ਼ਤ ਟੈਕਸ ਲਾਉਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ 'ਤੇ ਬੋਝ ਨਾ ਬਣੇ, ਠੀਕ ਆ। ਕਿ ਕਿੰਨੇ % ਟੈਕਸ ਲਾਉਣਾ ਚਾਹੀਦਾ ਕਿ ਉਹ ਲੋਕਾਂ 'ਤੇ ਬੋਝ ਨਾ ਬਣੇ। ਇੱਕ ਲਿਮਿਟ ਤੋਂ ਵੱਧ ਜੇ ਸਰਕਾਰ ਟੈਕਸ ਦੇ ਰੇਟ ਵਧਾ ਦੂਗੀ, ਜੇ ਸਰਕਾਰ ਕਰ ਦੀਆਂ ਦਰਾਂ ਇੱਕ ਲਿਮਿਟ ਤੋਂ ਵੱਧ ਵਧਾ ਦੂਗੀ, ਫਿਰ ਉਸ ਤੋਂ ਬਾਅਦ ਉਸ ਤਰੀਕੇ ਨਾਲ ਟੈਕਸ ਇਕੱਠਾ ਹੋਣਾ ਬੰਦ ਹੋ ਜਾਂਦਾ ਹੈ। ਇਹਦੇ ਵਾਸਤੇ ਇੱਕ ਇਕਨੋਮਿਸਟ, ਇੱਕ ਅਰਥ ਸ਼ਾਸਤਰੀ ਆ ਲੇਫਰਜ਼, ਉਹਨੇ ਇੱਕ ਕਰਵ ਡਰਾ ਕਰਕੇ ਦਿੱਤੀ, ਉਹਨੇ ਇੱਕ ਗ੍ਰਾਫ ਡਰਾ ਕਰਕੇ ਦਿੱਤਾ। ਕਹਿੰਦਾ ਜੀ ਜੇ ਸਪੋਜ਼ ਕਰੋ ਤੁਸੀਂ ਇਹ ਕਹਿ ਦਿਓ ਕਿ ਇੱਕ ਪਾਸੇ ਟੈਕਸ ਦਾ ਰੇਟ ਆ, ਇੱਕ ਪਾਸੇ ਟੈਕਸ ਦਾ ਰੇਟ ਆ, ਇੱਕ ਪਾਸੇ ਸਰਕਾਰ ਦੀ ਟੈਕਸ ਤੋਂ ਇਕੱਠੀ ਹੋਣ ਵਾਲੀ ਆਮਦਨੀ ਆ, ਇਨਕਮ ਆ। ਇੱਕ ਪਾਸੇ ਟੈਕਸ ਦਾ ਰੇਟ ਆ, ਇੱਕ ਪਾਸੇ ਟੈਕਸ ਤੋਂ ਇਕੱਠੀ ਹੋਣ ਵਾਲੀ ਸਰਕਾਰ ਦੀ ਇਨਕਮ। ਜਿਵੇਂ ਤੁਸੀਂ ਟੈਕਸ ਰੇਟ ਵਧਾਈ ਜਾਓਗੇ ਤੁਹਾਡੀ ਇਨਕਮ ਵਧਦੀ ਜਾਊਗੀ। ਇੱਕ ਲੈਵਲ 'ਤੇ ਜਾ ਕੇ ਤੁਸੀਂ ਟੈਕਸ ਦੇ ਰੇਟ ਵਧਾਉਣੇ ਸ਼ੁਰੂ ਕਰ ਦਿਓ, ਉਸ ਤੋਂ ਬਾਅਦ ਲੋਕ ਉਸ ਖੇਤਰ 'ਚ ਕੰਮ ਕਰਨਾ ਹੀ ਬੰਦ ਕਰ ਦੇਣਗੇ ਜਿਹੜੇ ਖੇਤਰ 'ਚ ਟੈਕਸ ਜ਼ਿਆਦਾ ਹੈ, ਜਾਂ ਕੰਮ ਕਰਨਗੇ ਚੋਰੀ ਛਿਪੇ ਕਰਨਗੇ, ਮਤਲਬ ਕਿ ਉਸ ਖੇਤਰ 'ਚ ਉਸ ਏਰੀਏ 'ਚ ਲੋਕ ਟੈਕਸ ਦੇਣਾ ਹੀ ਬੰਦ ਕਰ ਦੇਣਗੇ। ਉਸ ਤੋਂ ਬਾਅਦ ਇਹ ਕਰਵ ਜਿਹੜੀ ਆ ਜੀ ਥੱਲੇ ਆਉਣੀ ਸ਼ੁਰੂ ਹੋ ਜਾਊਗੀ। ਤਾਂ ਸਰਕਾਰ ਦਾ ਗ੍ਰਾਫ ਇੱਕ ਵਾਰੀ ਸ਼ੁਰੂ ਚੜ੍ਹਦਾ ਹੈ, ਫਿਰ ਉਸ ਤੋਂ ਬਾਅਦ ਠਾਂ ਆਉਂਦਾ ਹੈ। ਆਹ ਇਨਕਮ ਜਾਂ ਆਮਦਨੀ ਕਿਹੜੀ ਆ, ਇਹ ਉਹ ਆਮਦਨੀ ਆ ਜਿਹੜੀ ਸਰਕਾਰ ਨੂੰ ਟੈਕਸ ਤੋਂ ਹੁੰਦੀ ਆ। ਤੇ ਇਹ ਕੀ ਆ, ਟੈਕਸ ਦਾ ਰੇਟ ਮਤਲਬ ਕਰ ਦੀ ਦਰ। ਜਿਵੇਂ ਕਰ ਦੀ ਦਰ ਵਧੂਗੀ ਉਹਦੇ ਨਾਲ ਸ਼ੁਰੂ 'ਚ ਤਾਂ ਸਰਕਾਰ
ਸਰਕਾਰ ਦੀ ਉਸ ਤੋਂ ਹੋਣ ਵਾਲੀ ਆਮਦਨੀ ਇਨਕਮ ਵਧੂਗੀ, ਪਰ ਇੱਕ ਲਿਮਿਟ ਤੋਂ ਬਾਅਦ ਜਾ ਕੇ ਉਹ ਖਤਮ ਹੋਣੀ ਸ਼ੁਰੂ ਹੋ ਜੂਗੀ। ਇਹ ਉਲਟਾ ਪੁੱਠਾ ਯੂ, ਇਨਵਰਟਡ ਯੂ ਦੀ ਕਰਵ ਬਣ ਜਾਂਦੀ ਹੈ ਇੱਕ ਹਿਸਾਬ ਨਾਲ ਤਕਰੀਬਨ, ਠੀਕ ਆ। ਇਹੀ ਕਰਵ ਜਿਹੜੀ ਆ ਇਹਨੂੰ ਲੇਫਰਸ ਕਰਵ ਕਹਿੰਦੇ ਆ। ਇਹ ਸਰਕਾਰ ਦੇ ਟੈਕਸ ਦੇ ਦਰਾਂ, ਟੈਕਸ ਰੇਟ ਤੇ ਸਰਕਾਰ ਦੀ ਉਸ ਟੈਕਸ ਤੋਂ ਹੋਣ ਵਾਲੀ ਇਨਕਮ, ਇਹਦੇ ਵਿੱਚ ਇੱਕ ਰਿਲੇਸ਼ਨਸ਼ਿਪ ਯਾਨੀ ਕਿ ਇੱਕ ਸੰਬੰਧ ਸਥਾਪਿਤ ਕਰਦੀ ਹੈ, ਠੀਕ ਹੈ ਜੀ। ਸੋ ਕਿਸੇ ਨੂੰ ਇਹਦੇ ਤੋਂ ਕੋਈ ਡਾਊਟ ਹੋਣੀ ਨਹੀਂ ਚਾਹੀਦੀ। ਨੈਕਸਟ, ਉਸ ਤੋਂ ਬਾਅਦ ਆ ਜਾਓ ਅੱਗੇ, ਠੀਕ ਆ। ਭਾਰਤ 'ਚ ਜੇ ਮੈਂ ਇੰਡੀਆ ਦੇ ਕੰਟੈਕਸਟ 'ਚ ਗੱਲ ਕਰਾਂ ਤਾਂ ਸੰਵਿਧਾਨ ਭਾਰਤ ਦੀ ਸਰਕਾਰ ਨੂੰ ਤੇ ਸੂਬਿਆਂ ਦੀ ਸਰਕਾਰ ਨੂੰ, ਸਟੇਟ ਗੌਰਮੈਂਟਸ ਨੂੰ ਤੇ ਸੈਂਟਰ ਸਰਕਾਰ ਨੂੰ ਇਹ ਤਾਕਤ, ਇਹ ਹੱਕ ਪ੍ਰੋਵਾਈਡ ਕਰਦਾ ਹੈ ਕਿ ਤੁਸੀਂ ਇਸ ਦੇਸ਼ 'ਚ ਟੈਕਸ ਇਕੱਠਾ ਕਰ ਸਕਦੇ ਹੋ। ਕਿਸੇ ਜਗ੍ਹਾ ਤੇ ਕਿਸੇ ਪ੍ਰਕਾਰ ਦੇ ਟੈਕਸ ਇਕੱਠੇ ਕਰਨ ਦੀ ਪੂਰੀ ਸ਼ਕਤੀ ਸੰਵਿਧਾਨ ਨੇ ਕੇਂਦਰ ਸਰਕਾਰ ਨੂੰ ਬਖਸ਼ ਰੱਖੀ ਹੈ। ਕਿਸੇ ਜਗ੍ਹਾ ਤੇ ਸੰਵਿਧਾਨ ਇਹ ਪੂਰੀ ਦੀਆਂ ਪੂਰੀਆਂ ਪਾਵਰਸ ਸਟੇਟ ਗੌਰਮੈਂਟਸ ਨੂੰ ਡਿਵੋਲਵ ਕਰ ਦਿੰਦਾ ਹੈ, ਮਤਲਬ ਆਪਣੇ ਪੂਰੇ ਦੇ ਪੂਰੇ ਹੱਕ ਸਟੇਟ ਗੌਰਮੈਂਟ ਨੂੰ ਦੇ ਦਿੰਦਾ ਹੈ। ਕਈ ਜਗ੍ਹਾ ਤੇ ਸਾਂਝੇ ਤੌਰ ਤੇ ਟੈਕਸ ਨੂੰ ਕਲੈਕਟ ਕਰਨ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ, ਜਿਵੇਂ ਸੰਵਿਧਾਨ GST ਨੂੰ ਕਲੈਕਟ ਕਰਨ ਦੀ ਜ਼ਿੰਮੇਵਾਰੀ ਦੋਵਾਂ ਤੇ ਸਾਂਝੀ ਤੌਰ ਤੇ ਪਾ ਰਿਹਾ ਹੈ। ਤਾਂ ਉਸ GST ਚੋਂ ਬਾਅਦ 'ਚ ਇੱਕ CGST ਸੈਂਟਰ ਦਾ GST, ਇੱਕ SGST ਸਟੇਟ ਗੌਰਮੈਂਟ ਦਾ GST, ਉਹ ਇਕੱਠੇ ਹੁੰਦੇ ਆ। ਸੋ ਇਹ ਇੱਕ ਤਰੀਕਾ ਹੈ GST ਦੀ ਕਲੈਕਸ਼ਨ ਦਾ। ਮਤਲਬ ਵੱਖਰੇ ਜਿਵੇਂ ਰਜਿਸਟਰੀਆਂ ਨੇ, ਜਦੋਂ ਆਪਾਂ ਜ਼ਮੀਨ ਖਰੀਦਦੇ ਹਾਂ, ਕੁਝ ਖਰੀਦਦੇ ਹਾਂ, ਉਹਦੇ ਤੇ ਆਪਾਂ 8 ਤੋਂ 10-12% ਜੋ ਟੈਕਸ ਦਿੰਦੇ ਆ ਉਹ ਸਟੇਟ ਗੌਰਮੈਂਟ ਕਲੈਕਟ ਕਰਦੀ ਆ। ਇਹਦਾ ਮਤਲਬ ਰਜਿਸਟ੍ਰੇਸ਼ਨ ਤੇ ਟੈਕਸ ਕਲੈਕਟ ਕਰਨ ਦੀ ਸਾਰੀਆਂ ਅਸੀਮਤ ਪਾਵਰਾਂ ਕਿਹਨਾਂ ਨੂੰ ਮਿਲੀਆਂ ਹੋਈਆਂ? ਸਟੇਟ ਗੌਰਮੈਂਟਸ ਨੂੰ। ਸੇਮ ਇਨਕਮ ਤੇ ਤੁਹਾਡੀ ਆਮਦਨੀ ਤੇ ਜਿਹੜਾ ਕਰ ਲੱਗਦਾ ਹੈ, ਇਨਕਮ ਟੈਕਸ ਜਿਹਨੂੰ ਆਮਦਨੀ ਕਰ ਕਹਿੰਦੇ ਆ, ਉਹਦੇ ਤੇ ਜੋ ਵੀ ਟੈਕਸ ਕਲੈਕਟ ਹੁੰਦਾ ਹੈ ਉਹ ਸਾਰੀਆਂ ਪਾਵਰਸ ਉਹਨੂੰ ਲੈ ਕੇ ਕਿਹਦੇ ਕੋਲ ਆ? ਸੈਂਟਰ ਸਰਕਾਰ ਕੋਲ ਆ। ਵੱਡੀਆਂ ਜਿਹੜੀਆਂ ਕਾਰਪੋਰੇਸ਼ਨਸ ਹੁੰਦੀਆਂ, ਕਾਰਪੋਰੇਟ ਘਰਾਣੇ ਹੁੰਦੇ ਆ, ਇਹਨਾਂ ਦੀ ਆਮਦਨ ਤੇ ਜਿਹੜਾ ਟੈਕਸ ਲੱਗਦਾ ਹੈ ਕਾਰਪੋਰੇਸ਼ਨ ਟੈਕਸ, ਉਹ ਇਕੱਠਾ ਕਰਨ ਦੀ ਅਲਟੀਮੇਟ ਪਾਵਰ ਕਿਹਦੇ ਕੋਲ ਹੁੰਦੀ ਆ? ਸੈਂਟਰ ਸਰਕਾਰ ਕੋਲ। ਇੰਟਰਟੇਨਮੈਂਟ ਟੈਕਸ, ਜਿਹੜਾ ਕਿ ਸਾਡੇ ਦੇਸ਼ 'ਚ ਜਿਹਨੂੰ ਆਪਾਂ ਇੰਟਰਟੇਨਮੈਂਟ ਨੂੰ ਕੀ ਕਹਿੰਦੇ ਆਪਾਂ ਪੰਜਾਬੀ 'ਚ? ਮਨੋਰੰਜਨ ਟੈਕਸ ਜਾਂ ਕਿਹੜਾ? ਨਹੀਂ, ਮਨੋਰੰਜਨ ਟੈਕਸ। ਹਾਂ, ਮਨੋਰੰਜਨ ਟੈਕਸ ਜਿਹੜਾ ਜਿਹਨੂੰ ਅਸੀਂ ਇੰਟਰਟੇਨਮੈਂਟ ਟੈਕਸ ਕਹਿੰਦੇ ਆ, ਇਹ ਸੈਂਟਰ ਸਰਕਾਰ ਛੱਡੋ ਸਟੇਟ ਗੌਰਮੈਂਟ ਦੇ ਵੀ ਅੰਡਰ ਜਿਹੜੀਆਂ ਲੋਕਲ ਬਾਡੀਜ਼ ਨੇ, ਠੀਕ ਆ ਨਾ, ਜਿਹੜੀਆਂ ਸਾਡੀਆਂ ਲੋਕਲ ਬਾਡੀਜ਼ ਨੇ, ਜਿਹੜੀਆਂ ਆਮ ਸਰਕਾਰਾਂ ਨੇ, ਠੀਕ ਆ, ਲੋਕਲ ਲੈਵਲ ਦੀਆਂ ਸਰਕਾਰਾਂ ਨੇ ਸਾਡੀਆਂ, ਉਹਨਾਂ ਦੇ ਹੱਥ ਇਹ ਪਾਵਰ ਦਿੱਤੀ ਹੋਈ ਹੈ। ਸੋ ਸੰਵਿਧਾਨ ਨੇ ਪਾਵਰਜ਼ਾਂ ਬਹੁਤ ਵਧੀਆ ਪੱਧਰ ਤੇ ਡਿਵੈਲਪ ਕੀਤੀਆਂ ਹੋਈਆਂ ਹੈ, ਮਤਲਬ ਕਿ ਕਹਿ ਲਓ ਕਿ ਡਿਵੋਲਵ ਕੀਤੀਆਂ ਹੋਈਆਂ, ਉਹਨਾਂ ਨੂੰ ਥੱਲੇ ਤੱਕ ਪਹੁੰਚਾਇਆ ਹੋਇਆ, ਪਾਵਰਜ਼ ਨੂੰ ਸ਼ਕਤੀਆਂ ਵੰਡੀਆਂ ਹੋਈਆਂ ਹੈ। ਸੋ ਇਹ ਪੂਰੇ ਦਾ ਪੂਰਾ ਢਾਂਚਾ ਜਿਹੜਾ ਟੈਕਸ ਕਲੈਕਟ ਕਰਨ ਦਾ, ਉਹਦੇ 'ਚ ਲੇਫਰਜ਼ ਕਰਵ ਕੀ ਕਰਦੀ ਆ, ਉਹ ਟੈਕਸ ਇਕੱਠਾ ਕਰਨ ਦਾ ਕੀ ਕਹਾਣੀ ਆ, ਉਹ ਸਾਰੀ ਮੈਂ ਤੁਹਾਡੇ ਨਾਲ ਐਕਸਪਲੇਨ ਕਰਤੀ। ਹੁਣ ਗੱਲ ਕਰਦੇ ਆ ਐਡਮ ਸਮਿਥ, ਜਿਹਨੂੰ ਫਾਦਰ ਆਫ ਇਕਨੋਮਿਕਸ ਵੀ ਕਿਹਾ ਜਾਂਦਾ ਹੈ। 1776 'ਚ ਇੱਕ ਕਿਤਾਬ ਛਾਪਦਾ ਹੈ, ਵੈਲਥ ਆਫ ਨੇਸ਼ਨਸ, ਜਿਹਦੇ 'ਚ ਇਕਨੋਮਿਕਸ ਬਹੁਤ ਤਗੜਾ ਇਕਨੋਮਿਸਟ ਸੀਗਾ, ਠੀਕ ਆ। ਅਸਲ 'ਚ ਇਹ ਜਿਹੜਾ ਇਕਨੋਮਿਸਟ ਸੀ ਨਾ, ਇਹ ਪੂੰਜੀਵਾਦ ਦਾ ਬੜਾ ਤਗੜਾ ਉਹ ਸੀਗਾ, ਸਮਰਥਕ ਸੀਗਾ, ਕੈਪੀਟਲਿਜ਼ਮ ਦਾ। ਇਸੇ ਬੰਦੇ ਨੂੰ ਕੱਟਣ ਵਾਸਤੇ 1861 'ਚ ਫਿਰ ਇੱਕ ਨਵੀਂ ਥਿਊਰੀ ਆਈ ਸੀ, ਕਮਿਊਨਿਜ਼ਮ, ਜਿਹਨੂੰ ਅਸੀਂ ਸਮਾਜਵਾਦ ਕਹਿੰਦੇ ਆ, ਜਿਹਨੇ ਇਸ ਦੁਨੀਆ 'ਚ ਦੇਖੋ, ਅੱਜ ਪੂਰੀ ਦੁਨੀਆ ਜਿਹੜੀ ਹੈ ਨਾ, ਬੇਸ਼ੱਕ ਅੱਜ ਸਮਾਜਵਾਦ ਜਿਹਨੂੰ ਆਪਾਂ ਕਮਿਊਨਿਜ਼ਮ ਕਹਿ ਦਿੰਦੇ ਆ, ਜਿਹਦੇ ਅਸੀਂ ਫੋਲੋਵਰਸ ਨੂੰ ਕਾਮਰੇਡ ਕਹਿ ਦਿੰਦੇ ਆ, ਅੱਜ ਸਮਾਜਵਾਦ ਫੇਲ ਹੋ ਗਿਆ। 1990 ਤੋਂ ਬਾਅਦ ਪੂਰੇ ਦੇ ਉਹ ਦੇਸ਼ ਜਿਨ੍ਹਾਂ 'ਚ ਸਮਾਜਵਾਦ ਸੀਗਾ, ਕਮਿਊਨਿਜ਼ਮ ਸੀਗਾ, ਸੋਸ਼ਲਿਜ਼ਮ ਸੀਗਾ, ਉਹ ਦੇਸ਼ ਧਾਰਾਸ਼ਾਹੀ ਹੋ ਗਏ। ਪਰ ਇੱਕ ਗੱਲ ਕਲੀਅਰ ਆ ਕਿ ਅਮਰੀਕਾ ਵਰਗੇ ਪੂੰਜੀਪਤੀ ਦੇਸ਼ ਜਿਹੜੇ ਆ, ਉਹਨਾਂ ਨੇ ਵੀ ਇਹ ਗੱਲ ਮੰਨ ਲਈ ਕਿ ਸਮਾਜਵਾਦ ਜਿਹੜਾ ਏ, ਉਹਨੂੰ ਚਲਾਉਣ ਵਾਲੇ ਉਹਦੇ ਪੈਰੋਕਾਰ ਨਿਕੰਮੇ ਹੋ ਸਕਦੇ ਆ, ਬਟ ਹਾਂ ਸਮਾਜਵਾਦ ਕਦੇ ਵੀ ਮਾੜਾ ਨਹੀਂਗਾ, ਬਿਕੋਜ਼ ਸਮਾਜਵਾਦ ਹੀ ਉਹ ਤਰੀਕਾ ਹੈ ਜਿਹਦੇ 'ਚ ਸਭ ਤੋਂ ਪਹਿਲਾਂ ਇਹ ਗੱਲ ਹੁੰਦੀ ਆ ਕਿ ਅਮੀਰਾਂ ਦਾ ਭਲਾ ਨਾ ਹੋਵੇ ਚਾਹੇ ਨਾ ਹੋਵੇ, ਸਰਕਾਰ ਗਰੀਬਾਂ ਵਾਸਤੇ ਰੋਜੀ ਰੋਟੀ ਨੌਕਰੀ ਦਾ ਪ੍ਰਬੰਧ ਜ਼ਰੂਰ ਕਰੇ। ਅੱਜ ਅਸੀਂ ਇਹ ਕਹਿ ਰਹੇ ਹਾਂ ਕਿ ਪ੍ਰਾਈਵੇਟ ਲੈਵਲ ਤੇ ਅਸੀਂ ਕੋਈ ਕੰਮ ਕਰੀਏ ਜਾਂ ਨਾ ਕਰੀਏ ਤਾਂ ਵੱਖਰੀ ਗੱਲ ਆ, ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਹੱਦ ਤੱਕ ਸਰਕਾਰ ਲੋਕਾਂ ਨੂੰ ਨੌਕਰੀਆਂ 'ਚ ਐਡਜਸਟ ਕਰੇ। ਸੋ ਇਹ ਸਮਾਜਵਾਦ ਹੀ ਆ ਜਿਹੜਾ ਲੋਕਾਂ ਨੂੰ ਇਹ ਗੱਲਾਂ ਦੱਸ ਕੇ ਗਿਆ, ਸਮਾਜਵਾਦ ਹੀ ਸੀ ਜਿਹੜਾ ਇਹ ਦੱਸ ਕੇ ਗਿਆ ਕਿ 7 ਦਿਨ ਕੰਮ ਕਰੋਗੇ ਤਾਂ ਕਮਲੇ ਹੋ ਜਾਓਗੇ, 7ਵੇਂ ਦਿਨ ਦੀ ਛੁੱਟੀ ਚਾਹੀਦੀ ਹੈ। ਇਹ ਸੰਡੇ ਦੀ ਛੁੱਟੀ ਕਾਰਲ ਮਾਰਕਸ ਵਰਗੇ ਅਰਥ ਸ਼ਾਸਤਰੀ ਲੈ ਕੇ ਆਏ ਆ, ਜਿਹੜੇ ਕਿ ਸਮਾਜਵਾਦ ਦੇ ਬੜੇ ਉਹ ਸੀਗੇ ਮਤਲਬ ਫੋਲੋਵਰ ਸੀਗੇ, ਜਿਨ੍ਹਾਂ ਨੇ ਸਮਾਜਵਾਦ ਦੀ ਨੀਂਹ ਧਰੀ ਹੈ। ਸਮਾਜਵਾਦ ਕਿੱਥੋਂ ਆਇਆ ਉਹ ਬਾਅਦ ਦੀ ਗੱਲ ਆ, ਪਹਿਲਾਂ ਮੈਂ ਇਹ ਗੱਲ ਦੱਸਦਾ ਪੂੰਜੀਵਾਦ ਕਿੱਥੋਂ ਆਇਆ। ਇਹ ਉਹ ਸ਼ਖਸ ਸੀਗਾ ਐਡਮ ਸਮਿਥ, ਜਿਹੜਾ 1776 'ਚ ਵੈਲਥ ਆਫ ਨੇਸ਼ਨ ਨਾਮ ਦੀ ਕਿਤਾਬ ਲਿਖਦਾ ਹੈ। ਇਹਦਾ ਮਤਲਬ ਜੇ ਮੈਂ ਇਹ ਕਹਾਂ ਕਿ ਸਮਾਜਵਾਦ ਚੰਗਾ ਹੈ ਤਾਂ ਪੂੰਜੀਵਾਦ ਖਰਾਬ ਹੋ ਗਿਆ, ਐਵੇਂ ਦਾ ਕੁਝ ਵੀ ਨਹੀਂਗਾ। ਇੱਕ ਗੱਲ ਯਾਦ ਰੱਖਿਓ, ਅਸੀਂ ਲੋਕ ਲੜਦੇ ਕਿਉਂ ਆ?
ਸਾਡੀ ਸਮੱਸਿਆ ਪਤਾ ਕੀ ਆ, ਅਸੀਂ ਹਮੇਸ਼ਾ ਉਦੋਂ ਬੰਦਾ ਲੜਦਾ ਹੈ, ਉਦੋਂ ਬੰਦਾ ਖਪਦਾ ਹੈ ਜਦੋਂ ਉਹ ਅੱਧੀ ਨੌਲੇਜ ਲੈ ਕੇ ਕਿਤੇ ਜਾਂਦਾ ਹੈ। ਦੇयर इज़ नो ब्लैक एरिया, ठीक है, देयर इज़ नो ब्लैक एंड वाइट एरिया, देयर इज़ ऑलवेज अ ग्रे शेड। मतलब किते भी कुछ काला ਜਾਂ सफेद नहीं हुंदा। ਇਹ नहीं हुंदा कि तू ये दस कि तू इस धड़े च कि तू उस धड़े च। हमेशा एक स्कोप हुंदा है दोवें पासे एक्सप्लोर करन दा कि हाँ इस पासे कोई चीज़ चजदी हैगी आ, इस पासे कोई चीज़ चजदी आ। जे तुसी 1750 दी दुनिया नूं समझोगे ना, 1750 दे दौरान दी दुनिया नूं समझोगे कि 1750 च जां 1750 तो पहला दुनिया च की हो रहा सीगा। तुसी अज अमरीका वर्गे, इंग्लैंड वर्गे, फ्रांस वर्गे देश सानूं मत दे रहे हैं ना, ये बेमते हुंदे सी, बेअकले हुंदे सी 1600 तो लैके 1750 तक। ਅੱਜ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਧਰਮ ਨੇ ਉਹਨਾਂ ਦੀ ਆਪਸ 'ਚ ਕਿਤੇ ਨਾ ਕਿਤੇ ਖਹਿ ਖਾਬੜ ਹੈਗੀ ਆ। ਇੰਡੀਆ ਦੀ ਗੱਲ ਨਹੀਂ ਕਰ ਰਿਹਾ ਮੈਂ, ਪੂਰੇ ਸਬ ਕੰਟੀਨੈਂਟ ਦੀ ਗੱਲ ਕਰ ਰਿਹਾ। ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਟਾਈਪ, ਇੱਥੇ ਅੱਜ ਸਾਰੇ ਦੇਸ਼ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਖਪ ਰਹੇ ਆ। ਅਸੀਂ ਸਾਡੀ ਜਿਹੜੀ ਇਹ ਖਪਾਈ ਆ, ਇਹ ਖਪਾਈ ਐਵੇਂ ਦੀ ਥੋੜ੍ਹਾ ਸੀਗੀ। ਇਹੀ ਖਪਾਈ 16ਵੀਂ ਤੇ 17ਵੀਂ ਸਦੀ 'ਚ ਅਮਰੀਕਾ 'ਚ ਸੀਗੀ, इंग्लैंड च सीगी, सॉरी अमेरिका गलत वर्ड वरतता मैं, यूरोप च सीगी। अमरीका, इंग्लैंड, फ्रांस, जर्मन, जापान, जर्मन वर्गे देशों च जिवें साडे सिख धर्म ते हिंदू धर्म च आपस थोड़ा बहुता कन्फ्लिक्ट देखने को मिलिया ते हिंदू मुसलमानों का कन्फ्लिक्ट देखने को मिलिया, एवें दा ही कन्फ्लिक्ट 1600 तो लैके 1750 तक यूरोप च देखने को मिलिया। ਅੱਜ ਜਿਵੇਂ ਸਾਡੇ ਧਰਮ ਦੇ ਵਿੱਚ ਇੱਕ ਧਰਮ ਦੇ ਵਿੱਚੋਂ ਛੋਟੇ ਛੋਟੇ ਧਰਮ ਨਿਕਲ ਰਹੇ ਆ, ਅੱਜ ਸਿੱਖ ਧਰਮ 'ਚੋਂ ਛੋਟੇ ਛੋਟੇ ਕਈ ਧਰਮ ਬਾਹਰ ਨਿਕਲ ਰਹੇ ਆ, ਚਾਹੇ ਉਹ ਰਾਧਾ ਸਵਾਮੀ ਆ, ਚਾਹੇ ਉਹ ਡੇਰਾ ਸੱਚਾ ਸੌਦਾ ਹੈ, ਤੇ ਸਿੱਖ ਧਰਮ ਨੂੰ ਪ੍ਰੋਬਲਮ ਆ। ਐਵੇਂ ਹੀ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਸੀ ਸਿੱਖ ਧਰਮ ਨੇ ਉਦੋਂ ਫੇਸ ਕੀਤੀਆਂ ਜਦੋਂ ਸਿੱਖ ਧਰਮ ਖੁਦ ਹਿੰਦੂ ਧਰਮ 'ਚੋਂ ਨਿਕਲ ਰਿਹਾ ਸੀਗਾ, ਜਾਂ ਜੈਨ ਧਰਮ ਜਾਂ ਬੁੱਧ ਧਰਮ ਨਿਕਲ ਰਿਹਾ ਸੀਗਾ। ਐਵੇਂ ਦਾ ਹੀ ਕੁਛ ਯੂਰਪ 'ਚ ਹੋਇਆ ਸੀਗਾ 16ਵੀਂ ਸਦੀ 'ਚ। ਉੱਥੇ ਜਿਹੜੇ ਲੋਕ ਚਰਚ ਨੂੰ ਮੰਨਦੇ ਸੀ ਉਹਨਾਂ 'ਚੋਂ ਕੁਛ ਲੋਕਾਂ ਨੇ ਚਰਚ ਦਾ ਹੀ ਵਿਰੋਧ ਕਰਤਾ ਕਿ ਈਸਾ ਮਸੀਹ ਜਿਹੜੇ ਯੀਸ਼ੂ ਨੇ, ਈਸਾ ਮਸੀਹ ਨੇ, ਉਹ ਬਿਲਕੁਲ ਵੀ ਪਖੰਡੀ ਨਹੀਂ। ਉਹ ਕਹਿੰਦੇ ਕਿ ਤੁਸੀਂ ਉਹਨਾਂ ਦੇ ਨਾਂ 'ਤੇ ਲੋਕਾਂ ਨੂੰ ਡਰਾ ਰਹੇ ਹੋ। ਜਿਹੜੇ ਲੋਕਾਂ ਨੇ ਚਰਚ ਨੂੰ ਉਦੋਂ ਕੈਥੋਲਿਕ ਚਰਚ ਕਹਿੰਦੇ ਸੀ, ਜਿਹੜੇ ਲੋਕਾਂ ਨੇ ਚਰਚ ਦਾ ਵਿਰੋਧ ਕੀਤਾ ਉਹ ਕੈਥੋਲਿਕ ਲੋਕ ਟੁੱਟ ਕੇ ਇੱਕ ਨਵਾਂ ਧਰਮ ਬਣਾ ਲੈਂਦੇ ਆ ਈਸਾਈਅਤ ਦੇ ਵਿੱਚ ਹੀ, ਉਹਦਾ ਨਾਮ ਸੀ ਪ੍ਰੋਟੈਸਟੈਂਟ। ਤੇ ਕੈਥੋਲਿਕ ਤੇ ਪ੍ਰੋਟੈਸਟੈਂਟ 150 ਸਾਲ ਇੱਕ ਦੂਜੇ ਦਾ ਕਤਲ ਕਰਦੇ ਰਹੇ ਆ ਯੂਰਪ ਦੇ ਵਿੱਚ, ਜੋ ਉਹਨਾਂ ਨੇ ਬੰਦੇ ਮਾਰੇ ਗੱਲਾਂ ਛੱਡ ਦੋ। ਉਸ ਤੋਂ ਬਾਅਦ ਕੈਥੋਲਿਕ ਲੋਕਾਂ ਨੂੰ ਅਹਿਸਾਸ ਹੋਇਆ ਕਿ ਇਹ ਸਾਡੇ ਚੋਂ ਟੁੱਟ ਕੇ ਇਸ ਕਰਕੇ ਨਹੀਂ ਗਏ ਕਿ ਇਹ ਮਾੜੇ ਆ, ਇਹ ਸਾਡੇ ਚੋਂ ਟੁੱਟ ਕੇ ਇਸ ਕਰਕੇ ਗਏ ਕਿ ਸਾਡੇ 'ਚ ਕਮੀਆਂ ਹੈ। ਉਹਨਾਂ ਨੇ ਆਪਣੀਆਂ ਕਮੀਆਂ ਨੂੰ ਦੂਰ ਕੀਤਾ ਤੇ ਬਹੁਤ ਸਾਰੇ ਪ੍ਰੋਟੈਸਟੈਂਟ ਵਾਪਸ ਆ ਗਏ। ਜਦੋਂ ਇਹ ਸਭ ਕੁਝ ਹੋ ਰਿਹਾ ਸੀ ਯੂਰਪ 'ਚ, ਫਿਰ ਲੋਕਾਂ ਨੂੰ ਸਮਝ ਆਈ ਕਿ ਉੱਪਰਲੇ ਲੈਵਲ ਦੇ ਲੀਡਰ ਜਿਹੜੇ ਲੜ ਰਹੇ ਆ ਤੇ ਆਪਸ 'ਚ ਮਿਲ ਰਹੇ ਆ, ਅਸੀਂ ਕਿਉਂ ਇੱਕ ਦੂਜੇ ਦਾ ਕਤਲ ਕਰ ਰਹੇ ਆ। ਫਿਰ ਜਾ ਕੇ ਇਹ ਜਿਹੜਾ ਉੱਥੋਂ ਦਾ ਯੁੱਗ ਪਲਟਿਆ ਤੇ 1700 ਤੋਂ ਬਾਅਦ ਉੱਥੇ ਲੋਕਾਂ 'ਚ ਇੱਕ ਨਵੇਂ ਪ੍ਰਕਾਰ ਦਾ ਕਲਚਰਲ ਰੀਬਰਥ ਹੋਇਆ। ਮਤਲਬ ਉੱਥੋਂ ਦਾ ਜਿਹੜੀ ਸੱਭਿਅਤਾ ਸੀਗੀ ਉਹਦੇ 'ਚ ਨਵਾਂ ਜਨਮ ਹੋਇਆ, ਪੁਨਰ ਜਨਮ ਕਹਿ ਦਿੰਦੇ ਉਹਨੂੰ, ਪੁਨਰ ਜਾਗਰਣ ਕਹਿ ਦਿੰਦੇ ਆ ਅੰਗਰੇਜ਼ੀ 'ਚ ਉਹਦੇ ਵਾਸਤੇ ਸ਼ਬਦ ਵਰਤਦੇ ਆ ਰੈਨੀਸੈਂਸ। ਲੋਕਾਂ ਨੇ ਨਵੇਂ ਸਿਰੇ ਤੋਂ ਸੋਚਣਾ ਸ਼ੁਰੂ ਕੀਤਾ। ਪਹਿਲਾਂ ਲੋਕ ਕੀ ਕਰਦੇ ਸੀ, ਸੈਂਟਰ ਬਣਾ ਕੇ ਰੱਖਦੇ ਸੀ ਰੱਬ ਨੂੰ, ਸਾਰੀ ਕਹਾਣੀ ਰੱਬ ਤੇ ਆ ਕੇ ਖਤਮ ਹੋ ਜਾਂਦੀ ਸੀ ਤੇ ਕੰਮ ਵੀ ਬੜਾ ਸੌਖਾ। ਕਿਉਂ, ਜੇ ਸਪੋਜ਼ ਕਰੋ ਆਪਾਂ ਕਿਸੇ ਨਾਲ ਬਹਿਸ ਕਰ ਰਹੇ ਹਾਂ ਤੇ ਕੋਈ ਬੰਦਾ ਸਾਨੂੰ ਬਹਿਸ 'ਚ ਦਬਾਉਣਾ ਚਾਹੁੰਦਾ ਤੇ ਐਂਡ 'ਚ ਇੱਕ ਜਵਾਬ ਉਹਦੇ ਕੋਲ ਪੱਕਾ ਹੁੰਦਾ ਕਿ ਐਵੇਂ ਨਾ ਕਹਿ ਪਾਪ ਲੱਗੂਗਾ, ਰੱਬ ਜੀ ਨੇ ਮਾफ़ ਨਹੀਂ ਕਰਨਾ। ਮਾਤੜ ਉੱਥੇ ਚੁੱਪ ਕਰਕੇ ਬਹਿ ਜਾਂਦਾ ਕਿ ਛੱਡੋ ਕਾਹਨੂੰ ਪੰਗਾ ਲੈਣਾ, ਠੀਕ ਆ, ਰੱਬ ਮਾफ़ ਨਾ ਕਰੇ ਚਾਹੇ ਨਾ ਕਰੇ, ਪਰ ਜਿਹਦੇ ਨਾਲ ਬਹਿਸ ਕਰ ਰਹੇ ਹਾਂ ਉਹਨੇ ਰੰਗਾ ਰੰਗ ਪ੍ਰੋਗਰਾਮ ਜ਼ਰੂਰ ਪੇਸ਼ ਕਰ ਦੇਣਾ, ਇਸ ਕਰਕੇ ਬੋਲੋ ਹੀ ਨਾ। ਪਰ ਪਹਿਲੀ ਵਾਰ ਯੂਰਪ ਦੇ ਵਿੱਚ ਇਹ ਬਗਾਵਤ ਉੱਠੀ, ਇਸੇ ਨੂੰ ਰੈਨੀਸੈਂਸ ਦਾ ਨਾਮ ਦਿੱਤਾ ਗਿਆ ਯੂਰਪ ਦੇ ਵਿੱਚ। ਜਦੋਂ ਇੱਕ ਵਾਰ ਲੋਕਾਂ ਨੂੰ ਇਹ ਸਮਝ ਆ ਗਿਆ ਕਿ ਕੇਂਦਰ ਦੇ ਵਿੱਚ ਰੱਬ ਨਹੀਂ, ਇਨਸਾਨ ਖੁਦ ਹੋਣਾ ਚਾਹੀਦਾ ਹੈ, ਕਿਉਂਕਿ ਰੱਬ ਨੇ ਇਨਸਾਨ ਨੂੰ ਇੰਨੀ ਅਕਲ ਦੇ ਕੇ ਭੇਜਿਆ ਹੈ ਤੇ ਉਹਨੂੰ ਕਹਿ ਕੇ ਭੇਜਿਆ ਹੈ ਕਿ ਤੂੰ ਆਪਣਾ ਦਿਮਾਗ ਵਰਤ ਕੇ ਧਰਤੀ 'ਤੇ ਆਪਣੇ ਰਹਿਣ ਦਾ ਪ੍ਰਬੰਧ ਆਪ ਕਰਨਾ ਹੈ। ਤਾਂ ਰੈਨੀਸੈਂਸ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਨਵੇਂ ਤਰੀਕੇ ਨਾਲ ਦੁਨੀਆ ਨੂੰ ਦੇਖਣਾ ਸ਼ੁਰੂ ਕੀਤਾ, ਨਵੇਂ ਤਰੀਕੇ ਨਾਲ ਦੁਨੀਆ ਦੀ ਖੋਜ ਕੀਤੀ ਤੇ 17ਵੀਂ ਸਦੀ ਤੋਂ ਬਾਅਦ ਗਾਹ ਪਾਤਾ ਉਹਨਾਂ ਨੇ। ਪੂਰੀ ਦੁਨੀਆ 'ਚ ਜੋਗ੍ਰਾਫੀਕਲ ਡਿਸਕਵਰੀਜ਼ ਕਰਕੇ ਅਮਰੀਕਾ ਲੱਭ ਲਿਆ, ਏਸ਼ੀਆ ਲੱਭ ਲਿਆ, ਇੰਡੀਆ ਲੱਭ ਲਿਆ ਤੇ ਇੰਨੀ ਕੁ ਤੇਜ਼ੀ ਨਾਲ ਇਹ ਦੇਸ਼ ਲੱਭੇ ਤੇ ਉਹਨਾਂ ਦੇਸ਼ਾਂ ਨੂੰ ਗੁਲਾਮ ਵੀ ਕਰ ਲਿਆ। ਫਿਰ ਇਸੇ 'ਚੋਂ ਫਿਰ ਇੱਕ ਚੀਜ਼ ਹੋਰ ਨਿਕਲੀ, ਜਦੋਂ ਉਹਨਾਂ ਨੇ ਸਾਡੇ ਸਾਰੇ ਸੰਸਾਧਨ ਲੁੱਟ ਕੇ ਦੁਬਾਰਾ ਯੂਰਪ ਲੈ ਕੇ ਗਏ, ਉੱਥੇ ਜਾ ਕੇ ਫੈਕਟਰੀਆਂ ਵੀ ਲਾਈਆਂ, ਸੋਚਣਾ ਸ਼ੁਰੂ ਕੀਤਾ, ਖੋਜ ਕੀਤੀ, ਇਨਵੈਂਸ਼ਨਸ, ਇੰਡਸਟਰੀਅਲ ਰੈਵੋਲੂਸ਼ਨ। ਜਦੋਂ ਲੋਕਾਂ ਨੇ ਸੋਚਣਾ ਸ਼ੁਰੂ ਕਰਤਾ ਤੇ ਸਭ ਤੋਂ ਪਹਿਲਾਂ ਕਿਹੜੀ ਸਮਾਜ ਸੀ ਜਿਹਨੂੰ ਗੜਬੜ ਹੋਈ, ਉੱਥੋਂ ਦੇ ਰਾਜਸ਼ਾਹੀ।
ਉੱਥੋਂ ਦੇ ਫਿਊਡਲਸ ਰਾਜੇ ਉਹਨਾਂ ਨੂੰ ਲੱਗਿਆ ਕਿ ਹੁਣ ਸਾਡਾ ਕੰਮ ਖਰਾਬ ਹੋ ਗਿਆ। ਜਦੋਂ ਵੀ ਕਿਤੇ ਲੋਕ ਸੋਚਣਾ ਸ਼ੁਰੂ ਕਰ ਦਿੰਦੇ ਆ, ਤਰਕ ਦੇਣਾ ਸ਼ੁਰੂ ਕਰ ਦਿੰਦੇ ਆ, ਦੋ ਬਰਾਦਰੀਆਂ ਸਭ ਤੋਂ ਪਹਿਲਾਂ ਡਰਦੀਆਂ ਹੈ, ਇੱਕ ਧਰਮ ਦੇ ਠੇਕੇਦਾਰ ਤੇ ਇੱਕ ਰਾਜੇ। ਤੇ ਹਮੇਸ਼ਾ ਹੀ ਇਹ ਗੱਲ ਹੁੰਦੀ ਆ, ਜਦੋਂ ਪੰਜਾਬ ਦੇ ਵਿੱਚ ਪਿਛਲੇ ਟਾਈਮ 'ਚ ਲੋਕਾਂ ਨੇ ਆਪਣੇ ਸੁਰ ਦਿਖਾਉਣੇ ਸ਼ੁਰੂ ਕੀਤੇ ਸੀ ਨਾ, ਲੋਕ ਦਿੱਲੀ ਵੱਲ ਨੂੰ ਟ੍ਰੇਨਾਂ, ਗੱਡੀਆਂ, ਟਰਾਲੀਆਂ ਲੈ ਕੇ ਤੁਰ ਪਏ ਸੀ। ਪੰਜਾਬ 'ਚ ਦੋ ਪ੍ਰਕਾਰ ਦੀਆਂ ਬਰਾਦਰੀਆਂ ਜਿਹੜੀਆਂ ਸੀ ਉਹ ਖਤਰੇ 'ਚ ਆਈਆਂ ਸੀ, ਇੱਕ ਪੰਜਾਬ ਦੀ ਰਾਜਸ਼ਾਹੀ ਤੇ ਇੱਕ ਪੰਜਾਬ 'ਚ ਧਰਮ ਦੇ ਠੇਕੇਦਾਰ। ਇਹਨਾਂ ਨੂੰ ਲੱਗਿਆ ਕਿ ਕਿਤੇ ਸਾਡੀ ਮੂਵਮੈਂਟ ਨੂੰ ਕੋਈ ਹੋਰ ਨਾ ਕੈਪਚਰ ਕਰ ਲੇ। ਪੰਜਾਬ ਦੇ ਵਿੱਚ ਵੀ ਇਹ ਇਕੱਲੇ ਪੰਜਾਬ ਦੀ ਕਹਾਣੀ ਨਹੀਂ, ਪੂਰੇ ਇੰਡੀਆ ਦੀ, ਪੂਰੀ ਦੁਨੀਆ ਦੀ ਕਹਾਣੀ ਆ ਕਿ ਹਰ ਜਗ੍ਹਾ ਤੇ ਧਰਮ ਦੇ ਠੇਕੇਦਾਰ ਤੇ ਇੱਕ ਜਿਹੜੇ ਰਾਜਸ਼ਾਹੀ ਹੁੰਦੀ ਆ ਉਹ ਸਭ ਤੋਂ ਪਹਿਲਾਂ ਖਤਰੇ 'ਚ ਆਉਂਦੀ ਆ ਕਿ ਲਓ ਸਭ ਤੋਂ ਪਹਿਲਾਂ ਮੈਡਲ ਸਾਡੇ ਪਊਗਾ। ਲੋਕਾਂ ਨੂੰ ਹੁਣ ਸਮਝ ਆ ਗਈ ਕਿ ਅੰਦੋਲਨ ਜਿਹੜੇ ਆ ਉਹ ਰਾਜਿਆਂ ਦੇ ਦਮ ਤੇ ਜਾਂ ਧਰਮ ਦੇ ਠੇਕੇਦਾਰਾਂ ਦੇ ਦਮ ਤੇ ਨਹੀਂ, ਲੋਕਾਂ ਦੇ ਅੰਦਰ ਹੀ ਇੰਨਾ ਤਗੜਾ ਧਰਮ ਆ। ਜਦੋਂ ਲੋਕਾਂ ਦੇ ਅੰਦਰ ਦਾ ਧਰਮ ਬਾਹਰ ਆ ਜਾਏ ਤਾਂ ਫਿਰ ਲੋਕ ਕਿਸੇ ਦਾ ਵੀ ਤਖਤਾ ਪਲਟ ਸਕਦੇ ਆ। ਇਹੀ ਗੱਲ ਉੱਥੇ ਹੋਈ, ਲੋਕਾਂ ਨੇ ਸੋਚਣਾ ਸ਼ੁਰੂ ਕੀਤਾ, ਲੋਕਾਂ ਨੇ ਆਪਣੀ ਰਾਜਿਆਂ ਨੂੰ ਅੱਖਾਂ ਦਿਖਾਤੀਆਂ। ਹੁਣ ਰਾਜਿਆਂ ਦੇ ਹੱਥੋਂ ਕਾਰੋਬਾਰ ਖਿਸਕਦਾ ਦਿਸਿਆ। ਜਦੋਂ ਕਾਰੋਬਾਰ ਨਿਕਲਿਆ, ਲੋਕਾਂ ਨੇ ਆਪਣੇ ਘਰਾਂ 'ਚ ਛੋਟੀਆਂ-ਛੋਟੀਆਂ ਫੈਕਟਰੀਆਂ ਲਾ ਲਈਆਂ। ਇਸੇ ਫੈਕਟਰੀਆਂ ਦਾ ਜਦੋਂ ਵਿਸਥਾਰ ਹੋਇਆ, ਇਸੇ ਨੂੰ ਹੀ ਉਦਯੋਗਿਕ ਕ੍ਰਾਂਤੀ ਯਾਨੀ ਕਿ ਇੰਡਸਟਰੀਅਲ ਰੈਵੋਲੂਸ਼ਨ ਦਾ ਨਾਮ ਦਿੱਤਾ। ਹੁਣ ਰਾਜਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਾਜਿਆਂ ਨੇ ਲੋਕਾਂ ਨੂੰ ਡਾਂਗ ਦੇ ਜ਼ੋਰ 'ਤੇ ਰੋਕਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਲੋਕਾਂ ਨੂੰ ਰੱਬ ਦਾ ਡਰ ਦਿਖਾਉਂਦੇ ਸੀਗੇ ਕਿ ਰੱਬ ਪਾਪ ਲੱਗੂਗਾ ਜੇ ਤੁਸੀਂ ਫੈਕਟਰੀ ਲਾ ਲਈ, ਐਂ ਹੋ ਜਾਊਗਾ, ਉਹ ਹੋ ਜਾਊਗਾ, ਫਲਾਣਾ ਟਮਕਾਣਾ। ਉਹ ਡਰ ਜਦੋਂ ਲੋਕਾਂ ਦਾ ਨਿਕਲ ਗਿਆ, ਫਿਰ ਤਲਵਾਰ ਦਾ ਡਰ ਦਿਖਾਇਆ, ਲੋਕ ਇਕੱਠੇ ਹੋ ਗਏ, ਉਹ ਵੀ ਨਿਕਲ ਗਿਆ। ਉਸ ਤੋਂ ਬਾਅਦ ਫਿਰ ਐਡਮ ਸਮਿਥ ਇੱਕ ਕਿਤਾਬ ਲਿਖਦਾ ਹੈ ਦ ਵੈਲਥ ਆਫ ਨੇਸ਼ਨ, ਤੇ ਰਾਜਿਆਂ ਨੂੰ, ਫਿਊਡਲਸ ਨੂੰ ਇੱਕ ਨਸੀਹਤ ਦਿੰਦਾ ਹੈ ਕਿ ਹੁਣ ਕਾਕਾ ਟਾਈਮ ਤੁਹਾਡੇ ਹੱਥੋਂ ਨਿਕਲ ਗਿਆ, ਹੁਣ ਇਹ ਟਾਈਮ ਲੋਕਾਂ ਦਾ ਹੈ ਤੇ ਹੁਣ ਕੀ ਕਰੋ, ਹੁਣ ਤੁਸੀਂ ਕੁਝ ਨਹੀਂ ਕਰ ਸਕਦੇ। ਆਪਣਾ ਫਿਊਡਲਿਜ਼ਮ ਵਾਲਾ, ਆਪਣੀ ਰਾਜਸ਼ਾਹੀ ਵਾਲਾ ਜਿਹੜਾ ਸਿਸਟਮ ਆ ਉਹਦਾ ਭੋਗ ਪਾਓ। ਜੇ ਕੁਝ ਕਰ ਸਕਦੇ ਹੋ ਤਾਂ ਇੱਕ ਕੰਮ ਕਰ ਲਓ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵੀ ਇੱਜ਼ਤ ਬਚੀ ਰਵੇ, ਪੂੰਜੀਪਤੀ ਬਣ ਜਾਓ, ਕੈਪੀਟਲਿਸਟ ਬਣ ਜਾਓ। ਤੁਹਾਨੂੰ ਪਤਾ ਇਹਨਾਂ ਲੋਕਾਂ 'ਚ ਵੱਖਰੇ ਵੱਖਰੇ ਬੰਦੇ ਦਾ ਵੱਖਰਾ ਵੱਖਰਾ ਦਿਮਾਗ ਆ। ਇੱਕ ਬੰਦੇ ਦਾ ਘੈਂਟ ਦਿਮਾਗ ਆ, ਉਹ ਆ ਕਲਾਕਾਰ ਬੰਦਾ, ਉਹ ਕੁਝ ਵੀ ਕਰ ਸਕਦਾ ਹੈ, ਉਹਨੂੰ ਕਹੋ ਇੰਟਰਪ੍ਰੈਨਿਓਰ। ਠੀਕ ਆ, ਤੁਸੀਂ ਲਾਓ ਪੈਸਾ, ਤੁਸੀਂ ਪੈਸਾ ਲਾਓ, ਉਹ ਆਪਣਾ ਦਿਮਾਗ ਵਰਤੇ, ਮਿਲ ਕੇ ਫੈਕਟਰੀ ਖੋਲੋ, ਦੋਵੇਂ ਜਾਣੇ ਕੇ ਰੱਜ ਕੇ ਕਮਾਓ। ਹੁਣ ਤੁਸੀਂ ਜੇ ਰਾਜਿਆਂ ਵਾਲੀ ਫੀਲਿੰਗ ਲਓਗੇ ਨਾ, ਹੁਣ ਉਹਦੇ 'ਚ ਕੋਈ ਫਾਇਦਾ ਨਹੀਂ। ਰਾਜੇ ਬਣ ਕੇ ਕੰਮ ਖਤਮ, ਹੁਣ ਬਣੋ ਕੈਪੀਟਲਿਸਟ, ਪੂੰਜੀਵਾਦੀ, ਇਨਵੈਸਟਰ ਬਣੋ ਤੁਸੀਂ। ਤਾਂ ਇਸ ਕਿਤਾਬ 'ਚ ਰਾਜਿਆਂ ਨੂੰ ਇੱਕ ਨਸੀਹਤ ਸੀ ਕਿ ਫਿਊਡਲਿਜ਼ਮ ਛੱਡ ਕੇ, ਰਾਜਸ਼ਾਹੀ ਛੱਡ ਕੇ ਪੂੰਜੀਪਤੀ ਹੋ ਜਾਓ, ਇਨਵੈਸਟਰਸ ਬਣੋ, ਇਨਵੈਸਟ ਕਰੋ, ਕਿਸੇ ਮਾਮਲੇ 'ਚ ਪੈਸਾ ਲਾਓ ਤੇ ਉਹ 'ਚੋਂ ਕਮਾਓ ਜੋ ਕਮਾ ਸਕਦੇ ਹੋ। ਤੇ ਨਾਲੇ ਇੱਕ ਗੱਲ ਹੋਰ ਕਹਿਤੀ ਕਿ ਬਈ ਕਿਸੇ ਨੂੰ ਇਹ ਕਹਿਣਾ ਬੰਦ ਕਰ ਦਿਓ ਕਿ ਤੁਸੀਂ ਆਹ ਚੀਜ਼ ਇੰਨੀ ਕੁ ਬਣਾਓ। ਕਿ ਰਾਜੇ ਨੇ ਕਿਹਾ ਕਿ ਜੀ ਸਾਬਣ ਇੰਨੇ ਕਿਲੋ ਹੀ ਬਣਨਾ ਚਾਹੀਦਾ ਇੱਕ ਫੈਕਟਰੀ 'ਚ, ਇਹਨੂੰ ਬੰਦ ਕਰ ਦਿਓ। ਕਹਿੰਦਾ ਇਹ ਗੱਲ ਕਲੀਅਰ ਆ, ਦੁਨੀਆ 'ਚ ਸਭ ਕੁਝ ਡਿਮਾਂਡ ਐਂਡ ਸਪਲਾਈ ਤੇ ਜਾਣ ਦਿਓ। ਹੁਣ ਜਿੰਨੀ ਡਿਮਾਂਡ ਆ ਉਨੀ ਸਪਲਾਈ, ਜਿੰਨੀ ਸਪਲਾਈ ਆ, ਸਪਲਾਈ ਆਪਣੇ ਆਪ ਡਿਮਾਂਡ ਨਾਲ ਐਡਜਸਟ ਹੋਊਗੀ। ਹੁਣ ਉਹ ਰਾਜੇ ਦੇ ਕਹਿਣ ਤੇ ਐਡਜਸਟ ਨਹੀਂ ਹੋਣੀ। ਲੋਕ ਕਲਾਕਾਰ ਨੇ, ਉਹਨਾਂ ਨੂੰ ਆਪਣੀ ਕਲਾਕਾਰੀ ਦਿਖਾ ਲੈਣ ਦਿਓ। ਇਹੀ ਇੰਡਸਟਰੀਅਲ ਰੈਵੋਲੂਸ਼ਨ ਸੀ। ਇਹਨੇ ਪੂਰੇ ਯੂਰਪ ਦਾ ਰੁੱਖ ਹੀ ਪਲਟ ਕੇ ਰੱਖਤਾ। ਜਿਹੜਾ ਯੂਰਪ ਪਹਿਲਾਂ ਪਿੰਡਾਂ 'ਚ ਵੱਸਦਾ ਸੀਗਾ, ਫਿਰ ਸਾਰਾ ਯੂਰਪ ਸ਼ਹਿਰਾਂ ਵੱਲ ਜਾਣ ਲੱਗ ਪਿਆ। ਤੇ 1750 ਤੋਂ ਲੈ ਕੇ 1850 1900 ਤੱਕ ਯੂਰਪ ਦੇ ਸ਼ਹਿਰ ਇੰਨੇ ਗੰਦੇ ਹੋ ਗਏ ਪੋਲਿਊਸ਼ਨ ਕਰਕੇ। ਫਿਰ ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਇਹ ਵੀ ਅਕਲ ਆਈ ਕਿ ਹੁਣ ਅਸੀਂ ਆਪਣੇ ਸ਼ਹਿਰ ਵੀ ਸਾਫ਼ ਕਰਨੇ ਆ। 1900 ਤੋਂ ਬਾਅਦ ਉਹਨਾਂ ਨੇ ਆਪਣੇ ਸ਼ਹਿਰਾਂ ਦੀ ਸਫਾਈ ਵੀ ਸ਼ੁਰੂ ਕਰਤੀ। ਇਹ ਵੀ ਗੱਲ ਇੱਕ ਕਰਵ 'ਚ ਦੱਸੀ ਗਈ ਆ, ਕਡਜ਼ੈਂਟਸ ਕਰਵ। ਕਿਹੜੀ ਕਰਵ ਆ? ਕਡਜ਼ੈਂਟਸ ਨੇ ਇੱਕ ਕਰਵ ਬਣਾਈ ਆ। ਕਹਿੰਦਾ ਜਦੋਂ ਵੀ ਕਿਤੇ ਉਦਯੋਗਿਕ ਡਿਵੈਲਪਮੈਂਟ ਹੁੰਦੀ ਆ, ਜਦੋਂ ਵੀ ਕਿਤੇ ਤਰੱਕੀ ਹੁੰਦੀ ਆ, ਉਹਦੇ ਨਾਲ ਇਨਵਾਇਰਮੈਂਟ ਪੋਲਿਊਸ਼ਨ, ਠੀਕ ਆ, ਵਾਤਾਵਰਨ ਦਾ ਜਿਹੜਾ ਪ੍ਰਦੂਸ਼ਣ ਆ ਉਹ ਸ਼ੁਰੂ 'ਚ ਤਾਂ ਵੱਧਦਾ ਹੈ, ਫਿਰ ਇੱਕ ਲੈਵਲ ਤੇ ਜਾ ਕੇ ਮੈਕਸਿਮਮ ਹੋ ਜਾਂਦਾ ਹੈ, ਫਿਰ ਉਸ ਦੇਸ਼ ਦਾ ਪੋਲਿਊਸ਼ਨ ਘਟਦਾ ਵੀ ਆ। ਇਹ ਵੀ ਪੁੱਠੇ ਯੂ ਵਾਲੀ ਕਰਵ ਆ। ਭਾਰਤ 'ਚ ਵੀ ਇਹੀ ਕੁਝ ਹੋ ਰਿਹਾ ਹੈ। ਭਾਰਤ 'ਚ ਜਦੋਂ 1900 ਤੋਂ ਲੈ ਕੇ ਹੁਣ ਤੱਕ 2020-30 ਤੱਕ ਪੋਲਿਊਸ਼ਨ ਵਧਿਆ, ਤਰੱਕੀ ਵਧੀ ਤੇ ਪੋਲਿਊਸ਼ਨ ਵਧਿਆ। ਹੁਣ ਭਾਰਤ ਦੀਆਂ ਸਰਕਾਰਾਂ, ਇਹ ਕੋਈ ਮੋਦੀ ਜਾਂ ਕਾਂਗਰਸ ਜਾਂ ਕੇਜਰੀਵਾਲ ਜਾਂ ਕੋਈ ਅਕਾਲੀ ਦਲ ਟਾਈਪ ਗੱਲ ਨਹੀਂ ਗੀ। ਸਰਕਾਰ ਜਿਹੜੀ ਮਰਜ਼ੀ ਹੋਵੇ, ਕਡਜ਼ੈਂਟ ਕਰਵ ਦੁਨੀਆ ਦੇ ਹਰ ਦੇਸ਼ ਤੇ ਉਵੇਂ ਹੀ ਲੱਗਦੀ ਹੈ। ਤੁਸੀਂ ਆਉਣ ਵਾਲੇ 50 ਸਾਲਾਂ ਤੱਕ ਪੰਜਾਬ ਭਾਰਤ ਦੇਖ ਲਿਓ, ਭਾਰਤ ਦੀ ਸਫਾਈ ਵੀ ਉਵੇਂ ਦੀ ਹੀ ਹੋਊਗੀ ਜਿਵੇਂ ਦੀ ਅੱਜ ਯੂਰਪ 'ਚ। ਉਹਦੀ ਵਜ੍ਹਾ ਹੈ ਕਡਜ਼ੈਂਟ ਕਰਵ ਜਿਹੜੀ ਆ ਉਹ ਸਭ ਕੁਝ ਦੱਸਦੀ ਆ। ਇਹ ਸਭ ਕੁਝ ਇਹਨਾਂ ਕਰਵਾਂ ਦੇ ਅਕੋਰਡਿੰਗ ਚੱਲ ਰਿਹਾ ਹੈ। ਇਹ ਪ੍ਰਤੀਆਈਆਂ ਹੋਈਆਂ ਗੱਲਾਂ ਨੇ ਸਾਰੀਆਂ। ਆਹ ਗੱਲ ਸਮਝ ਆ ਗਈ? KUZNET, ਕਡਜ਼ੈਂਟਸ ਕਰਵ। ਠੀਕ ਆ, ਪੇਪਰ 'ਚ ਆ ਜਾਣਗੀਆਂ ਬਹੁਤ ਚੀਜ਼ਾਂ, ਆਪਾਂ ਹੋਰ ਕਲੀਅਰ ਕਰਾਂਗੇ। ਐਡਮ ਸਮਿਥ ਨੇ
ਇਹ ਵੀ ਕਿਹਾ ਸੀ ਕਿ ਰਾਜਿਆਂ ਨੂੰ ਕਿਹਾ, ਰਾਜੇ ਕਹਿੰਦੇ ਜੀ ਕੱਲਾ ਅਸੀਂ ਇਨਵੈਸਟ ਕਰਕੇ ਪੈਸਾ ਕਮਾਵਾਂਗੇ, ਜਿਹੜਾ ਅਸੀਂ ਲੋਕਾਂ ਦਾ ਭਲਾ ਕਰਨਾ ਫਿਰ ਉਹ ਕਿਵੇਂ ਕਰੀਏ, ਅਸੀਂ ਰਾਜੇ ਆਫਟਰ ਆਲ। ਤੇ ਉਹਨੇ ਕਿਹਾ ਫਿਰ ਇਦਾਂ ਕਰੋ, ਇੱਕ ਚੀਜ਼ ਕਰੋ, ਜੋ ਲੋਕ ਕਮਾਉਂਦੇ ਆ, ਜਿਹੜਾ ਵੱਧ ਕਮਾ ਰਿਹਾ ਉਹਦੇ ਚੋਂ ਉਹਦੀ ਕਮਾਈ ਦਾ ਕੁਝ ਹਿੱਸਾ ਖੋਲੋ ਨਹੀਂ ਸੌਰੀ ਲੈ ਲਓ। ਕਹਿੰਦਾ ਜੀ ਉਹਨੂੰ ਕੀ ਕਵਾਂਗੇ, ਕਹਿੰਦੇ ਉਹਨੂੰ ਨਾਮ ਦਿਓ ਟੈਕਸ। ਉਹਨੂੰ ਕੀ ਨਾਮ ਦਿਓ, ਟੈਕਸ ਨਾਮ ਦਿਓ। ਕਹਿੰਦਾ ਟੈਕਸ ਕਲੈਕਟ ਕਰੋ, ਹੋਰ ਤੁਸੀਂ ਕੁਝ ਨਹੀਂ ਕਰ ਸਕਦੇ। ਠੀਕ ਆ, ਇਹਦਾ ਮਤਲਬ ਹੁਣ ਰਾਜੇ ਜਿਹੜੇ ਆ ਉਹ ਟੈਕਸ ਕਲੈਕਸ਼ਨ 'ਚ ਆ ਜਾਣਗੇ। ਇੱਥੋਂ ਟੈਕਸ ਦੀ ਕਲੈਕਸ਼ਨ ਦੀ ਜਿਹੜੀ ਹੋਂਦ ਆ, ਅਸਲੀ ਜਿਹੜਾ ਅੱਜ ਦੇ ਮਾਮਲੇ 'ਚ ਟੈਕਸ ਚੱਲਦਾ ਨਾ, ਉਹ ਇੱਥੋਂ ਸ਼ੁਰੂ ਹੋਇਆ ਹੈ। ਆਲਦੋ ਉਸ ਤੋਂ ਪਹਿਲਾਂ ਵੀ ਪੁਰਾਣੇ ਜ਼ਮਾਨਿਆਂ 'ਚ ਕਰ ਇਕੱਠਾ ਕਰਨ ਦੀਆਂ ਪ੍ਰੋਵੀਜ਼ਨ ਸੀਗੀਆਂ। ਲੈਂਡ ਟੈਕਸ ਹੋ ਗਿਆ, ਫਲਾਂ ਕਈ ਟੈਕਸ ਹੁੰਦੇ ਸੀ, ਜਜੀਆ ਟੈਕਸ, ਇੰਡੀਆ 'ਚ ਵੀ ਟੈਕਸ ਸਿਸਟਮ ਚੱਲਦਾ ਰਿਹਾ। ਪਰ ਜਿਹੜਾ ਅਸੀਂ ਵੈਸਟਰਨ ਟੈਕਸ ਸਿਸਟਮ, ਜਿਹਨੂੰ ਅਸੀਂ ਕਹਿੰਦੇ ਆ ਕਿ ਪੱਛਮੀ ਜਿਹੜਾ ਕਰ ਪ੍ਰਣਾਲੀ ਆ, ਵੈਸਟਰਨ ਟੈਕਸ ਸਿਸਟਮ ਆ, ਉਹ ਬੇਸਿਕਲੀ ਇਹ ਆ ਜਿਹਨੂੰ ਅਸੀਂ ਮੰਨਦੇ ਆ। ਉਹਨੇ ਆਪਣੀ ਉਸੇ ਕਿਤਾਬ 'ਚ ਇਹ ਗੱਲ ਕਿਹਾ ਸੀ, ਕਹਿੰਦਾ ਟੈਕਸ ਇਕੱਠੇ ਕਰਨ ਦੇ 4 ਕੈਨਨਸ ਨੇ, 4 ਗੱਲਾਂ ਦਾ 4 ਚੀਜ਼ਾਂ ਨੂੰ ਫੋਲੋ ਕਰਿਓ ਤਾਂ ਟੈਕਸ ਕਲੈਕਟ ਕਰਨ 'ਚ ਆਸਾਨੀ ਹੋਊਗੀ। ਕਹਿੰਦਾ 4 ਸਿਧਾਂਤ ਨੇ ਟੈਕਸ ਕਲੈਕਟ ਕਰਨ ਦੇ, ਜੇ ਉਹਨਾਂ 'ਚੋਂ ਇੱਕ ਤੋਂ ਵੀ ਭਟਕੇ ਰੋਲ ਦੇਣਗੇ ਲੋਕ, ਤੁਹਾਨੂੰ ਨਹੀਂ ਟੈਕਸ ਮਿਲਦਾ। ਫਿਰ 4 ਚੀਜ਼ਾਂ ਕਿਹੜੀਆਂ, ਪਹਿਲੀ ਆ ਇਕੁਐਲਿਟੀ, ਦੂਜੀ ਆ ਇਕੋਨਮੀ, ਤੀਜੀ ਸਰਟੇਨਿਟੀ, ਚੌਥੀ ਕਨਵੀਨੀਅੰਸ। ਸਭ ਤੋਂ ਪਹਿਲੀ ਕੀ ਗੱਲ ਆ, ਇਕੁਐਲਿਟੀ, ਕਿ ਟੈਕਸ ਹਮੇਸ਼ਾ ਪ੍ਰਪੋਰਸ਼ਨੇਟ ਚਲਾਇਓ। ਮਤਲਬ ਜਿੰਨੀ ਕਿਸੇ ਦੀ ਕਮਾਈ ਆ ਉਹਦਾ ਕੁਝ ਹਿੱਸਾ ਟੈਕਸ ਦੇ ਤੌਰ ਤੇ ਲਿਓ। ਇਹ ਨਾ ਹੋਵੇ ਕਿਸੇ ਤੋਂ ਵੱਧ ਲੈ ਲਿਆ, ਕਿਸੇ ਤੋਂ ਘੱਟ ਲੈ ਲਿਆ। ਇਕੁਐਲਿਟੀ ਜੀ ਰੱਖਿਓ ਟੈਕਸ ਕਲੈਕਸ਼ਨ ਕਰਨ, ਜਦ ਕਿ ਸਾਰਿਆਂ ਨੂੰ ਕਿਸੇ ਨੂੰ ਬੋਝ ਨਾ ਫੀਲ ਹੋਵੇ ਕਿ ਯਾਰ ਮੈਂ ਟੈਕਸ ਦੇ ਰਿਹਾ ਤੇ ਉਹ ਮੇਰੇ ਟੈਕਸ ਤੇ ਐਸ਼ ਕਰ ਰਿਹਾ। ਪਹਿਲਾ ਸਿਧਾਂਤ ਕਹਿੰਦਾ ਇਹ ਰੱਖਿਓ। ਦੂਜਾ ਰੱਖਿਓ ਇਕੋਨਮੀ, ਟੈਕਸ ਕਲੈਕਟ ਕਰਨ 'ਚ ਕਹਿੰਦਾ ਇਹ ਨਾ ਹੋਵੇ ਕਿ ਟੈਕਸ ਕਲੈਕਟ ਕਰਨਾ ਤੁਸੀਂ ਸਾਲ 'ਚ 100 ਰੁਪਏ ਤੇ ਉੱਤੇ ਖਰਚਾ ਕਰ ਦਿਓ 70 ਰੁਪਏ ਕਲੈਕਟ ਕਰਨ ਤੇ ਹੀ। ਸਾਡੇ ਦੇਸ਼ 'ਚ ਇੱਕ ਸਟੇਟ ਡਿਊਟੀ ਹੁੰਦੀ ਸੀ, ਉਹਨੂੰ 1988 'ਚ VP ਸਿੰਘ ਦੀ ਸਰਕਾਰ ਨੇ ਇਹ ਕਹਿ ਕੇ ਬੰਦ ਕਰਤਾ ਕਿ 100 ਰੁਪਇਆ ਟੈਕਸ ਇਕੱਠਾ ਕਰਨ 'ਚ ਸਾਨੂੰ ਲੋਕਾਂ ਨੂੰ ਜਿਹੜਿਆਂ ਨੂੰ ਤਨਖਾਹ ਤੇ ਰੱਖਿਆ 80 ਰੁਪਏ ਦਾ ਉੱਤੇ ਖਰਚਾ ਆ ਜਾਂਦਾ ਹੈ। 20 ਬਚਾਏ ਤਾਂ ਕੀ ਬਚਾਏ, ਉਹ 20 ਉਹੀ ਕੰਮ ਉਹਨਾਂ ਨੂੰ ਕਿਸੇ ਹੋਰ ਪਾਸੇ ਲਾਓ, 4 ਪੈਸੇ ਕਮਾ ਕੇ ਦੇਣਗੇ। ਟੈਕਸ ਐਵੇਂ ਇਕੱਠਾ ਕਰੋ ਕਿ ਤੁਹਾਡੇ ਤੇ ਬੋਝ ਨਾ ਬਣ ਜੇ, ਇਕਨੋਮਿਕਲ ਹੋਵੇ। ਉਹ ਇਕਨੋਮਿਕ ਦਾ ਮਤਲਬ ਸਸਤਾ ਹੋਵੇ ਉਹ ਟੈਕਸ ਕਲੈਕਸ਼ਨ ਜਿਹੜੀ ਆ। ਤੀਸਰੀ ਗੱਲ ਸਰਟੇਨਿਟੀ, ਲੋਕ ਟੈਕਸ ਤਾਂ ਦੇਣਗੇ ਜੇ ਲੋਕਾਂ ਨੂੰ ਪਤਾ ਹੋਊਗਾ ਕਿ ਸਾਡੇ ਤੇ ਆਹ ਟੈਕਸ ਇੰਨੀ ਤਰੀਕ ਨੂੰ ਆਉਣਾ ਹੈ, ਤਾਂ ਕਿ ਲੋਕ ਆਪਣੀ ਕਮਾਈ ਦਾ ਕੁਝ ਹਿੱਸਾ ਕੱਢਦੇ ਰਹਿਣ। ਕਿਵੇਂ, ਜਿਵੇਂ ਤੁਹਾਨੂੰ ਪਤਾ ਹੈ ਕਿ ਤੁਸੀਂ ਜੀ ਅਪ੍ਰੈਲ ਤੱਕ 31 ਮਾਰਚ ਤੱਕ ਆਪਣਾ ਫਲਾਣਾ ਟੈਕਸ ਭਰਨਾ ਹੀ ਭਰਨਾ ਹੈ, GST ਇੰਨੀ ਤਰੀਕ ਤੱਕ ਭਰਨਾ ਹੀ ਭਰਨਾ ਹੈ। ਇਹ ਸਰਟੇਨਿਟੀ ਹੁੰਦੀ ਹੈ, ਮਤਲਬ ਕਿ ਨਿਸ਼ਚਿਤਤਾ ਹੁੰਦੀ ਹੈ। ਜੇ ਨਿਸ਼ਚਿਤਤਾ ਨਹੀਂ ਰਹੂਗੀ ਤਾਂ ਫਿਰ ਟੈਕਸ ਕਲੈਕਟ ਦਾ ਕੋਈ ਫਾਇਦਾ ਨਹੀਂ, ਲੋਕਾਂ ਨੇ ਟੈਕਸ ਦੇਣਾ ਵੀ ਨਹੀਂ। ਚੌਥਾ ਹੈ ਕਨਵੀਨੀਅੰਸ, ਟੈਕਸ ਕਲੈਕਸ਼ਨ ਤਾਂ ਵਧੂਗੀ ਜੇ ਟੈਕਸ ਕਲੈਕਸ਼ਨ ਸੌਖੀ ਹੋਊਗੀ। ਜਿਵੇਂ ਜੇ ਤੁਸੀਂ GST ਦਾ ਕਲੈਕਸ਼ਨ ਵਾਸਤੇ ਇਹ ਕਹਿਤਾ ਕਿ GST ਦੀ ਕਲੈਕਸ਼ਨ ਤੋਂ ਪਹਿਲਾਂ ਇੱਕ ਬੰਦੇ ਨੂੰ ਫਾਰਮ ਵੀ 8 ਭਰਨੇ ਪੈਣਗੇ, ਤੁਹਾਨੂੰ ਲੱਗਦਾ ਕਿ ਉਹ GST ਭਰੂਗਾ? ਅਗਲਾ ਕਹੂਗਾ 8 ਫਾਰਮ ਭਰਾਉਣ ਵਾਸਤੇ ਕਿਸੇ ਨੂੰ 8 ਪੈਸੇ ਦੇਣੇ ਪੈ ਰਹੇ ਆ। ਭਾਰਤ ਸਰਕਾਰ ਦੀ GST 2017 ਦੀ 1 ਜੁਲਾਈ ਤੋਂ ਜਦੋਂ ਸ਼ੁਰੂ ਹੋਇਆ ਸੀ, ਉਸ ਤੋਂ ਵੱਡਾ ਸਭ ਤੋਂ ਪਹਿਲਾਂ ਵੱਡਾ ਚੈਲੰਜ ਕੀ ਆ ਗਿਆ ਕਿ ਜਿਨ੍ਹਾਂ ਨੇ ਟੈਕਸ ਕਲੈਕਟ ਕਰਾਉਣਾ ਸੀ ਉਹਨਾਂ ਨੂੰ, ਤੇ ਜਿਨ੍ਹਾਂ ਤੋਂ ਲੈਣਾ ਸੀ ਉਹਨਾਂ ਨੂੰ ਫਾਰਮ ਹੀ ਨਹੀਂ ਸੀ ਭਰਨੇ ਆਉਂਦੇ। ਤਾਂ ਸ਼ੁਰੂ 'ਚ GST ਦੀ ਕਲੈਕਸ਼ਨ ਇਸ ਕਰਕੇ ਬਹੁਤ ਘੱਟ ਹੋਈ ਆ, ਕਿਉਂਕਿ ਟੈਕਸ ਕਲੈਕਟ ਕਰਵਾਉਣਾ ਤੇ ਕਰਨਾ ਦੋਵੇਂ ਤਰੀਕਿਆਂ ਨਾਲ ਕਨਵੀਨੀਅੰਟ ਨਹੀਂ ਸੀਗਾ, ਕਲੈਕਸ਼ਨ ਉਹਦੀ ਆਸਾਨ ਨਹੀਂ ਸੀਗੀ। ਸੋ ਇਹ 4 ਸਟੈਂਡਰਡ ਨੇ, ਸਮਾਨਤਾ, ਸਸਤਾ ਤੇ ਨਿਸ਼ਚਿਤਤਾ ਹੋਵੇ ਤੇ ਕਨਵੀਨੀਅੰਸ ਹੋਵੇ। ਸੋ ਆਹ ਇਸ ਚੀਜ਼ ਨੂੰ ਮੈਂ ਪੰਜਾਬੀ 'ਚ ਐਕਸਪਲੇਨ ਕੀਤਾ ਕਿ ਘੱਟੋ ਘੱਟ ਖਰਚਾ ਹੋਵੇ, ਟੈਕਸ ਆਮਦਨ ਤੇ ਬਰਾਬਰ ਜਿਹਾ ਹੋਵੇ, ਮਿਤੀਆਂ ਸਲੈਬਾਂ ਪਹਿਲਾਂ ਹੀ ਨਿਸ਼ਚਿਤ ਹੋਣ, ਤੇ ਦੂਜੀ ਗੱਲ ਉਹਦੀ ਫਾਈਲਿੰਗ ਕਰਨੀ ਸੌਖੀ ਹੋਵੇ ਟੈਕਸ ਦੀ। ਇਹ ਜੇ 4 ਸਿਧਾਂਤ ਐਡਮ ਸਮਿਥ ਦੇ, ਜਿਹਨੂੰ ਅਸੀਂ ਫਾਦਰ ਆਫ ਇਕਨੋਮਿਕਸ ਕਹਿੰਦੇ ਆ, ਜਿਹਨੇ 1776 'ਚ ਇਹ ਪੂੰਜੀਵਾਦ ਨੂੰ ਪ੍ਰਮੋਟ ਕਰਨ ਵਾਸਤੇ ਕਿਤਾਬ ਲਿਖੀ ਸੀ ਵੈਲਥ ਆਫ ਨੇਸ਼ਨ, ਉਸ ਬੰਦੇ ਦੇ ਸਿਧਾਂਤ ਆ। ਐਡਮ ਸਮਿਥ ਨੂੰ ਬਹੁਤ ਵੱਡੇ ਪੱਧਰ ਤੇ ਐਪਰੀਸ਼ੀਏਸ਼ਨ ਮਿਲੀ ਹੈ ਇਸ ਗੱਲ ਨੂੰ ਕਿ ਉਹਨੇ ਰਾਜਿਆਂ ਨੂੰ ਅਕਲ ਸਿਖਾਈ ਆ। ਉਹਨੂੰ ਕਿਹਾ ਕਿ ਤੁਸੀਂ ਪੂੰਜੀਪਤੀ ਬਣੋ ਹੁਣ, ਫਿਊਡਲਸ ਨਾ ਬਣੋ ਹੁਣ। ਠੀਕ ਆ, ਉਸ ਬੰਦੇ ਨੇ ਇੱਕ ਗੱਲ ਹੋਰ ਬੜੀ ਕਹੀ ਸੀਗੀ। ਠੀਕ ਆ, ਉਹਦੀ ਕਈ ਆਹ ਗੱਲ ਨਾਲ ਜਿਹੜੀ ਮੈਂ ਹੁਣ ਗੱਲ ਦੱਸ ਰਿਹਾ, ਤੁਸੀਂ ਸਹਿਮਤ ਵੀ ਹੋ ਸਕਦੇ ਹੋ, ਅਸਹਿਮਤ ਵੀ ਹੋ ਸਕਦੇ ਹੋ। ਉਹਨੇ ਕਿਹਾ ਸੀ ਕਿ ਇੱਕ ਇਨਵਿਜ਼ੀਬਲ ਹੈਂਡ ਹੁੰਦਾ ਹੈ, ਠੀਕ ਆ, ਗਾਇਬ ਹੱਥ, ਇਨਵਿਜ਼ੀਬਲ ਹੈਂਡ। ਉਹਨੇ ਇੱਕ ਬੜਾ ਤਗੜਾ ਸਿਧਾਂਤ ਦਿੱਤਾ ਸੀ ਆਪਣੀ ਕਿਤਾਬ ਵੈਲਥ ਆਫ ਨੇਸ਼ਨਸ 'ਚ। ਕਹਿੰਦਾ ਇਹ ਇੱਕ ਬਹੁਤ ਵੱਡਾ ਜੰਤਰ ਆ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਦੇ ਸੁਧਰਨ ਦਾ। ਇਨਵਿਜ਼ੀਬਲ ਹੈਂਡ ਕੀ ਆ? ਕਹਿੰਦਾ ਇੱਕ ਅਮੀਰ ਬੰਦੇ ਨੂੰ ਇੱਕ ਜਗ੍ਹਾ ਤੇ ਪੈਸਾ ਇਨਵੈਸਟ ਕਰ ਲੈਣ ਦਿਓ, ਉਹਦੇ ਨੇੜੇ ਤੇੜੇ ਦੇ ਗਰੀਬਾਂ ਦਾ ਆਪੇ ਭਲਾ ਹੋ ਜਾਊਗਾ। ਇਹ ਗੱਲ ਸੱਚ ਆ ਕਿ ਨਹੀਂ ਇਹਦਾ ਨਹੀਂ ਮੈਨੂੰ ਪਤਾ। ਪਟਿਆਲੇ 'ਚ ਇੱਕ ਤਗੜੀ ਜੀ ਯੂਨੀਵਰਸਿਟੀ ਖੋਲ੍ਹ ਦਿਓ, ਜਾਂ ਪਟਿਆਲੇ 'ਚ ਇੱਕ ਫੈਡਰਲ ਮੋਗਲ ਵਰਗੀ ਫੈਕਟਰੀ ਲਾ ਦਿਓ। ਠੀਕ ਆ, ਬਹਾਦਰਗੜ੍ਹ 'ਚ ਫੈਡਰਲ ਮੋਗਲ ਹੈਗੀ ਇੱਕ, ਤੁਸੀਂ ਉਸ ਫੈਕਟਰੀ 'ਚ ਘੱਟੋ ਘੱਟ 1000-2000 ਬੰਦਿਆਂ ਨੂੰ ਆਪੇ ਕੰਮ ਮਿਲ ਜੂਗਾ। ਇੱਕ ਬੰਦੇ ਨੇ ਆਪਣਾ, ਵੱਡੇ ਬੰਦੇ ਨੇ ਕਾਰੋਬਾਰ ਖੋਲ੍ਹਿਆ, ਉਹਦੇ ਨੇੜੇ ਛੋਟੇ ਛੋਟਿਆਂ ਦੇ ਕਈ ਲੋਕਾਂ ਦੀ ਉੱਥੇ ਨੌਕਰੀ ਪੇਸ਼ਾ ਆ ਜਾਊਗਾ।
ਇਹਦਾ ਇੱਕ ਤਰਕ ਵਿਰੋਧੀ ਇਹ ਵੀ ਦਿੰਦੇ ਆ ਜਿਹੜੇ ਕਾਮਰੇਡ ਟਾਈਪ ਲੋਕ ਨੇ, ਉਹ ਇਹ ਵੀ ਕਹਿੰਦੇ ਆ ਕਿ ਜਦੋਂ ਇੱਕ ਵੱਡਾ ਬੰਦਾ ਫੈਕਟਰੀ ਖੋਲੂਗਾ ਉਹ ਨੇੜੇ ਦੇ ਸਾਰੇ ਲੋਕਾਂ ਨੂੰ ਐਕਸਪਲੋਇਟ ਕਰ ਦੂਗਾ, ਖਤਮ ਕਰ ਦੂਗਾ, ਕਿੰਨੇ ਲੋਕਾਂ ਦਾ ਕੰਮ ਖੋਲ ਕੇ। ਇਹਦੇ ਤੇ ਵਿਚਾਰਕ ਮਤਭੇਦ ਹੋ ਸਕਦੇ ਆ ਕਿ ਇਹ ਇਨਵਿਜ਼ੀਬਲ ਹੈਂਡ ਦਾ ਮਤਲਬ ਇਹ ਆ ਕਿ ਇੱਕ ਥਾਪਰ ਕਾਲਜ ਖੋਲੋ, ਥਾਪਰ ਦੇ ਵਿੱਚ ਇੱਕ ਰਿਕਸ਼ੇ ਵਾਲਾ ਜਦੋਂ ਕਿਸੇ ਨੂੰ ਗੇਟ ਤੋਂ ਬਿਠਾ ਕੇ ਉਹਦੇ ਹੋਸਟਲ ਤੱਕ ਛੱਡ ਕੇ ਆਉਂਦਾ ਤਾਂ 20-20 ਰੁਪਏ ਲੈਂਦਾ ਹੈ, ਬਾਹਰ ਚਾਹ ਵਾਲਾ ਚਾਹ ਦੀ ਰੇਹੜੀ ਲਾਉਂਦਾ ਹੈ ਤੇ ਅੱਡ ਪੈਸੇ ਬਣਾਉਂਦਾ ਹੈ, ਹੋਸਟਲ ਦੇ ਅੰਦਰ ਇੱਕ ਧੋਬੀ ਕੰਮ ਕਰ ਰਿਹਾ ਹੈ, ਕਿੰਨੇ ਲੋਕ ਕੰਮ ਕਰ ਰਹੇ ਆ। ਇਨਵਿਜ਼ੀਬਲ ਹੈਂਡ ਦਾ ਮਤਲਬ ਕਿ ਇੱਕ ਬੰਦਾ ਕੰਮ ਕਰੇ, ਉਹਦਾ ਕਈ ਹੱਥਾਂ ਨੂੰ ਫਾਇਦਾ ਹੋ ਜੇ ਜਾ ਕੇ, ਤੇ ਕਈ ਲੋਕਾਂ ਨੂੰ ਫਾਇਦਾ ਦਿਸ ਵੀ ਨਹੀਂ ਰਿਹਾ ਫਾਇਦਾ। ਤਾਂ ਇਨਵਿਜ਼ੀਬਲ ਹੈਂਡ ਦੀ ਥਿਊਰੀ ਇਹ ਆ, ਪਰ ਇਹਦੇ 'ਚ ਵੀ ਕਈ ਵਿਰੋਧਾਭਾਸ ਹੈਗਾ ਹੈ ਕਿ ਜ਼ਰੂਰੀ ਨਹੀਂ। ਕਈ ਵਾਰੀ ਉਹ ਅਮੀਰ ਬੰਦਾ ਪਤਾ ਕੀ ਕਰਦਾ, ਉਹ ਛੋਟੇ ਛੋਟੇ ਸਾਰੇ ਕੰਮ ਵੀ ਆਪਣੇ ਅੰਡਰ ਹੀ ਲੈ ਲੈਂਦਾ ਹੈ। ਉਹ ਇਹ ਕਹਿ ਦਿੰਦਾ ਕਿ ਇੱਥੇ ਧੋਬੀ ਵੀ ਸਾਡਾ ਹੀ ਹੋਊਗਾ, ਇੱਥੇ ਆ ਵੀ ਸਾਡਾ ਹੋਊਗਾ, ਚਾਹ ਵਾਲੀ ਕੰਟੀਨ ਵੀ ਸਾਡੀ ਹੋਊਗੀ, ਫਲਾਂ ਵੀ ਸਾਡਾ, ਢਮਕਾਂ ਵੀ ਸਾਡਾ, ਐਵੇਂ ਦਾ। ਅੰਦਰ ਰਿਕਸ਼ੇ ਵੀ ਥਾਪਰ ਦੇ ਚੱਲਣਗੇ, ਫੇਰ ਕਰ ਲਓ ਕੀ ਕਰ ਲੋਗੇ। ਸੋ ਇਹ ਇੱਕ ਬਹੁਤ ਤਗੜਾ ਸ਼ੁਰੂ 'ਚ ਤੁਹਾਨੂੰ ਲੱਗਿਆ ਕਿ ਇਹਦੇ ਨਾਲ ਇੱਕ ਬੰਦੇ ਦੇ ਕੰਮ ਖੋਲਣ ਨਾਲ ਛੋਟੇ ਛੋਟਿਆਂ ਨੂੰ ਕਈਆਂ ਨੂੰ ਫਾਇਦਾ ਹੋਊਗਾ, ਪਰ ਬਾਅਦ 'ਚ ਜਿਹੜੇ ਇਹ ਪੂੰਜੀਪਤੀ ਸੀਗੇ ਇਹਨਾਂ ਨੇ ਕੰਮਾਂ ਤੇ ਕੰਟਰੋਲ ਹੀ ਐਵੇਂ ਦਾ ਕੀਤਾ ਕਿ 1776 'ਚ ਆਈ ਇਹ ਸਿਧਾਂਤ, ਐਡਮ ਸਮਿਥ ਦੀ ਥਿਊਰੀ ਜਿਹੜੀ ਸੀ 1850 ਤੱਕ ਜਾਂਦੀ ਜਾਂਦੀ ਡਾਵਾਂਡੋਲੇ ਖਾਣ ਲੱਗ ਪਈ। ਬਹੁਤ ਸਾਰੀ ਯੂਰਪ ਦੀ ਦੁਨੀਆ ਸ਼ਹਿਰਾਂ 'ਚ ਸ਼ਿਫਟ ਕਰ ਗਈ। ਲੋਕ ਜਿਹੜੇ ਸੋਚਦੇ ਸੀ ਕਿ ਕੰਮ ਕਰਾਂਗੇ ਸ਼ਹਿਰਾਂ 'ਚ ਜਾ ਕੇ ਤੇ ਅਮੀਰ ਹੋ ਜਾਾਂਗੇ, ਉਹ ਹੋਰ ਗਰੀਬ ਹੋਣ ਲੱਗ ਪਏ। ਲੋਕਾਂ ਦੀਆਂ ਤਨਖਾਹਾਂ ਰੁਕ ਗਈਆਂ, ਲੋਕਾਂ ਤੋਂ ਨਜਾਇਜ਼ 12-12 ਘੰਟੇ ਕੰਮ ਕਰਾਇਆ ਜਾਣ ਲੱਗ ਪਿਆ। ਫਿਰ ਇੱਕ ਜਰਮਨ 'ਚ ਬੈਠੇ ਸ਼ਖਸ ਦਾ ਜ਼ਮੀਰ ਜਾਗਿਆ ਤੇ ਉਹਨੇ ਫਿਰ ਵਿਰੋਧ 'ਚ ਕਿਤਾਬ ਲਿਖੀ, ਦ ਕ੍ਰਿਟਿਕ ਆਫ ਕੈਪੀਟਲਿਜ਼ਮ। ਠੀਕ ਆ, ਉਹਨੇ ਕੈਪੀਟਲਿਜ਼ਮ ਦੇ ਵਿਰੋਧ 'ਚ ਇੱਕ ਕਿਤਾਬ ਲਿਖੀ, ਦਾਸ ਕੈਪੀਟਲ, ਨਾਮ ਸੀਗਾ ਕਾਰਲ ਮਾਰਕਸ। ਜਿਹੜਾ ਸ਼ਖਸ ਫਿਰ ਇੱਕ ਨਵੀਂ ਥਿਊਰੀ ਲੋਕਾਂ ਨੂੰ ਦਿੰਦਾ ਹੈ, ਕਮਿਊਨਿਜ਼ਮ। ਠੀਕ ਆ, ਜਿਹਦਾ ਨਾਮ ਸੀਗਾ ਸਾਮਵਾਦ। ਕਮਿਊਨਿਜ਼ਮ ਦਾ ਮਤਲਬ ਹੁੰਦਾ ਹੈ ਤਿਆਗ। ਕਮਿਊਨਿਜ਼ਮ ਆਪਣੇ ਆਪ 'ਚ ਇੱਕ ਸ਼ਬਦ ਕਮਿਊਨ ਤੋਂ ਬਣਿਆ ਹੈ, ਜਿਹਦਾ ਮਤਲਬ ਤਿਆਗ ਆ। ਇੱਥੇ ਸਭ ਤੋਂ ਪਹਿਲੀ ਗੱਲ ਕਿ ਕਿਸ ਚੀਜ਼ ਦਾ ਤਿਆਗ ਕਰਨਾ ਹੈ? ਤਿਆਗ ਕਰਨਾ ਹੈ ਆਪਣੀ ਜਾਇਦਾਦ ਦਾ। ਉਸ ਬੰਦੇ ਨੇ ਕਿਹਾ ਕਿ ਹਰ ਬੰਦਾ ਆਪਣੀ ਜਾਇਦਾਦ ਸਰਕਾਰ ਦੇ ਨਾਮ ਲਵਾ ਲੇ, ਤੇ ਸਰਕਾਰ ਕਿਸੇ ਦੀ ਨਹੀਂ ਹੋਊਗੀ, ਸਰਕਾਰ ਕਿਹਨਾਂ ਦੀ ਹੋਊਗੀ? ਲੋਕਾਂ ਦੀ। ਤੇ ਉਹ ਸਾਰੀ ਜਾਇਦਾਦ ਜਦੋਂ ਸਰਕਾਰ ਕੋਲ ਇਕੱਠੀ ਹੋ ਗਈ, ਉਸ ਤੋਂ ਬਾਅਦ ਉਹਦੇ ਤੇ ਸਾਰੇ ਮਿਲ ਕੇ ਖੇਤੀ ਕਰਨ, ਸਾਰੇ ਮਿਲ ਕੇ ਖੇਤੀ ਕਰਨ ਤੇ ਸਭ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪੈਸੇ ਮਿਲਦੇ ਜਾਣ। ਕੋਈ ਗਰੀਬ ਨਹੀਂ ਰਹੂਗਾ, ਕੋਈ ਭੁੱਖਾ ਨਹੀਂ ਮਰੂਗਾ। ਆਪਣੇ ਆਪ 'ਚ ਬੜੀ ਸੋਹਣੀ ਥਿਊਰੀ ਸੀ ਇਹ, ਬੜੀ ਚੰਗੀ ਗੱਲ ਸੀ। ਪਰ ਸਪੋਜ਼ ਕਰੋ ਜਦੋਂ ਮੈਨੂੰ ਇੰਨਾ ਪਤਾ ਹੈ ਕਿ ਬਈ ਮੈਨੂੰ ਮੇਰੀ ਰੋਟੀ ਖਾਣ ਨੂੰ ਮਿਲ ਜਾਣਾ, ਇਸ ਤੋਂ ਵੱਧ ਮੈਨੂੰ ਮਿਲਣਾ ਨਹੀਂ, ਮੇਰੇ ਤੋਂ ਕੰਮ ਕਰਾ ਲਓ। ਫਿਰ ਮੈਂ ਤਾਂ ਇਸੇ ਲਾਲਚ ਨੂੰ ਕੰਮ ਕਰ ਰਿਹਾ ਨਾ ਦਿਨ ਰਾਤ ਕਿ ਬਈ ਹਾਂ ਮੇਰੇ ਕੋਲ ਬਾਕੀਆਂ ਤੋਂ ਵੱਧ ਹੋਵੇ। ਜਦੋਂ ਮੈਨੂੰ ਪਤਾ ਹੀ ਲੱਗ ਗਿਆ ਕਿ ਮੈਨੂੰ ਮਿਲਣਾ ਹੀ ਆਉਣਾ ਹੈ ਤਾਂ ਓਬਵੀਅਸ ਜੀ ਗੱਲ ਆ, ਮੈਂ ਕੰਮ ਕਰੂੰਗਾ ਕੀ। ਇਹਦਾ ਇੱਕ ਫਾਇਦਾ ਇਹ ਸੀ ਕਿ ਭੁੱਖੇ ਮਰਨ ਦੀ ਪ੍ਰੋਬੇਬਿਲਿਟੀ ਘਟ ਗਈ। ਬਹੁਤ ਘੱਟ ਸੰਭਾਵਨਾ ਸੀ ਕਿ ਲੋਕ ਭੁੱਖੇ ਮਰਨਗੇ। ਪਰ ਕੀ ਲੋਕ ਕ੍ਰੀਏਟਿਵ ਹੋਣਗੇ ਹੁਣ? ਕਿ ਲੋਕ ਸੋਚਣ ਦੀ, ਉਹਨਾਂ ਦੀ ਬੌਧਿਕ ਪੱਧਰ ਵਧੂਗਾ? ਨਹੀਂ। ਅਗਲਾ ਕਹਿੰਦਾ ਯਾਰ ਜਿੱਥੇ ਸਭ ਨੂੰ ਮਿਲਣੀ ਆ ਤੈਨੂੰ ਹੀ ਮਿਲ ਜਾਣੀ ਆ, ਬੈਠਾ ਰਹਿ, ਠੀਕ ਆ, ਕੋਈ ਪ੍ਰੋਬਲਮ ਵਾਲੀ। ਆਹੀ ਮਸਲਾ ਸੀਗਾ ਜਿਹੜਾ ਸਾਮਵਾਦ ਨੂੰ ਬੈਕਫੁੱਟ ਤੇ ਲੈ ਕੇ ਗਿਆ 20ਵੀਂ ਸਦੀ ਦੇ ਐਂਡ ਤੱਕ। ਕਮਿਊਨਿਜ਼ਮ ਦੇ ਫੇਲ ਹੋਣ ਦੇ ਸਭ ਤੋਂ ਵੱਡੇ ਕਾਰਨਾਂ 'ਚ ਇਹੀ ਸੀਗਾ ਕਿ ਜਿਹੜਾ ਰਸ਼ੀਆ ਇਸ ਸਾਮਵਾਦ ਦੀ ਗਵਾਹੀ ਭਰਦਾ ਸੀ, ਉੱਥੋਂ ਦੇ ਲੋਕ ਸੁਸਤ ਹੋ ਗਏ, ਤੇ ਅਮਰੀਕਾ ਜਿਹੜਾ ਕੈਪੀਟਲਿਜ਼ਮ ਦੀ ਗਵਾਹੀ ਭਰਦਾ ਸੀ, ਉੱਥੇ 2000 ਤੱਕ ਜਾਂਦੇ ਜਾਂਦੇ ਲੜੀਆਂ ਇੰਨੀਆਂ ਲੱਗ ਗਈਆਂ, ਚਮਕਦਾਰ ਸ਼ਹਿਰ ਹੋ ਗਏ, ਦਿਨ ਰਾਤ ਲੋਕ ਕੰਮ ਕਰ ਰਹੇ ਆ, ਪੈਸੇ ਕਮਾ ਰਹੇ ਆ, ਤਗੜੇ ਪੱਧਰ ਦੀਆਂ ਫਿਲਮਾਂ ਬਣ ਰਹੀਆਂ। ਤਾਂ USSR 'ਚ 1990 'ਚ ਇਸੇ ਕਰਕੇ ਬਗਾਵਤ ਹੋਈ ਕਿ ਸਾਡਾ ਕਮਿਊਨਿਜ਼ਮ ਫੇਲ ਆ। ਸੋ ਆ ਗੱਲ ਸਮਝ ਆ ਗਈ ਨਾ। ਪਰ ਸ਼ੁਰੂ 'ਚ ਜਿਹੜਾ ਕਮਿਊਨਿਜ਼ਮ ਆਇਆ ਸੀ ਉਹ ਕੈਪੀਟਲਿਜ਼ਮ ਦੇ ਅਗੇਂਸਟ ਆਇਆ ਸੀਗਾ, ਕਿਉਂਕਿ ਉਹਨੂੰ ਲੱਗ ਰਿਹਾ ਸੀ ਕੈਪੀਟਲਿਜ਼ਮ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਤਾਂ 1860 'ਚ ਕੈਪੀਟਲਿਜ਼ਮ ਦੇ ਵਿਰੋਧ 'ਚ ਕਮਿਊਨਿਜ਼ਮ ਦੀ ਕਿਤਾਬ ਲਿਖਣ ਵਾਲਾ ਕਾਰਲ ਮਾਰਕਸ ਜਿਹੜਾ ਹੈ ਉਹ ਆਪਣੀ ਹੀ ਥਿਊਰੀ ਦੇ ਗਿਆ। ਪਰ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਕਿਉਂਕਿ ਮੇਰੇ ਚੈਪਟਰ 'ਚ ਉਹਦਾ ਕੋਈ ਕਨਸੈਪਟ ਨਹੀਂ ਹੈਗਾ। ਮੈਂ ਤਾਂ ਜਸਟ ਇਹ ਦੱਸਣਾ ਕਿ ਐਡਮ ਸਮਿਥ ਕਹਿ ਕੇ ਗਿਆ ਸੀ ਕਿ ਟੈਕਸ ਕਲੈਕਟ ਕਰੋ, ਪਰ ਉਹਦੇ ਸਿਧਾਂਤ ਤਾਂ 4 ਹੋਣੇ ਚਾਹੀਦੇ ਆ। ਕਿਹੜੇ? ਆਹ 4 ਜਿਹੜੇ ਮੈਂ ਤੁਹਾਨੂੰ ਦੱਸੇ ਆ। ਇਸ ਤੋਂ ਬਾਅਦ ਅੱਗੇ ਆ ਜਾਓ ਅਗਲੀ ਗੱਲ। ਹੁਣ ਦੇਖੋ, ਪਰ ਇਹ ਦੱਸੋ ਇਕਨੋਮਿਕਸ ਦਾ ਆਈਡੀਆ ਹੋ ਗਿਆ ਨਾ ਕਿ ਇਕਨੋਮਿਕਸ ਦੇ ਵਿੱਚ ਕਾਰਲ ਮਾਰਕਸ ਦਾ ਕੀ ਰੋਲ ਆ, ਕਮਿਊਨਿਜ਼ਮ, ਤੇ ਐਡਮ ਸਮਿਥ ਦਾ ਕੀ ਰੋਲ ਆ, ਕੈਪੀਟਲਿਜ਼ਮ, ਪੂੰਜੀਵਾਦ ਕੀ ਆ। ਅਗਲੀ ਗੱਲ ਕਹਿੰਦਾ ਤੁਹਾਡੀ ਕੁੱਲ GDP, ਦੇਸ਼ ਦੀ ਕੁੱਲ ਕਮਾਈ ਨੂੰ ਉਹਦੀ GDP ਕਿਹਾ ਜਾਂਦਾ ਹੈ। ਉਹਦੇ 'ਚ ਟੈਕਸ ਦੀ ਰੇਸ਼ੋ, ਮਤਲਬ ਤੁਹਾਡੇ ਦੇਸ਼ ਦੀ ਕੁੱਲ ਕਮਾਈ ਹੈ ਜਿਹੜੀ, ਤੁਹਾਡੇ ਦੇਸ਼ 'ਚ ਕੁੱਲ 100 ਰੁਪਈਆ ਹੈ, ਤੁਸੀਂ ਇਸ 100 ਰੁਪਏ 'ਚ ਜੇ 20 ਰੁਪਏ ਟੈਕਸ ਕਲੈਕਟ ਕੀਤਾ, ਦੂਜੇ ਕੇਸ 'ਚ ਜੇ ਤੁਸੀਂ 40 ਰੁਪਏ ਟੈਕਸ ਕਲੈਕਟ ਕੀਤਾ 100 ਰੁਪਏ 'ਚੋਂ, ਤਾਂ ਟੈਕਸ ਦੀ GDP ਦੇ ਨਾਲ ਅਨੁਪਾਤ ਆ ਜਿਹੜਾ, ਟੈਕਸ ਟੂ GDP ਰੇਸ਼ੋ ਆ ਜਿਹੜੀ, ਉਹ ਕਿਸ ਕੇਸ 'ਚ ਜ਼ਿਆਦਾ ਹੈ ਤੁਹਾਡੀ?
40/100 ਚ मतलब 100 रुपए ਦੀ ਦੇਸ਼ ਦੀ ਆਮਦਨੀ ਜਿਹਨੂੰ ਮੈਂ GDP ਕਹਿੰਦਾ, ਗ੍ਰੋਸ ਡੋਮੈਸਟਿਕ ਪ੍ਰੋਡਕਟ, ਠੀਕ ਆ, ਇਹ ਕੁੱਲ ਸਕਲ ਘਰੇਲੂ ਉਤਪਾਦ ਕਹਿ ਦਿੰਦੇ ਆ ਪੰਜਾਬੀ ਚ। ਹਜੇ ਆਪਾਂ GDP ਪੜਾਂਗੇ ਉਦੋਂ ਦੇਖਾਂਗੇ ਜਾ ਕੇ। ਤਾਂ ਜਿਹੜੀ ਕੁੱਲ ਦੇਸ਼ ਦੀ ਸੰਪत्ति ਆ 100 रुपए ਦੀ, ਉਹਦੇ ਚੋਂ 40 रुपए ਟੈਕਸ ਕਲੈਕਟ ਹੋਇਆ। ਇੱਕ ਕੇਸ 'ਚ 100 रुपए ਦੀ ਕਮਾਈ ਚੋਂ 20 रुपए ਟੈਕਸ ਇਕੱਠਾ ਹੋਇਆ। ਕਿਸ ਕੇਸ 'ਚ ਟੈਕਸ ਟੂ GDP ਦਾ ਅਨੁਪਾਤ ਆ ਜਾਂ ਰੇਸ਼ੋ ਆ ਜਿਹੜੀ ਉਹ ਜ਼ਿਆਦੀ ਆ 40/100 ਚ। ਕਹਿੰਦਾ ਇੱਕ ਪਾਸੇ ਤੁਹਾਡੀ ਟੈਕਸ ਟੂ GDP ਰੇਸ਼ੋ ਜ਼ਿਆਦੀ ਹੋਵੇ, ਇੱਕ ਪਾਸੇ ਟੈਕਸ ਟੂ GDP ਰੇਸ਼ੋ ਘੱਟ ਹੋਵੇ। ਇਹਨਾਂ ਦੋਵਾਂ 'ਚ ਕੀ ਫਾਇਦਾ ਹੈ, ਕੀ ਨੁਕਸਾਨ ਆ? ਜੇ ਟੈਕਸ ਟੂ GDP ਰੇਸ਼ੋ ਜ਼ਿਆਦੀ ਆ, ਇਹਦਾ ਮਤਲਬ ਦੇਸ਼ ਦੀ ਕੁੱਲ ਕਮਾਈ ਚੋਂ 100 रुपए ਚੋਂ 40 रुपए ਟੈਕਸ ਇਕੱਠਾ ਹੋਇਆ ਹੈ ਤੇ ਸਰਕਾਰ ਕੋਲ ਟੈਕਸ ਖਰਚਣ ਵਾਸਤੇ ਸੰਭਾਵਨਾਵਾਂ ਜ਼ਿਆਦੀਆਂ ਹੈ। ਸਰਕਾਰ ਲੋਕ ਭਲਾਈ ਦੇ ਵੱਧ ਕੰਮ ਕਰ ਸਕਦੀ ਹੈ। ਜੇ ਟੈਕਸ ਟੂ GDP ਰੇਟੋ ਘੱਟ ਆ ਤਾਂ ਇਹਦੇ ਤੇ ਸਰਕਾਰ ਨੂੰ ਖਰਚਾ ਕਰਨ ਦਾ ਬੜਾ ਪ੍ਰੈਸ਼ਰ ਆ ਤੇ ਸਰਕਾਰ ਜਿੱਥੇ ਜਿੱਥੇ ਸਰਕਾਰ ਨੇ ਪੈਸੇ ਖਰਚਣੇ ਆ ਲੋਕਾਂ ਦੇ ਭਲਾਈ ਵਾਸਤੇ, ਉੱਥੋਂ ਸਰਕਾਰ ਆਪਣੇ ਮਕਸਦ ਤੋਂ ਥੋੜੇ ਹੱਥ ਪਿੱਛੇ ਖਿੱਚਦੀ ਹੈ। ਇਸ ਕਰਕੇ ਸਰਕਾਰ ਹਮੇਸ਼ਾ ਕਹਿੰਦੀ ਆ ਕਿ ਟੈਕਸ ਟੂ GDP ਰੇਸ਼ੋ, ਠੀਕ ਆ ਨਾ, ਕਰ ਦੀ ਕੁੱਲ ਸਕਲ ਘਰੇਲੂ ਉਤਪਾਦ ਦੇ ਨਾਲ ਜਿਹੜਾ ਅਨੁਪਾਤ ਆ ਉਹ ਹਮੇਸ਼ਾ ਵੱਧ ਹੋਣਾ ਚਾਹੀਦਾ ਹੈ ਕਿ ਸਾਡੀ ਕੁੱਲ GDP ਦਾ ਜ਼ਿਆਦਾ ਸਾਡੇ ਕੋਲ ਟੈਕਸ ਕਲੈਕਸ਼ਨ ਹੋਣੀ ਚਾਹੀਦੀ ਹੈ। ਤੇ ਇਸ ਟਾਈਮ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਵੀ ਕੋਸ਼ਿਸ਼ ਇਹ ਹੈ ਕਿ ਸ਼ਰਾਬ ਤੋਂ ਲੱਗਣ ਵਾਲਾ ਟੈਕਸ ਜਾਂ ਠੇਕਿਆਂ ਤੋਂ ਆਉਣ ਵਾਲੀ ਕਮਾਈ ਜਿਹੜੀ ਬੋਲੀਆਂ ਲੱਗਣ ਤੋਂ ਬਾਅਦ ਜ਼ਮੀਨਾਂ ਤੋਂ ਆ ਰਹੀ ਆ, ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ਕਿ ਠੇਕਾ ਵੱਧ ਚੜਾ ਦਈਏ, ਘੱਟ ਹੋਰ ਵੱਧ ਚੜਾ ਦਈਏ ਤੇ ਜਿੰਨੀਆਂ ਵੀ ਸਰਕਾਰੀ ਜ਼ਮੀਨਾਂ ਦੱਬੀਆਂ ਹੋਈਆਂ ਹੈ ਉਹ ਛਡਵਾ ਵੀ ਲਈਏ, ਉੱਥੋਂ ਵੀ ਠੇਕਾ ਇਕੱਠਾ ਕਰੀਏ। ਜਿਹੜੀਆਂ ਜਿਹੜੇ ਲੋਕ ਟੈਕਸ ਚੋਰੀ ਕਰ ਰਹੇ ਆ ਉਹ ਵੀ ਬਚਾਈਏ, ਕੁੰਡੀ ਲਾ ਰਹੇ ਆ ਉਹ ਵੀ ਬਚਾਈਏ। ਮਕਸਦ ਕੀ ਹੈ ਸਰਕਾਰ ਦਾ ਕਿ GDP ਜਿੰਨੀ ਸਾਡੀ ਹੈਗੀ ਆ ਉਹਨੂੰ ਤਾਂ ਨਹੀਂ ਵਧਾਇਆ ਜਾ ਸਕਦਾ। ਪੰਜਾਬ ਦੀ ਜਿੰਨੀ ਆਮਦਨ ਆ ਇਹਨੂੰ ਤਾਂ ਵਧਾਉਣ 'ਚ 5 ਸਾਲ ਲੱਗ ਜਾਣਗੇ, ਪਰ ਪੰਜਾਬ ਦੀ ਜਿੰਨੀ ਆਮਦਨ ਆ ਉਹਦੇ 'ਚੋਂ ਜਿਹੜਾ ਟੈਕਸ ਆ ਉਹਦਾ ਹਿੱਸਾ ਤਾਂ ਵਧਾਇਆ ਹੀ ਜਾ ਸਕਦਾ ਹੈ। ਚੋਰੀ ਹੁੰਦਾ ਟੈਕਸ ਬਚਾ ਲਓ ਤਾਂ ਉਹਦੇ ਨਾਲ ਆਪੇ ਹੀ, ਕਈ ਲੋਕ ਨਹੀਂ ਕਹਿੰਦੇ ਕਿ ਬਈ ਪੰਜਾਬ ਸਰਕਾਰ ਜਿਹੜੀ ਆ ਉਹ ਐਂ ਹੀ ਕਹਿ ਰਹੀ ਆ ਕਿ ਵੱਧ ਜੂਗਾ। ਤੁਸੀਂ ਇਹ ਦੱਸੋ ਕਿ ਪੰਜਾਬ 'ਚ ਇਨਕਮ ਕਿੱਥੋਂ ਵਧੂਗੀ? ਤੇ ਉਹ ਆਮ ਆਦਮੀ ਪਾਰਟੀ ਕਹਿ ਰਹੀ ਹੈ ਇਨਕਮ ਤਾਂ ਵਧਾਉਣੀ ਨਹੀਂ, ਅਸੀਂ ਟੈਕਸ ਟੂ GDP ਵਧਾਉਣੀ ਆ। ਕੁੱਲ ਟੈਕਸ ਵਧਾ ਦਾਂਗੇ, ਆਪੇ ਟੈਕਸ ਟੂ GDP ਰੇਸ਼ੋ ਵੱਧ ਜੂਗੀ। ਜਦੋਂ GDP ਦੇ ਮੁਕਾਬਲੇ ਟੈਕਸ ਦੀ ਰੇਸ਼ੋ ਵੱਧ ਗਈ, ਜ਼ਿਆਦਾ ਟੈਕਸ ਇਕੱਠਾ ਹੋਣ ਲੱਗ ਪਿਆ, ਸਰਕਾਰ ਦੀਆਂ ਜ਼ਰੂਰਤਾਂ ਤਾਂ ਉਹਦੇ ਨਾਲ ਹੀ ਪੂਰੀਆਂ ਹੋ ਜਾਣੀਆਂ। ਲੋਕ ਤਾਂ ਆਪਣੇ ਪੰਜਾਬ ਦੇ ਅੱਗੇ ਵੀ ਉਵੇਂ ਦੇ ਹੀ ਆ, ਹੁਣ ਵੀ ਉਵੇਂ ਦੇ ਰਹਿਣੇ ਆ। ਜਿਹੜੇ ਪੰਜਾਬ ਦੇ ਲੋਕ ਆ, ਜੇ ਇਹਨਾਂ ਕੋਲ ਪੈਸਾ ਹੈ ਨਹੀਂ, ਠੀਕ ਆ, ਜਿੰਨਾ ਕੁ ਪੈਸਾ ਹੁਣ ਇਹਨਾਂ ਕੋਲ, ਪਿੰਡਾਂ ਵਾਲਿਆਂ ਦੀ ਐਗਜ਼ਾਮਪਲ ਲੈ ਲਓ ਯਾਰ, ਜੇ ਇਹਨਾਂ ਦਾ ਇੱਕ ਵਾਰੀ ਕਣਕ ਝੋਨਾ ਵਧੀਆ ਨਿਕਲ ਜੇ, ਮੈਨੂੰ ਇਹ ਦੱਸ ਦਿਓ ਕਿ ਕਿੰਨੇ ਕਿਸਾਨ ਨੇ, ਕਿੰਨੇ ਆਪਣੇ ਕਿਸਾਨੀ ਵਾਲੇ ਪਰਿਵਾਰ ਆ ਜਿਹੜੇ ਆਪਣਾ ਪੈਸਾ ਸਹੀ ਜਗ੍ਹਾ ਤੇ ਇਨਵੈਸਟ ਕਰ ਲੈਂਦੇ ਆ। ਠੀਕ ਆ, ਤਕਰੀਬਨ ਮਸਾਂ ਹੀ ਗਿਣ ਕੇ ਵੀ 50% ਕਿਸਾਨ ਨਹੀਂ ਹੈਗਾ ਜਿਹੜਾ ਸਹੀ ਇਨਵੈਸਟ ਕਰ ਲੈਂਦਾ ਹੈ ਪੈਸਾ। ਤਾਂ ਜਿੰਨਾ ਕੁ ਸਾਨੂੰ ਚਾਹੀਦਾ ਆਮ ਲੋਕਾਂ ਨੂੰ ਉਨਾ ਕੁ ਹੈਗਾ ਲੋਕਾਂ ਦੀ ਆਈ ਚਲਾਈ ਚਲਾਉਣ ਵਾਸਤੇ। ਹੁਣ ਜੇ ਸਾਨੂੰ ਸਭ ਤੋਂ ਵੱਧ ਲੋੜ ਆ ਉਹ ਹੈਗੀ ਆ ਸਰਕਾਰ ਕੋਲ ਕਿੰਨਾ ਪੈਸਾ ਹੈ, ਤਾਂ ਕਿ ਸਰਕਾਰ ਗਰੀਬਾਂ ਦਾ ਭਲਾ ਕਰ ਸਕੇ। ਤੇ ਸਰਕਾਰ ਗਰੀਬਾਂ ਦਾ ਭਲਾ ਤਾਂ ਕਰੂਗੀ ਜੇ ਟੈਕਸ ਟੂ GDP ਰੇਸ਼ੋ ਵਧੂਗੀ। ਥੱਲੇ ਵਾਲੀ GDP ਨੂੰ ਵਧਾ ਕੇ ਕੋਈ ਬਹੁਤਾ ਫਾਇਦਾ ਨਹੀਂਗਾ। ਕਿਉਂ ਤੁਸੀਂ ਸੋਚੋਗੇ ਕਿ ਜਾਂ ਦੇਸ਼ ਦੀ ਪੰਜਾਬ ਦੀ GDP ਵਧਾ ਦਿਓ, ਆਮਦਨ ਵਧਾ ਦਿਓ, ਉਹਦੇ 'ਚੋਂ ਟੈਕਸ ਆਪੇ ਵੱਧ ਜਾਊਗਾ। ਜਿੰਨੀ ਆਮਦਨ ਪੰਜਾਬ ਦੀ ਹੈਗੀ ਆ ਉਹਦੇ 'ਚੋਂ ਹੀ ਜੇ ਆਪਾਂ ਚੰਗੇ ਤਰੀਕੇ ਨਾਲ ਟੈਕਸ ਇਕੱਠਾ ਕਰ ਲਈਏ ਤਾਂ ਬਹੁਤ ਜ਼ਿਆਦਾ ਟੈਕਸ ਵੱਧ ਸਕਦਾ ਹੈ। ਤੇ ਸਰਕਾਰ ਦੀਆਂ ਇੰਟੈਂਸ਼ਨਸ ਕਾਫੀ ਚੰਗੀਆਂ ਲੱਗਦੀਆਂ ਜੇ ਹੁਣ ਤੱਕ ਦੇ ਪੁਆਇੰਟ ਆਫ ਵਿਊ ਨਾਲ ਆਪਾਂ ਸਰਕਾਰ ਨੂੰ ਸਮਝੀਏ। ਬਿਕੋਜ਼ ਗਰੀਬਾਂ 'ਤੇ ਕਿਸੇ ਵੀ ਤਰੀਕੇ ਦਾ ਬੋਝ ਪਿਛਲੇ 3-4 ਮਹੀਨਿਆਂ 'ਚ ਨਾ ਪਾ ਕੇ ਸਭ ਤੋਂ ਪਹਿਲਾਂ ਫੜੀ ਵੱਡੇ ਮਗਰਮੱਛ ਆ। ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਤੋਂ ਜ਼ਮੀਨਾਂ ਛਡਾਈਆਂ ਜਾ ਰਹੀਆਂ ਉਹ ਇੱਕ IAS ਸੀਨੀਅਰ IAS ਲੈਵਲ ਦੇ ਅਫਸਰ ਆ, ਸੀਨੀਅਰ ਪੋਲੀਟੀਸ਼ੀਅਨਸ ਆ, ਰਿਟਾਇਰਡ IAS ਅਫਸਰ ਆ, ਰਿਟਾਇਰਡ ਪੋਲੀਟੀਸ਼ੀਅਨਸ ਆ। ਤਾਂ ਵੱਡੇ ਮਗਰਮੱਛ ਜਿਹੜੇ ਆ ਉਹਨਾਂ 'ਤੇ ਸਰਕਾਰ ਦਾ ਹਮਲਾ ਜਿਹੜਾ ਹੈ ਉਹ ਇਹ ਦੱਸਦਾ ਹੈ ਕਿ ਸਰਕਾਰ ਗਰੀਬਾਂ 'ਤੇ ਹਮਲਾ ਕਰਕੇ ਉਹਨਾਂ ਨਾਲ ਪੰਗਾ ਲੈ ਕੇ, ਦੁਸ਼ਮਣੀ ਲੈ ਕੇ ਪੰਗਾ ਨਹੀਂ ਲੈਣਾ ਚਾਹੁੰਦੀ। ਜੇ ਗਰੀਬਾਂ ਦੇ ਅਗੇਂਸਟ ਸਰਕਾਰ ਨੇ 1-2 ਫੈਸਲੇ ਲਏ ਵੀ ਆ, ਜਿਵੇਂ ਉਹ ਰੇਹੜੀਆਂ ਜਿਹੀਆਂ ਬੰਦ ਕਰਨ ਦਾ ਇੱਕ ਫੈਸਲਾ ਸੀਗਾ, ਉਹਨੂੰ ਵੀ ਬਦਲ ਲਿਆ, ਚੰਗੀ ਗੱਲ ਆ। ਅਸੀਂ ਵੀ ਕਹਿੰਦੇ ਆ ਕਿ ਉਹ ਰੇਹੜੀਆਂ ਬੰਦ ਹੋ ਜਾਣ, ਉਹ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਆ, ਪਰ ਉਹਦਾ ਅਲਟਰਨੇਟ ਸਰਕਾਰ ਜ਼ਰੂਰ ਉਹਨਾਂ ਲੋਕਾਂ ਨੂੰ ਕੱਢ ਕੇ ਦੇਵੇ ਜਿਨ੍ਹਾਂ ਦੀ ਮਜਬੂਰੀ ਉਹ ਰੇਹੜੀ ਚਲਾਉਣਾ ਹੈ। ਤਾਂ ਸਰਕਾਰ ਉਹਦਾ ਅਲਟਰਨੇਟ ਬਣਾ ਕੇ ਦੇਵੇ। ਸਰਕਾਰ ਕੋਈ ਐਵੇਂ ਦੀ ਟੈਕਨੋਲੋਜੀ ਲੈ ਕੇ ਆਵੇ ਕਿ ਉਹ ਰੇਹੜੀਆਂ ਆਪਣੇ ਆਪ ਸੇਫ ਹੋ ਜਾਣ, ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੀ ਰੇਸ ਕੰਟਰੋਲ ਦਾ, ਚਲਾਨ ਦਾ ਪ੍ਰਬੰਧ ਕਰਕੇ ਦੇਵੇ। ਠੀਕ ਆ, ਉਹਨਾਂ ਨੂੰ ਕਿਤੇੋਂ ਲਾਇਸੈਂਸ ਲੈਣਾ ਜ਼ਰੂਰੀ ਹੋ ਜੇ ਤੇ ਉਹ ਲਾਇਸੈਂਸ ਉਹਨਾਂ ਨੂੰ ਮਿਲੇ ਹੀ ਤਾਂ ਜੇ ਉਹਨਾਂ ਦੀ ਰੇਸ ਇੱਕ ਲੈਵਲ ਤੋਂ ਵੱਧ ਨਾ ਸਕੇ। ਤਾਂ ਇਹ ਪ੍ਰਬੰਧ ਸਰਕਾਰ ਕਰਕੇ ਦੇਵੇ, ਉਹ ਆਪਣੇ ਆਪ ਉਹਨਾਂ ਦਾ ਸਾਰਾ ਕੰਟਰੋਲ 'ਚ ਆ ਜਾਊਗਾ। ਕਿਸੇ ਚੀਜ਼ ਨੂੰ ਬੰਦ ਨਾ ਕਰੇ, ਸਪੈਸ਼ਲੀ ਉਹ ਚੀਜ਼ ਜਿਹੜੀ ਗਰੀਬਾਂ ਨਾਲ ਜੁੜੀ ਹੋਈ ਆ। ਸੋ ਇਹ ਆ ਸਰਕਾਰ ਦਾ ਅਸਲੀ ਮਕਸਦ, ਟੈਕਸ ਵਧਾ ਦੇਣਾ, ਕਿ ਟੈਕਸ ਦੀ ਕਲੈਕਸ਼ਨ ਵਧਾ ਦਿਓ, ਗੱਲ ਤਾਂ ਬਣੂਗੀ। ਆਹ ਦੱਸੋ ਜੀ, ਕਹਾਣੀ ਕਲੀਅਰ। ਹੁਣ ਅੱਗੇ ਆ ਜਾਓ ਟੈਕਸ ਦੇ ਮਾਮਲੇ 'ਚ। ਅਗਲੀ ਚੀਜ਼ ਕਹਿੰਦੇ ਜੀ
टैक्स के मामले 3 शब्द बहुत जरूरी है, 4 आ बेसिकली। पहले शब्द का नाम है इंसीडेंस, जिन्होंने आप कह दें टैक्स घटना। दूजा टैक्स इंपैक्ट, टैक्स प्रभाव। तीजा टैक्स शिफ्टिंग, टैक्स शिफ्ट करना, एक जाने तो दूजे जाने ते बदला हो जाना। तो अगला है टैक्स बेस, जिन्होंने आप टैक्स आधार कहने हैं। ये 4 टर्मां टैक्स नूं पढ़ते हुए बहुत जरूरी ने। सब तो पहली टर्म जी टैक्स नूं पढ़ते हुए जरूरी आ वो है टैक्स इंसीडेंस। कि वट इज़ दिस टैक्स इंसीडेंस? टैक्स इंसीडेंस है की है? वो शख्स जिहड़ा टैक्स पे करता है उन्होंने आप कहने टैक्स इंसीडेंस, ठीक है। जां टैक्स पे नहीं करता वो शख्स जिहदे ते इस टैक्स का बोझ आता है उन्होंने आप टैक्स इंसीडेंस कहने हैं। इंपैक्ट जिहदे ते उहदा असर दिसदा है उन्होंने आप टैक्स इंपैक्ट कहने हैं। मेरी गल समझ गए? जे टैक्स इंसीडेंस ते इंपैक्ट, टैक्स इंसीडेंस की हुंदा, टैक्स घटना की हुंदी है जिस शख्स ते टैक्स पैंदा है, ते टैक्स इंपैक्ट जिहड़ा उन्होंने पे करता है, ठीक है। जे तो ये दोवें इक्को ही शख्स होए फिर तो डायरैक्ट टैक्स आ, प्रतख कर आ। जे ये दोवें वक्खो वक् शख्स होए फिर ये इनडायरैक्ट टैक्स है, प्रतख कर आ। समझ हजे भी नहीं आया? आ जाओ हुण दोबारा समझते हैं। एक दिल्लियों एक शॉपकीपर दिल्ली गया, दिल्लियों जाके एक टीवी खरीद के लैके आया 50,000 का। तो दिल्ली वाले ਜਿਹੜੇ मेन कंपनी का मालक सीगा उन्हें 50,000 के उपर 10,000 रुपया तो टैक्स ले लिया, 20% के हिसाब नाल 10,000 रुपया टैक्स ले लिया, ठीक है जी। ये टैक्स पिया के ते उस दुकानदार ते जिहड़ा पटियालियों गया दिल्ली, तो दिल्ली जाके की लैके आया? स्पीकर जो की सीगा वो टीवी लैके आया, उहदे ते पिया टैक्स। पल्ले पै गई ये गल, उहदे ते ये टैक्स पै गया, उहदे ते 10,000 रुपया पै गया। वो आया, ठीक है, उन्हें आउंदे ही मैं गया जी टीवी लैन, मैनू कहते टीवी किन्ने का? तो मैं गया, मैनू कहता 80,000 का टीवी आ, उपर 10,000 टैक्स आ। तो असल च टैक्स पिया के ते सीगा उहदे ते दुकानदार ते, तो यदा मैडल पिया के ते, मतलब यदा सन्मान मिलिया किनू? मैनू 80,000 प्लस 10,000। टैक्स इंसीडेंस वो सीगा ते टैक्स इंपैक्ट मैं आ। मेरी गल समझ गए ना? प्रभाव च कौन आया इस टैक्स दे? मैं। दसो ये जिहड़ा टैक्स इस सिस्टम च कलैक्ट होया ये डायरैक्ट टैक्स है कि इनडायरैक्ट टैक्स है? इनडायरैक्ट टैक्स है, प्रतख कर। तो ये किहड़ा टैक्स सी भला जिहड़ा अजकल चल रहा है GST? तो GST ऑटोमैटिकली डायरैक्ट टैक्स की कैटेगरी च फॉल किया कि इनडायरैक्ट टैक्स की कैटेगरी च फॉल होया है? इनडायरैक्ट टैक्स की कैटेगरी च। प्रतख कर इंसीडेंस ते इंपैक्ट अड अड होवे, ठीक है जी। हुण अगे आ जाओ। मेरी कमाई साल की 5 लाख आ, मेरी जी 5 लाख सरकार साल की कमाई आ, इस 5 लाख की कमाई ते मैनू सरकार ने कहा कि तेरा इनकम टैक्स आमदनी कर बनता है 5 लाख का 20%, 10%। तो कितना पर हो गया भला? 50,000। मैनू 50,000 रुपया टैक्स पै गया मेरी इनकम ते, जिहड़ा मैं इनकम टैक्स कहना वो पिया किहदे ते आ? मेरे ते। भरना किन्ने हो? मैं। घरदिਆਂ ने नहीं भरना, ओबवियस ही गल आ। जो 50,000 वाला मैडल मेरे ते पिया है तो भरना भी उन्होंने मैं ही हाँ। बड़ा सिंपल जहा कॉन्सैप्ट आ, बहुत सौखा जहा कॉन्सैप्ट आ कि डायरैक्ट टैक्स की एग्जाम्पल आ इनकम टैक्स। क्यों? इंसीडेंस भी मैं आ, टैक्स घटना भी मेरे नाल ही वापरी आ, तो उस टैक्स का प्रभाव भर के कौन आया? मैं। तो वह प्रभाव भी किहदे ते आ? मेरे ते आ। जदों इंसीडेंस ते इंपैक्ट सेम बंदे ते होवे तो उन्होंने कहते हैं डायरैक्ट टैक्स। इंसीडेंस जो दुकानदार ते आ ते भरना वो मैनू पिया वो आ इनडायरैक्ट टैक्स। फर्क पता लग गया? इंसीडेंस जिहदे ते टैक्स का बोझ पवे ते इंपैक्ट जिहड़ा वो बोझ लावे जाके। ये ना कह दो कि अच्छा जिहदे ते बोझ पऊगा लाऊगा भी उही। एग्जाम्पल देती आ वो भी ला सकता है, की पता वो अपना बोझ किसी होर ते शिफ्ट भी कर दे। इस चलो ये भी एक गल होर। तीजी लाइन पढ़ाउणी नहीं पई मैनू। ये पुछोगे तुसी कि वट इज़ टैक्स शिफ्ट, समझ आ गई गल? तीजे केस च की होया भला? इनडायरैक्ट टैक्स के केस च की सी भला? ऐ प्रतख कर च वो दुकानदार ने अपना टैक्स शिफ्ट करके किहदे ते पाता? मेरे ते। तो जे टैक्स मेरे ते पै गया तो टैक्स की हो गया भला? शिफ्ट हो गया। तीजी गल भी समझ आ गई। चौथी गल आ टैक्स बेस, टैक्स आधार। कर आधार की है? जिन्ने लोग टैक्स के दायरे च आउंदे आ वो टैक्स आधार हुंदा है। पंजाबी च मैनूं ये दसोगे कि भारत च डायरैक्ट टैक्स के दायरे च लोग ज़्यादा आ कि इनडायरैक्ट टैक्स के दायरे च लोग ज़्यादा आ? इनडायरैक्ट टैक्स दे, क्योंकि इनडायरैक्ट टैक्स तो रेहड़ी वाला भी दिंदा है, दुकानदार भी दिंदा है, मैं भी तुसीं भी। जिहड़ा पेस्ट खरीद के लिआया GST देता, जिहड़ा बंदा पेस्ट खरीद के लैके आऊगा GST दूगा, पर जिहड़ा बंदा पेस्ट खरीद के लैके आया है या जिहड़ा बंदा ब्रश खरीद के लैके आया है या साबण खरीद के लैके आया है, कि वो बंदा पर्सनल इनकम टैक्स दिंदा है? नहीं। पर्सनल इनकम टैक्स तो तुसीं उदों दोगे किन्नियां शुरू च जे तुहाडी 35,000 सैलरी हुई तो 35 30 के हिसाब नाल 12 30 36 शुरू च तो तुसीं इस टैक्स के दायरे च नहीं आउंदे, 3 साल नहीं आउंदे। आ जदों नौकरियां मिलदियां उदों तो तुसीं टैक्स के दायरे च बच जाओगे।
3 ਸਾਲ ਬਾਅਦ ਤੁਹਾਨੂੰ ਪਹਿਲੀ ਵਾਰੀ ਚਿੰਤਾ ਹੋਊਗੀ ਜਦੋਂ ਤੁਹਾਡੀ ਤਨਖਾਹ 50-60 ਹਜ਼ਾਰ ਹੋ ਗਈ, ਫਿਰ ਤੁਸੀਂ 60 ਨੂੰ 12 ਨਾਲ ਕਰੋਗੇ 7,20,000, ਫਿਰ ਕਹੋਗੇ ਕਿ ਅੱਛਾ ਹੁਣ ਸਰਕਾਰ ਸਾਡੇ ਤੋਂ ਟੈਕਸ ਵੀ ਲਊਗੀ। ਤਾਂ ਉਦੋਂ ਤੁਹਾਡੇ ਤੋਂ ਪਹਿਲੀ ਵਾਰੀ ਟੈਕਸ ਦਾ ਮੈਡਲ ਪਊਗਾ ਡਾਇਰੈਕਟ ਟੈਕਸ ਦਾ। ਇਨਡਾਇਰੈਕਟ ਟੈਕਸ ਤਾਂ ਤੁਸੀਂ ਅੱਜ ਵੀ ਪੇ ਕਰ ਰਹੇ ਹੋ, ਅੱਜ ਵੀ ਸਾਬਣ ਖਰੀਦ ਲਓ ਇਨਡਾਇਰੈਕਟ ਟੈਕਸ ਭਰ ਆਏ, ਪਰ ਡਾਇਰੈਕਟ ਟੈਕਸ ਜਿਹੜਾ ਹੈ ਉਹਦਾ ਜ਼ਿਆਦਾ ਦੁੱਖ ਲੱਗਦਾ ਹੈ, ਉਹ ਜ਼ਿਆਦਾ ਮੂੰਹ ਤਾਰਦਾ ਹੈ। ਕਿਉਂ? ਇੰਸੀਡੈਂਸ ਵੀ ਤੁਸੀਂ ਤੇ ਇੰਪੈਕਟ ਵੀ ਤੁਹਾਡੇ ਤੇ, ਠੀਕ ਆ। ਇਨਡਾਇਰੈਕਟ ਟੈਕਸ ਨਹੀਂ ਇੰਨਾ ਸ਼ਕਲ ਉਤਾਰਦਾ, ਕਿਉਂ? ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, ਸਾਨੂੰ ਐਂ ਲੱਗਦਾ ਕਿ 60 ਰੁਪਏ ਦੀ ਇਕੱਲੀ ਪੇਸਟ ਖਰੀਦ ਕੇ ਲੈ ਕੇ ਆਏ ਆ, ਪਰ ਉਹਦਾ ਬਾਅਦ 'ਚ ਪਤਾ ਲੱਗਦਾ ਹੈ ਕਿ ਇਸ 60 ਰੁਪਏ 'ਚ ਟੈਕਸ ਬਾਈ ਡਿਫਾਲਟ ਇਨਕਲੂਡਡ ਹੈ ਇਹਦੇ 'ਚ। ਆਹ ਗੱਲ ਸਮਝ ਆ ਗਈ? ਸੋ 4 ਟਰਮਾਂ ਟੈਕਸ ਨਾਲ ਸੰਬੰਧਿਤ। ਦੇਖੋ ਟੈਕਸ ਹੈ ਕੀ ਆ, ਇਹਦੇ ਨਾਲ ਸੰਬੰਧਿਤ ਹਰ ਗੱਲ ਜਿਹੜੀ ਆ, ਮੈਂ ਕਹਿੰਦਾ ਟੈਕਸ ਤਾਂ ਮੈਂ ਅੱਗੇ ਜਾ ਕੇ ਆਪੇ ਪੜ੍ਹਾ ਦੂੰਗਾ ਕਿ ਇਨਕਮ ਟੈਕਸ ਕੀ ਹੁੰਦਾ ਹੈ, ਫਲਾਂ ਕੀ ਹੁੰਦਾ, ਢਮਕਾਂ ਕੀ ਆ, ਆਹ ਕੀ ਆ, ਉਹ ਕੀ ਆ, ਐਵੇਂ ਕੀ ਆ, ਉਵੇਂ ਕੀ ਆ। ਪਰ ਸਭ ਤੋਂ ਪਹਿਲਾਂ ਜ਼ਰੂਰੀ ਕੀ ਹੈ ਭਲਾ ਕਿ ਟੈਕਸ ਨਾਲ ਸੰਬੰਧਿਤ ਹਰ ਇੱਕ ਗੱਲ ਜਿਹੜੀ ਆ ਉਹ ਤੁਹਾਡੇ ਦਿਮਾਗ 'ਚ ਪੈ ਜੇ, ਫੇਰ ਹੀ ਟੈਕਸ ਵਾਲਾ ਚੈਪਟਰ ਜਿਹੜਾ ਜੀ ਉਹਨੂੰ ਪੜ੍ਹਨ ਦਾ ਸਵਾਦ ਆ, ਠੀਕ ਆ। ਨੈਕਸਟ ਉਸ ਤੋਂ ਅੱਗੇ ਆ ਜਾਓ। ਵੈਸੇ ਵੀ ਇਹ ਚੀਜ਼ ਬਹੁਤ ਜ਼ਰੂਰੀ ਆ, ਠੀਕ ਆ, ਕਿਉਂਕਿ ਇੱਕ ਉਹਦਾ ਐਕਸਾਈਜ਼ ਦਾ ਪੇਪਰ ਵੀ ਆ ਰਿਹਾ, ਤੇ ਐਕਸਾਈਜ਼ ਵਾਲੇ ਪੇਪਰ 'ਚ ਪਿਛਲੀ ਵਾਰ ਵੀ ਇਹਦੇ 3 ਤੋਂ 4 ਸਵਾਲ ਆਏ ਸੀ। ਸਵਾਲ ਐਰਕੀ ਵੀ 40 ਨੰਬਰ 'ਚ ਐਕਸਟਰਾ ਐਕਸਾਈਜ਼ ਦੇ ਪੇਪਰ 'ਚ ਇਹਦੇ 'ਚੋਂ ਬਹੁਤ ਆਉਣੇ ਆ, ਠੀਕ ਆ। ਸੋ ਮੈਂ ਉਹਦੀ ਵੀ ਸਟ੍ਰੈਟਜੀ ਨਾਲ ਦੀ ਨਾਲ ਤੁਹਾਡੇ ਨਾਲ ਡਿਸਕਸ ਕਰਦਾ ਜਾਊਂਗਾ। ਬਿਕੋਜ਼ ਇੱਕ ਗੱਲ ਯਾਦ ਰੱਖਿਓ, ਤੁਸੀਂ ਕਿਹੜਾ ਪੇਪਰ ਦੇਣਾ ਹੈ ਇਹ ਪੜ੍ਹਾਉਣ ਵਾਲੇ ਨੂੰ ਜ਼ਰੂਰ ਪਤਾ ਹੋਵੇ, ਬਿਕੋਜ਼ ਉਹ ਉਸੇ ਦੇ ਅਕੋਰਡਿੰਗ ਹੀ ਤੁਹਾਡੀ ਸਟ੍ਰੈਟਜੀ ਸੈੱਟ ਕਰਕੇ ਦੇ ਸਕਦਾ ਹੈ। ਤੇ ਮੈਂ ਪਹਿਲਾਂ ਵੀ ਇੱਕ ਗੱਲ ਕਿਹਾ ਕਿ ਜਿਹੜਾ ਬੰਦਾ ਆਪਣੇ ਨਾਲ ਮੇਰੀ ਰੈਫਰ ਕੀਤੀਆਂ ਹੋਈਆਂ ਬੁੱਕਸ ਦੇ MCQs ਸੋਲਵ ਨਹੀਂ ਕਰੂਗਾ, ਜ਼ਰੂਰੀ ਨਹੀਂ ਹੋ ਕਿ ਆਪਣੇ ਇੰਸਟੀਚਿਊਟ ਦੀਆਂ, ਹੁਣ ਤੁਹਾਡੇ ਕੋਲ ਕੋਈ ਵੀ ਕਿਤਾਬ ਪਈ ਆ, ਤੁਸੀਂ ਉਹ ਲਿਆ ਕੇ ਮੈਨੂੰ ਚੈੱਕ ਕਰਾ ਸਕਦੇ ਹੋ ਕਿ ਹਾਂ ਆਹ ਕਿਤਾਬ ਆ ਸਾਡੇ ਕੋਲ, ਚੈੱਕ ਕਰਕੇ ਦੱਸੋ ਕਿ ਇਹਦੇ MCQs ਸਾਡੇ ਵਾਸਤੇ ਠੀਕ ਆ, ਲੈਵਲ ਸਹੀ ਹੈ ਇਹਦਾ। ਜ਼ਰੂਰੀ ਨਹੀਂ ਕਿ ਮੇਰੀ ਕਹੀ ਹੋਈ ਕਿਤਾਬ ਹੀ ਮੇਰੀ ਹੀ ਰਿਕਮੈਂਡ ਕੀਤੀ ਹੋਈ ਕਿਤਾਬ ਕਰਨੀ ਹੈ ਤੁਸੀਂ। ਬਸ ਇਹ ਯਾਦ ਰੱਖਿਓ, ਪੇਪਰ ਕਲੀਅਰ ਕਰਨੇ ਆ ਤਾਂ ਘੱਟੋ ਘੱਟ ਇੱਕ ਸਬਜੈਕਟ ਦੇ 2-2 ਹਜ਼ਾਰ ਜਾਂ 1500 1000 MCQs ਤੁਸੀਂ ਆਪ ਕੀਤੇ ਹੋਣ। ਫਿਰ ਉਸ ਤੋਂ ਬਾਅਦ ਟੈਸਟ ਸੀਰੀਜ਼ ਲਾਈ ਜਾਵੇ ਜਿਹੜੀ ਆਪਾਂ ਉਸ ਪੇਪਰ ਨਾਲ ਸੰਬੰਧਿਤ ਬਣਾਈ ਜਾਊਗੀ। ਜਿਵੇਂ ਸਪੋਜ਼ ਕਰੋ ਹੁਣ ਆਪਣੀ ਇਸ ਟਾਈਮ ਨੈਬ ਤਹਿਸੀਲਦਾਰ ਦੀ ਟੈਸਟ ਸੀਰੀਜ਼ ਚੱਲ ਰਹੀ ਹੈ, ਜਿਨ੍ਹਾਂ ਨੇ ਨੈਬ ਤਹਿਸੀਲਦਾਰ ਦਾ ਪੇਪਰ ਦੇਣਾ ਹੈ, ਤੁਸੀਂ ਉਹਨਾਂ 'ਚੋਂ ਕਿਸੇ ਵੀ ਇੱਕ ਨੂੰ ਜਿਨ੍ਹਾਂ ਨੇ ਟੈਸਟ ਸੀਰੀਜ਼ ਦੇ ਮੇਰੇ ਕੁਐਸਚਨਸ ਕੀਤੇ ਆ, ਇੱਕ ਵੀ ਜਾਣੇ ਨੂੰ ਪੁੱਛ ਕੇ ਦੇਖ ਲਓ ਕਿ ਇਸ ਟੈਸਟ ਸੀਰੀਜ਼ ਦਾ ਹੋਰ ਕਿਸੇ ਵੀ ਇੰਸਟੀਚਿਊਟ ਦੀ ਟੈਸਟ ਸੀਰੀਜ਼ ਦੀ ਕੁਆਲਿਟੀ ਨਾਲੋਂ ਕੋਈ ਫਰਕ ਹੈਗਾ ਕਿ ਨਹੀਂ। ਤਾਂ ਇੱਕ ਟੈਸਟ ਸੀਰੀਜ਼ ਉਸ ਲੈਵਲ ਦੀ ਤਿਆਰ ਕੀਤੀ ਆ ਜਿਹੜੇ ਲੈਵਲ ਦਾ ਪੇਪਰ ਆਉਣਾ ਹੈ। ਟੈਸਟ ਪਏ ਹੋਏ ਆ, ਅੱਜ ਨਾ ਖੋਲ੍ਹ ਕੇ ਦੇਖਿਓ, 22 ਤਰੀਕ ਨੂੰ ਨੈਬ ਦਾ ਪੇਪਰ ਹੋਊਗਾ, ਉਸ ਤੋਂ ਬਾਅਦ ਖੋਲ੍ਹ ਕੇ ਦੇਖਿਓ ਤੇ ਫਿਰ ਪਤਾ ਲੱਗੂਗਾ ਕਿ ਕਿਹਦੇ ਨਾਲ ਜ਼ਿਆਦਾ ਰਿਜ਼ੈਂਬਲ ਕਰਦੀ ਆ। ਬਿਕੋਜ਼ ਜਿਸ ਲੈਵਲ ਦਾ ਪੇਪਰ ਆ ਉਸ ਲੈਵਲ ਦੀ ਟੈਸਟ ਸੀਰੀਜ਼ ਹੋਊਗੀ। ਜੇ PSSB ਦਾ ਪੇਪਰ ਆ ਤਾਂ PSSB ਦੇ ਲੈਵਲ ਦੀ ਹੀ ਟੈਸਟ ਸੀਰੀਜ਼ ਆਪਾਂ ਸੈੱਟ ਕਰਾਂਗੇ। ਮੈਂ ਹਜੇ ਵੀ ਕਹਿ ਰਿਹਾ ਕਿ ਜਿਹੜੇ ਪੇਪਰ ਦੀ ਤਿਆਰੀ ਕਰਨੀ ਆ ਪ੍ਰੋਪਰ ਗਾਈਡੈਂਸ ਲੈ ਕੇ ਕਰਿਓ। ਇਹ ਨਾ ਹੋਵੇ ਕਿ ਜੀ ਆਪਣੇ ਹਿਸਾਬ ਨਾਲ ਕਰ ਲਾਂਗੇ, ਆਪਣੇ ਹਿਸਾਬ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪਰ ਆਪਣੇ ਹਿਸਾਬ ਨਾਲ ਲੱਗਣਾ ਬਹੁਤ ਔਖਾ ਹੈ, ਠੀਕ ਆ। ਕਿਉਂਕਿ ਇਹ ਅੱਜ ਦੇ ਟਾਈਮ 'ਚ ਇਹ ਸਮਾਰਟ ਵਰਕ ਆ। ਮੇਰਾ ਮਤਲਬ ਇਹ ਨਹੀਂ ਕਿ ਸਿਰਫ ਮੇਰੇ ਕੋਲੋਂ, ਜਿਹਦੇ ਕੋਲੋਂ ਤੁਹਾਨੂੰ ਲੱਗਦਾ ਕਿ ਹਾਂ ਆਹ ਬੰਦਾ ਸਾਨੂੰ ਚੰਗੀ ਤਰ੍ਹਾਂ ਗਾਈਡ ਕਰ ਸਕਦਾ ਹੈ, ਤੁਸੀਂ ਉਹਦੇ ਤੋਂ ਜ਼ਰੂਰ ਗਾਈਡੈਂਸ ਲਓ। ਤੇ ਹਰ ਸਬਜੈਕਟ ਇੰਪੋਰਟੈਂਟ ਆ। ਜਿਹੜੇ ਪੇਪਰ ਆ 5 ਤੋਂ 10 ਦਿਨਾਂ 'ਚ ਆਊਟ ਹੋ ਰਹੇ ਆ, ਉਹਨਾਂ ਨੂੰ ਲੈ ਕੇ ਆਪਣੀ ਸਟ੍ਰੈਟਜੀ ਸ਼ਾਨਦਾਰ ਤਰੀਕੇ ਨਾਲ ਬਣਾਓ ਤੇ ਉਸੇ ਸਟ੍ਰੈਟਜੀ ਤੇ ਚੱਲੋ ਬਸ, ਠੀਕ ਆ। ਇਹ ਨਾ ਹੋਵੇ ਕਿ ਰਾਹ ਜਾਂਦੇ ਕਿਸੇ ਹੋਰ ਦੀ ਕੋਈ ਕਿਤਾਬ ਦੇਖ ਲਈ ਉੱਧਰ ਨੂੰ ਤੁਰ ਪਏ, ਕਿਸੇ ਨੇ ਆਹ ਕਹਿਤਾ ਕਿ ਆਹ ਦੇਖ ਉੱਧਰ ਨੂੰ ਹੋ ਗਏ, ਠੀਕ ਆ। ਜਿੱਥੇ ਵੀ ਤੁਹਾਡਾ ਸਿਸਟਮ ਸੈੱਟ ਆਇਆ ਹੋਇਆ ਹੈ, ਕਿਤੇ ਵੀ ਤੁਸੀਂ ਸੈੱਟ ਆ ਰਿਹਾ ਹੈ, ਕਈ ਵਾਰੀ ਕੋਈ ਬੰਦਾ ਇਹ ਹੁੰਦਾ ਨਾ ਕਿ ਹਾਂ ਜੀ ਤੁਸੀਂ ਮੈਥ ਪੜ੍ਹਾਇਆ, ਸਾਨੂੰ ਤੁਹਾਡੇ ਤੋਂ ਮੈਥ ਪੜ੍ਹਿਆ ਸੀ ਪਰ ਜਚਿਆ ਨਹੀਂ। ਯਾਰ ਜੇ ਮੇਰਾ ਪੜ੍ਹਾਇਆ ਮੈਥ ਨਹੀਂ ਜਚਿਆ ਤਾਂ ਇਹ ਵੀ ਉਨੀ ਹੀ ਵਧੀਆ ਗੱਲ ਆ ਜਿੰਨਾ ਕਿਸੇ ਹੋਰ ਦਾ ਪੜ੍ਹਾਇਆ ਹੋਇਆ ਮੈਥ ਕਿਸੇ ਹੋਰ ਨੂੰ ਨਾ ਜੱਚ ਕੇ ਮੇਰਾ ਮੈਥ ਜੱਚ ਜਾਂਦਾ ਹੈ। ਬਸ ਗੱਲ ਸਿਰਫ ਇੰਨੀ ਕਾ ਕਿ ਉਹ ਨਿਕਲਣਾ ਚਾਹੀਦਾ ਤੁਹਾਡਾ ਸਵਾਲ, ਚਾਹੇ ਉਹ ਮੇਰੇ ਪੜ੍ਹਾਏ ਤਰੀਕੇ ਨਾਲ ਨਿਕਲੇ ਭਾਵੇਂ ਕਿਸੇ XYZ ਦੇ ਪੜ੍ਹਾਏ ਤਰੀਕੇ ਨਾਲ ਨਿਕਲਦੇ, ਚੀਜ਼ ਸਮਝ ਆਉਣੀ ਚਾਹੀਦੀ ਆ। ਪੇਪਰ 'ਚ ਸਵਾਲ ਨਿਕਲਣੇ ਚਾਹੀਦੇ ਆ, ਇਹ ਅਖੀਰਲਾ ਸੱਚ ਆ, ਠੀਕ ਆ। ਨੌਕਰੀ ਲੱਗ ਗਈ ਤੁਹਾਡੀ, ਫੋਨ ਜਿਹਦੇ ਕੋਲ ਤੁਸੀਂ ਮੈਥ ਪੜ੍ਹਿਆ ਹੋਊਗਾ ਉਹ ਵੀ ਫੋਨ ਕਰੂਗਾ ਕਿ ਫਲਾਣੇ ਆਹ ਕੰਮ ਕਰਦੇ, ਮੈਂ ਵੀ ਕਰੂੰਗਾ, ਠੀਕ ਆ। ਤਾਂ ਮੁੱਕਦੀ ਗੱਲ ਇਹ ਆ ਕਿ ਫਾਇਦਾ ਜਦੋਂ ਤੁਹਾਡੇ ਤੋਂ ਨੌਕਰੀ ਲੱਗਣ ਤੋਂ ਬਾਅਦ ਸਾਰਿਆਂ ਨੇ ਲੈਣਾ ਹੈ, ਤਾਂ ਫਿਰ ਤੁਸੀਂ ਇਹ ਨਾ ਦੇਖੋ ਕਿ ਇੱਥੇ ਹੀ ਕਰਨਾ ਜਾਂ ਉੱਥੇ ਹੀ ਕਰਨਾ ਹੈ। ਐਟ ਦੀ ਐਂਡ ਜੋ ਨਿਕਲਦਾ ਕਰੋ, ਪਰ ਵੱਧ ਤੋਂ ਵੱਧ ਹਰ ਚੈਪਟਰ ਦੇ ਸਬਜੈਕਟ ਦੇ ਸਵਾਲ ਕਰਨੇ ਆ। ਜਿੱਥੋਂ ਤੱਕ ਪੰਜਾਬ ਦੇ MCQs ਆ, ਕਿਉਂਕਿ ਪੰਜਾਬ ਇੱਕ ਇਹੋ ਜਿਹਾ ਟੌਪਿਕ ਆ ਜਿਹਦੇ MCQs ਬਾਜ਼ਾਰ 'ਚ ਜਾਂ ਤਾਂ ਮਿਲਦੇ ਨਹੀਂ, 1-2 ਕਿਤਾਬਾਂ ਹੈਗੀਆਂ ਜਿਨ੍ਹਾਂ ਦੇ ਮੈਂ ਨਾਂ ਤਾਂ ਨਹੀਂ ਲਊਂਗਾ, ਪਰ ਉਹਨਾਂ ਦੇ MCQs ਪਹਿਲੀ ਗੱਲ ਤੋਂ ਕਿਸੇ ਪੱਧਰ ਦੇ ਹੈ ਨਹੀਂ। ਇੱਕ ਅੱਧੀ ਕਿਤਾਬ ਪੰਜਾਬ ਦੀ ਉਹਦੇ 'ਚ ਹੈਗੀ ਆ ਵਧੀਆ ਲੈਵਲ ਦੀ, ਜਿਹਦੇ ਸਵਾਲਾਂ ਦੇ ਆਨਸਰ ਵੀ ਗਲਤ ਨਹੀਂ ਗਏ, ਠੀਕ ਆ। ਉਹਦਾ ਮੈਂ ਨਾਮ ਲੈ ਸਕਦਾ ਵਾਈਬ੍ਰੈਂਟ ਪੰਜਾਬ।
ਵਾਈਬ੍ਰੈਂਟ ਪੰਜਾਬ ਇੱਕ ਇਹੋ ਜਿਹੀ ਕਿਤਾਬ ਆ ਬਾਜ਼ਾਰ 'ਚ, ਮੈਨੂੰ ਨਹੀਂ ਪਤਾ ਕਿਹੜੇ ਇੰਸਟੀਚਿਊਟ ਵਾਲਿਆਂ ਦੀ ਹੈ ਜਾਂ ਕਿੰਨਾ ਨੇ ਛਾਪੀ ਆ, ਹਾਂ ਬਟ ਇਹ ਆ ਕਿ ਜਿਹੜੇ ਤਾਂ ਪੰਜਾਬੀ 'ਚ MCQs ਕਰਨਾ ਚਾਹੁੰਦੇ ਆ ਉਹ ਤਾਂ ਆਪਣੇ ਹੀ ਆ ਜਾਣੇ ਆ। ਇੰਗਲਿਸ਼ 'ਚ MCQs ਕਰਨਾ ਚਾਹੁੰਦੇ ਹੋ ਭਾਵੇਂ ਆਪਣੇ ਇੰਸਟੀਚਿਊਟ ਵਾਲੇ MCQs ਕਰ ਲਿਓ, ਕੋਈ ਪ੍ਰੋਬਲਮ ਨਹੀਂ। ਬਾਜ਼ਾਰ 'ਚੋਂ ਕਿਤਾਬ ਲੈਣੀ ਹੈ ਤਾਂ ਵਾਈਬ੍ਰੈਂਟ ਪੰਜਾਬ, ਇਸ ਤੋਂ ਬਿਨਾਂ ਬਾਕੀ ਸਾਰੀਆਂ ਕਿਤਾਬਾਂ ਬਾਜ਼ਾਰ 'ਚ ਬਹੁਤ ਰੱਦੀ ਲੈਵਲ ਦੇ ਕੁਐਸਚਨ ਆ ਪੰਜਾਬ ਦੇ, ਤੇ ਕਿਸੇ ਕੰਮ ਦੇ ਕੁਐਸਚਨ ਨਹੀਂ, ਤੇ ਜੇ ਹੈਗੇ ਵੀ ਆ ਤੇ ਬਹੁਤ ਸਾਰੇ ਉਹਨਾਂ ਦੇ ਆਨਸਰ ਗਲਤ ਆ, ਕਿਸੇ ਕੰਮ ਦੀਆਂ ਕਿਤਾਬਾਂ ਨਹੀਂ, ਠੀਕ ਆ। ਉਹ ਇੱਕ ਕਿਤਾਬ ਆ ਜਿਹਦੇ ਕੁਛ ਕੁ ਆਨਸਰ ਜੇ ਛੱਡ ਦਈਏ, ਨਾ ਮਾਤਰ ਜੇ ਆਨਸਰ ਜੇ ਛੱਡ ਦਈਏ ਤਾਂ ਗਲਤ ਆ, ਬਾਕੀ ਸਾਰੇ ਸਹੀ ਆ। ਬਾਕੀ ਮੈਂ GK ਨੂੰ ਲੈ ਕੇ ਅਕਸਰ ਰਿਕਮੈਂਡ ਕਰਦਾ ਹੁੰਦਾ ਕਿ ਜੇ PSSB ਤੇ ਪੰਜਾਬ ਪੁਲਿਸ ਦੀ ਤਿਆਰੀ ਕਰਨੀ ਆ ਤੇ ਇੰਗਲਿਸ਼ ਦੇ MCQs ਕਰਨਾ ਚਾਹੁੰਦੇ ਹੋ ਤਾਂ ਰਕੇਸ਼ ਯਾਦਵ ਦੀ ਕਿਤਾਬ ਸਭ ਤੋਂ ਬੈਸਟ ਆ GK ਦੀ, ਠੀਕ ਆ। ਮੈਥ ਰੀਜ਼ਨਿੰਗ ਨੂੰ ਲੈ ਕੇ ਅਕਸਰ ਮੈਂ ਇੱਕ ਕਿਤਾਬ ਤੁਹਾਨੂੰ ਡਿਸਕਸ ਕੀਤੀ ਸੀ ਤੁਹਾਡੇ ਨਾਲ, ਠੀਕ ਆ, ਕਿ ਛੋਟੀ ਜੀ ਕਿਤਾਬ ਆ ਮੈਥ ਤੇ ਰੀਜ਼ਨਿੰਗ ਦੀ, ਠੀਕ ਆ। ਐਪ ਦੇ ਵਿੱਚ ਉਹਦੀ ਫੋਟੋ ਵੀ ਸ਼ੇਅਰ ਕੀਤੀ ਹੈ ਮੈਂ ਚੈਟ ਬਾਕਸ 'ਚ, ਤੁਸੀਂ ਜਿਹੜੇ ਵੀ ਗਰੁੱਪ 'ਚ ਹੈਗੇ ਹੋ ਤਾਂ ਉਹਦੇ ਚੈਟ ਬਾਕਸ 'ਚ ਉਹਦੀ ਫੋਟੋ ਵੀ ਸ਼ੇਅਰ ਕੀਤੀ ਹੋਈ ਹੈ। ਇਹ ਉਹਨਾਂ ਵਾਸਤੇ ਕਿਤਾਬ ਆ ਜਿਨ੍ਹਾਂ ਨੇ ਇੱਕ ਵਾਰੀ ਮੈਥ ਰੀਜ਼ਨਿੰਗ ਪੜ੍ਹਿਆ ਹੋਇਆ ਹੈ। ਜਿਨ੍ਹਾਂ ਨੇ ਪਹਿਲੀ ਵਾਰ ਪੜ੍ਹਨਾ ਹੈ ਉਹ ਇੱਕ ਵਾਰ RS ਅਗਰਵਾਲ ਜ਼ਰੂਰ ਕਰ ਲੈਣ। RS ਅਗਰਵਾਲ ਦੀ ਇੱਕ ਨਵੀਂ ਕਿਤਾਬ ਆਉਂਦੀ ਹੈ ਕੁਆਂਟੀਟੇਟਿਵ ਐਪਟੀਟਿਊਡ ਦੀ, ਇੱਕ ਪੁਰਾਣੀ। ਪੰਜਾਬ ਦੇ ਪੇਪਰਾਂ ਦਾ ਲੈਵਲ ਇੰਨਾ ਉੱਚਾ ਨਹੀਂਗਾ ਮੈਥ ਰੀਜ਼ਨਿੰਗ 'ਚ ਕਿ ਮੈਥ ਦੀ ਨਵੀਂ ਕਿਤਾਬ ਲਈ ਜਾਵੇ। ਇੱਕ ਆਹ ਜਿਹੜੀ ਕਿਤਾਬ ਆਪਣੀ, ਠੀਕ ਆ, ਇਹ ਪੁਰਾਣੀ ਕੁਆਂਟੀਟੇਟਿਵ ਐਪਟੀਟਿਊਡ ਦੀ ਕਿਤਾਬ ਆ, ਪੁਰਾਣੀ ਐਡੀਸ਼ਨ ਦੀ। ਇਹ ਕਿਤਾਬ ਮੋਰ ਦੈਨ ਸਫੀਸ਼ੀਐਂਟ ਆ ਮੈਥ ਰੀਜ਼ਨਿੰਗ ਵਾਸਤੇ। ਨਵੀਂ ਕਿਤਾਬ, ਗੱਲ ਇਹ ਨਹੀਂ ਕਿ ਮਹਿੰਗੀ ਜ਼ਿਆਦਾ ਹੈ ਤਾਂ ਬਹੁਤ ਵਧੀਆ ਹੈ, ਪੰਜਾਬ ਦੇ ਪੇਪਰਾਂ ਲਈ ਵਧੀਆ ਨਹੀਂ ਗੀ, ਬਿਕੋਜ਼ ਪੰਜਾਬ ਦੇ ਪੇਪਰਾਂ ਦਾ ਲੈਵਲ ਮੈਥ ਦਾ ਇਹਦੇ ਤੋਂ ਵੀ ਬਾਹਰ ਨਹੀਂ ਜਾਂਦਾ। ਦੂਜੀ ਗੱਲ, ਘੱਟ ਕਰੋਗੇ ਤਾਂ ਦੂਜੇ ਸਬਜੈਕਟਾਂ ਲਈ ਟਾਈਮ ਬਚਾ ਲਓਗੇ। ਤਾਂ ਪੰਜਾਬ 'ਚ ਇਹ ਤਾਂ ਹੈ ਨਹੀਂ SSC ਵਾਂਗ ਕਿ ਬਈ 200 ਸਵਾਲ ਮੈਥ ਦਾ ਆਉਣਾ ਹੈ, 25 ਸਵਾਲ ਮੈਥ ਦੇ ਆਉਣੇ ਆ, ਤੇ ਉਸੇ ਹਿਸਾਬ ਨਾਲ ਆਪਾਂ ਨੂੰ ਉਸ ਲੈਵਲ ਦੀ ਹੀ ਕਿਤਾਬ ਕਰਨੀ ਚਾਹੀਦੀ ਹੈ ਕਿ ਦੂਜੇ ਸਬਜੈਕਟਾਂ ਵਾਸਤੇ ਟਾਈਮ ਬਚ ਜੇ, ਠੀਕ ਆ। ਛੱਡੋ ਸਾਰਾ ਕੁਝ, ਆਪਣੇ ਟੌਪਿਕ ਤੇ ਵਾਪਸ ਆਉਣੇ ਆ। ਇਹ ਮੈਂ ਨਾਲ ਗਾਈਡੈਂਸ ਇਸ ਕਰਕੇ ਦੇ ਰਿਹਾ ਕਿਉਂਕਿ ਹੁਣ ਪੇਪਰਾਂ ਦਾ ਮੌਸਮ ਆ ਗਿਆ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਬੰਦਾ ਇਸ ਕਰਕੇ ਪੇਪਰਾਂ ਤੋਂ ਰਹਿ ਜੇ ਕਿ ਉਹਨੂੰ ਪ੍ਰੋਪਰ ਗਾਈਡੈਂਸ ਨਾ ਮਿਲੇ, ਚਾਹੇ ਕੋਈ ਕਿਤੇ ਵੀ ਪੜ੍ਹ ਰਿਹਾ ਹੋਵੇ, ਕਿਤੇ ਗਾਈਡੈਂਸ 'ਚ ਸਕਿਪ ਨਾ ਮਿਸ ਨਾ ਹੋ ਜਾਏ ਉਹਦੀ ਗਾਈਡੈਂਸ। ਆ ਜਾਓ ਜੀ ਅੱਗੇ, ਸਮਾਂ ਪਾ ਕੇ ਅੱਗੇ ਚੱਲਦੇ ਹਾਂ। ਕਹਿੰਦਾ ਜੀ ਮੈਂ ਭਾਰਤ 'ਚ ਜੇ ਟੈਕਸ ਸਿਸਟਮ ਦੀ ਗੱਲ ਕਰਾਂ ਤਾਂ ਇੰਡੀਆ 'ਚ ਜੇ ਮੈਂ ਟੈਕਸ ਸਿਸਟਮ ਬਾਰੇ ਦੇਖਾਂ ਤਾਂ ਇੰਡੀਆ 'ਚ ਟੈਕਸ ਸਿਸਟਮ ਨੂੰ ਲੈ ਕੇ, ਭਾਰਤ 'ਚ ਟੈਕਸ ਨੂੰ ਲੈ ਕੇ ਵੱਖਰੇ ਲੈਵਲ ਤੇ ਵੱਖਰੀਆਂ ਕਮੇਟੀਆਂ ਬਣੀਆਂ। ਜਦੋਂ 1947 'ਚ ਸਾਡਾ ਦੇਸ਼ ਆਜ਼ਾਦ ਹੋਇਆ ਨਾ, ਜਦੋਂ 1947 'ਚ ਸਾਡਾ ਦੇਸ਼ ਆਜ਼ਾਦ ਹੋਇਆ ਤਾਂ 1950 ਤੱਕ ਤੇ ਅਸੀਂ ਆਪਣਾ ਸੰਵਿਧਾਨ ਹੀ ਲਿਖਿਆ ਮਸਾਂ, ਠੀਕ ਆ। 1950 ਤੱਕ ਤੇ ਅਸੀਂ ਮਸਾਂ ਆਪਣਾ ਸੰਵਿਧਾਨ ਹੀ ਤਿਆਰ ਕੀਤਾ ਤੇ ਸੰਵਿਧਾਨ ਦੇ ਵਿੱਚ ਟੈਕਸ ਨੂੰ ਲੈ ਕੇ ਵੱਖਰੀਆਂ ਅਸੀਂ ਗੱਲਾਂ ਕੀਤੀਆਂ। ਕਿਵੇਂ ਭਲਾ ਕਿ ਜੀ ਆਹ ਟੈਕਸ ਸੈਂਟਰ ਸਰਕਾਰ ਦੇ ਆ, ਆਹ ਟੈਕਸ ਸਟੇਟ ਸਰਕਾਰ ਦੇ ਆ, ਇਹ ਦੋਵਾਂ ਦੇ ਸਾਂਝੇ ਟੈਕਸ ਹੋਣਗੇ। ਪਰ ਕਿਤੇ ਨਾ ਕਿਤੇ ਟੈਕਸ ਨੂੰ ਲੈ ਕੇ ਕਿਤੇ ਨਾ ਕਿਤੇ ਕੁਛ ਨਾ ਕੁਛ ਕਮੀਆਂ ਸੀਗੀਆਂ। ਫਿਰ ਅਸੀਂ ਟੈਕਸ ਸਿਸਟਮ 'ਚ ਸੁਧਾਰ ਕਰਨੇ ਸ਼ੁਰੂ ਕੀਤੇ। ਅਸੀਂ ਆਪਣੇ ਦੇਸ਼ ਦੇ ਟੈਕਸ ਸਿਸਟਮ 'ਚ ਸੁਧਾਰ ਕਰਨੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ, ਇੱਕ ਆਈ ਇੱਥੇ ਕਮੇਟੀ ਲਿਖਣਾ ਭੁੱਲ ਗਿਆ ਮੈਂ, ਦਾਸ ਗੁਪਤਾ ਕਮੇਟੀ। ਕਿਹੜੀ ਕਮੇਟੀ ਸੀ? ਦਾਸ ਗੁਪਤਾ ਕਮੇਟੀ। 80 ਤੋਂ ਲੈ ਕੇ 90 ਦੇ ਦੌਰ 'ਚ, ਪਤਾ ਨਹੀਂ 86 ਜਾਂ 88 'ਚ ਆਈ ਸੀਗੀ ਦਾਸ ਗੁਪਤਾ ਕਮੇਟੀ। ਦਾਸ ਗੁਪਤਾ ਕਮੇਟੀ ਦੇ ਕਹਿਣ ਤੇ ਇਹ ਜਦੋਂ ਨੋਟਸ ਮਿਲਣਗੇ ਮੈਂ ਅਪਡੇਟ ਕਰ ਦੂੰਗਾ ਕਿਉਂਕਿ ਸ਼ਾਇਦ ਲਿਖਣ ਲੱਗੇ ਭੁੱਲ ਗਿਆ ਹੋਊਗਾ ਯਾਰ, ਠੀਕ ਆ। ਉਸ ਕਮੇਟੀ ਦੇ ਕਹਿਣ ਤੇ ਇੱਕ ਟੈਕਸ ਇੰਟਰੋਡਿਊਸ ਹੋਇਆ, ਸੈਨਵੈਟ। ਕੀ ਨਾਮ ਸੀਗਾ? ਸੈਨਵੈਟ, CENVAT। ਬਿਲਕੁਲ ਵੀ ਸਮਝ ਨਹੀਂ ਆਉਣਾ ਕਿ ਸੈਨਵੈਟ ਹੈ ਕੀ ਆ, ਤੇ ਨਾ ਹੀ ਮੈਂ ਸਮਝਾਉਣਾ ਚਾਹੁੰਦਾ, ਬਿਕੋਜ਼ ਜੇ ਮੈਂ ਸੈਨਵੈਟ ਵੀ ਇੱਥੇ ਸਮਝਾਤਾ ਫਿਰ ਐਕਸਾਈਜ਼ ਕਿੱਥੋਂ ਸਮਝਾਊਂਗਾ, ਬਿਕੋਜ਼ ਸੈਨਵੈਟ ਇਜ਼ ਅ ਪਾਰਟ ਆਫ ਐਕਸਾਈਜ਼ ਡਿਊਟੀ। ਜਿਹੜਾ ਐਕਸਾਈਜ਼ ਕਰ ਹੁੰਦਾ ਨਾ, ਠੀਕ ਆ, ਜਿਹਨੂੰ ਆਪਾਂ ਅਬਕਾਰੀ ਕਹਿੰਦੇ ਆ ਤੇ ਐਕਸਾਈਜ਼, ਠੀਕ ਆ, ਉਹਦਾ ਹੀ ਇੱਕ ਪਾਰਟ ਹੁੰਦਾ ਹੈ ਸੈਨਵੈਟ। ਉਹਦਾ ਨਾਮ ਤਾਂ ਵੈਟ ਆ, ਠੀਕ ਆ, ਪਰ ਉਹਦਾ ਵੈਟ ਨਾਲ ਕੋਈ ਸੰਬੰਧ ਨਹੀਂ, ਨਾ ਵੈਟ ਸ਼ਰਾਬ ਨਾਲ ਤੇ ਨਾ ਵੈਟ ਜਿਹੜਾ ਟੈਕਸ ਇਕੱਠਾ ਹੁੰਦਾ ਉਹਦੇ ਨਾਲ। ਸੈਨਵੈਟ ਬੇਸਿਕਲੀ ਇੱਕ ਪ੍ਰਕਾਰ ਦਾ ਟੈਕਸ ਆ ਜਿਹੜਾ ਐਕਸਾਈਜ਼ ਡਿਊਟੀ ਦਾ ਹੀ ਹਿੱਸਾ ਹੈ। ਸੈਨਵੈਟ ਆਇਆ 1988 'ਚ ਦਾਸ ਗੁਪਤਾ ਕਮੇਟੀ ਦੇ ਕਹਿਣ ਤੇ। ਉਸ ਤੋਂ ਬਾਅਦ ਬਣੀ ਚਿਲੀਆਵਾਲਾ ਕਮੇਟੀ। ਇਹਨੇ ਵੀ ਟੈਕਸ ਸਿਸਟਮ 'ਚ ਕੁਝ ਸੁਧਾਰਾਂ ਦੀ ਗੱਲ ਕੀਤੀ। ਪੇਪਰ 'ਚ ਆ ਜਾਂਦਾ ਹੁੰਦਾ ਹੈ, ਤੁਸੀਂ ਕਹੋਗੇ ਕੀ ਸੁਧਾਰ ਕੀਤੇ, ਬਾਹਲਾ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ। ਪੇਪਰ 'ਚ ਸਵਾਲ ਆਊਗਾ ਕਿ ਹੇਠ ਲਿਖਿਆਂ 'ਚੋਂ ਕਿਹੜੀਆਂ ਕਮੇਟੀਆਂ ਟੈਕਸ ਸਿਸਟਮ 'ਚ ਹੋਏ ਸੁਧਾਰਾਂ ਨਾਲ ਸੰਬੰਧਿਤ ਨੇ। ਵਿਚ ਆਫ ਦੀ ਫੋਲੋਇੰਗ ਕਮੇਟੀਜ਼ ਇਜ਼ ਔਰ ਆਰ ਰਿਲੇਟਡ ਟੂ ਟੈਕਸ ਰਿਫਾਰਮਸ ਇਨ ਇੰਡੀਆ। ਚਿਲੀਆਵਾਲਾ ਕਮੇਟੀ, ਦਾਸ ਗੁਪਤਾ ਕਮੇਟੀ, ਠੀਕ ਆ, ਲੋਧਾ ਕਮੇਟੀ ਜਾਂ ਦਿਨੇਸ਼ ਗੋਸਵਾਮੀ ਕਮੇਟੀ। ਫਿਰ ਆਪਸ਼ਨਸ ਪਾ ਦੇਣਗੇ 1 and 2 ਓਨਲੀ, 1, 2 and 3 ਓਨਲੀ, 2, 3 and 4 ਓਨਲੀ। ਤਾਂ ਉਹ 'ਚੋਂ ਆਪਾਂ ਸਵਾਲ ਨੂੰ ਐਕਸਪਲੋਰ ਕਰਨਾ ਹੋਊਗਾ, ਲੱਭਣਾ ਹੋਊਗਾ ਆਪਸ਼ਨ। ਤਾਂ ਚਿਲੀਆਵਾਲਾ ਕਮੇਟੀ। ਉਸ ਤੋਂ ਬਾਅਦ ਬਣੀ ਝਾਅ ਕਮੇਟੀ। ਇਹ ਜਿਹੜਾ ਝਾਅ ਕਮੇਟੀ ਸੀਗਾ ਉਹਦੇ ਕਹਿਣ ਤੇ ਹੀ ਵੈਟ ਆਇਆ।
ਕਿਹੜਾ ਆ ਵੈਟ। ਵੈਟ ਇੱਕ ਵੱਖਰੇ ਪ੍ਰਕਾਰ ਦਾ ਟੈਕਸ ਆ। ਜਿਵੇਂ ਸੈਨ ਵੈਟ ਇਜ਼ ਅ ਪਾਰਟ ਆਫ ਕੀ ਭਲਾ ਐਕਸਾਈਜ਼। ਵੈਟ ਰਿਪਲੇਸਡ ਸੇਲ ਟੈਕਸ ਇਨ ਇੰਡੀਆ। ਵੈਟ ਨੇ ਇੰਡੀਆ 'ਚ ਸੇਲ ਟੈਕਸ ਨੂੰ ਰਿਪਲੇਸ ਕੀਤਾ। ਤੁਸੀਂ ਕਹੋਗੇ ਇਹ ਵੀ ਸਮਝ ਨਹੀਂ ਆਇਆ, ਨਹੀਂ ਆਉਣਾ ਸਮਝ, ਬਿਕੋਜ਼ ਇਹ ਵੀ ਨਹੀਂ ਮੈਂ ਸਮਝਾਇਆ ਹਜੇ। ਫਿਰ ਇਸੇ ਦੇ ਕਹਿਣ ਤੇ ਹੀ ਇੱਕ ਕੰਮ ਹੋਰ ਵੀ ਹੋਇਆ, ਸੈਨ ਵੈਟ ਮੋਡ ਵੈਟ 'ਚ ਬਦਲ ਗਿਆ। ਸੈਨ ਵੈਟ ਕਿਹਦੇ 'ਚ ਬਦਲ ਗਿਆ? ਮੋਡ ਵੈਟ 'ਚ। ਇਹਦਾ ਮਤਲਬ ਮੋਡ ਵੈਟ ਵੀ ਕਿਹਦਾ ਪਾਰਟ ਆ ਭਲਾ, ਵੈਟ ਦਾ ਕਿ ਐਕਸਾਈਜ਼ ਦਾ? ਐਕਸਾਈਜ਼ ਦਾ। ਫਿਰ ਉਹ ਵੀ ਐਕਸਾਈਜ਼ ਦਾ ਹੀ ਪਾਰਟ ਹੋਇਆ। ਗੱਲ ਇਹ ਵੀ ਸਮਝ ਨਹੀਂ ਆਈ, ਬਟ ਇਹ ਨਾ ਕਿ ਪਤਾ ਤਾਂ ਹੋਵੇ ਨਾ ਕਿ ਕੀ ਆ। ਐਕਸਪਲੇਨੇਸ਼ਨ ਤੇ ਅੱਗੇ ਜਾ ਕੇ ਆਈ ਜਾਣੀ ਆਪਣੇ ਕੋਲ। ਨੈਕਸਟ ਉਸ ਤੋਂ ਅੱਗੇ ਆ ਗਿਆ, ਅਗਲੀ ਕਮੇਟੀ ਆਈ ਆਪਣੇ ਕੋਲ 2002 'ਚ, ਵਿਜੇ ਕੇਲਕਰ ਕਮੇਟੀ। ਇਹਨੇ ਕਿਹਾ ਕਿ ਜਿਹੜਾ ਲੋਕਾਂ ਤੋਂ ਤੁਸੀਂ ਵੈਲਥ ਟੈਕਸ ਲੈਂਦੇ ਹੋ ਨਾ, ਇਹ ਖਤਮ ਕਰ ਦਿਓ ਤੇ ਇਹਦੀ ਜਗ੍ਹਾ ਤੇ ਇਹਦੇ ਨਾਲ ਮਿਨੀਮਮ ਅਲਟਰਨੇਟ ਟੈਕਸ ਵੀ ਇਹਨੇ ਰਿਕਮੈਂਡ ਕੀਤਾ। ਫਿਲਹਾਲ ਯਾਦ ਹੀ ਕਰ ਲਓ, ਮਿਨੀਮਮ ਅਲਟਰਨੇਟ ਟੈਕਸ ਇੱਕ ਕਾਰਪੋਰੇਟਸ ਤੇ ਲੱਗਣ ਵਾਲਾ ਟੈਕਸ ਆ। ਤੁਸੀਂ ਕਹੋਗੇ ਕਾਰਪੋਰੇਟਸ ਤੇ ਤਾਂ ਇੱਕ ਟੈਕਸ ਲੱਗਦਾ ਹੈ, ਕਿਹੜਾ ਭਲਾ? ਕਾਰਪੋਰੇਸ਼ਨ ਟੈਕਸ। ਫਿਰ ਇਹ ਕਿਹੜਾ ਹੈ? ਇਹ ਹੋਰ ਆ, ਉਹਦੇ ਵਰਗਾ ਹੀ ਆ, ਬਸ ਇਹ ਕਹਿ ਸਕਦਾ ਮੈਂ। ਫਿਰ ਕੇਲਕਰ ਦੀ ਇੱਕ ਹੋਰ ਕਮੇਟੀ ਬਣੀ ਅਗਲੀ ਸਾਲ ਕਿ ਉਸੇ ਵਿਜੇ ਕੇਲਕਰ ਦੇ ਅੰਡਰ, ਬਸ ਉਹਦਾ ਨਾਮ ਕੇਲਕਰ ਕਮੇਟੀ ਨਹੀਂ ਸੀਗਾ, ਕੇਲਕਰ ਟਾਸਕ ਫੋਰਸ ਸੀਗਾ। ਉਹਨੇ ਕਿਹਾ ਕਿ ਭਾਰਤ ਸਰਕਾਰ ਨੂੰ FRBM ਬਣਾਉਣਾ ਚਾਹੀਦਾ ਹੈ। ਵਟ ਇਜ਼ ਦਿਸ FRBM? ਭਾਰਤ ਦੇ ਟੈਕਸ ਜਗਤ 'ਚ ਹੋਇਆ ਸਭ ਤੋਂ ਤਗੜਾ ਸੁਧਾਰ ਆ FRBM। ਠੀਕ ਆ, ਬਹੁਤ ਇੰਪੋਰਟੈਂਟ ਆ। ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਕਾਨੂੰਨ। ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਕਾਨੂੰਨ, ਜਿਹਨੂੰ ਆਪਾਂ ਫਿਸਕਲ ਰਿਸਪੌਂਸਿਬਿਲਟੀ ਐਂਡ ਬਜਟਰੀ ਮੈਨੇਜਮੈਂਟ ਐਕਟ 2003 ਕਹਿੰਦੇ ਆ, ਉਹ ਇਸ ਕਮੇਟੀ ਦੇ ਕਹਿਣ ਤੇ ਆਇਆ। ਤੇ ਜਦੋਂ ਤੁਸੀਂ ਟੈਕਸ ਵਾਲਾ ਚੈਪਟਰ ਪੜ੍ਹੋ ਤੇ FRBM ਨਾ ਪੜ੍ਹੋ ਤਾਂ ਹੋ ਹੀ ਨਹੀਂ ਸਕਦਾ ਕਿ ਤੁਸੀਂ ਟੈਕਸ ਵਾਲਾ ਚੈਪਟਰ ਪੂਰਾ ਕਰ ਲਿਆ। ਸਭ ਤੋਂ ਤਗੜਾ ਇਤਿਹਾਸ ਭਾਰਤ ਦੇ ਇਤਿਹਾਸ 'ਚ, ਟੈਕਸ ਦੇ ਇਤਿਹਾਸ 'ਚ ਸੁਧਾਰ ਮੰਨਿਆ ਜਾਂਦਾ ਹੈ। ਫਿਰ 2006 'ਚ GST ਦਾ ਕਨਸੈਪਟ ਇਸ ਦੇਸ਼ 'ਚ ਪਹਿਲੀ ਵਾਰ ਜ਼ਿਕਰ 'ਚ ਆ ਗਿਆ। 2006 'ਚ ਕਿਹੜੀ? ਤੇ ਉਸ ਤੋਂ ਬਾਅਦ 2015 'ਚ ਅਸੀਮ ਦਾਸ ਕਮੇਟੀ ਦੇ ਕਹਿਣ ਤੇ ਜਿਹੜਾ ਸੀਗਾ ਸਟੇਟ ਲੈਵਲ ਤੇ ਵੈਟ ਇੰਟਰੋਡਿਊਸ ਕੀਤਾ ਗਿਆ। ਠੀਕ ਹੈ ਜੀ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ 2014 ਤੋਂ ਲੈ ਕੇ 16 ਤੱਕ। ਇਹ ਮੈਂ ਅਕਸਰ ਜਿਵੇਂ ਕਿ ਤੁਹਾਨੂੰ ਇਹ ਗੱਲ ਕਹਿਣਾ ਹੁੰਦਾ ਕਿ GST ਜਦੋਂ GST ਆਇਆ, ਠੀਕ ਆ, ਤੇ ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ GST ਇੱਕ ਅਜਿਹਾ ਬਿੱਲ ਸੀਗਾ ਜਿਹਦੇ ਵਾਸਤੇ ਸੰਵਿਧਾਨ ਨੂੰ ਸੋਧਣਾ ਪੈਣਾ ਸੀਗਾ, ਕਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਪੈਣਾ ਸੀਗਾ। ਉਹਦੀ ਵਜ੍ਹਾ ਪਤਾ ਕੀ ਆ? ਕਿਉਂਕਿ ਜੇ ਕਨਸਟੀਟਿਊਸ਼ਨ 'ਚ ਲਿਖਿਆ ਇੱਕ ਅੱਖਰ ਵੀ ਮਿਟਾਉਣਾ ਹੈ ਨਾ ਆਪਾਂ, ਜਾਂ ਅੱਖਰ ਵੀ ਜੋੜਨਾ ਹੈ, ਜਾਂ ਉਹਨੂੰ ਕੁਝ ਚੇਂਜ ਵੀ ਕਰਨਾ ਹੈ, ਤਾਂ ਕਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਹੀ ਪੈਣਾ ਹੈ, ਸੰਵਿਧਾਨ ਸੋਧਣਾ ਹੀ ਪੈਣਾ ਹੈ। ਹੁਣ ਤੁਸੀਂ ਕਹੋਗੇ ਕਿ GST ਵਰਗੇ ਟੈਕਸ ਨੂੰ ਲੈ ਕੇ ਆਉਣ ਵਾਸਤੇ ਸੰਵਿਧਾਨ ਸੋਧਣ ਦੀ ਲੋੜ ਕਿਉਂ ਪਈ ਆ? ਕਿਉਂਕਿ ਕਨਸਟੀਟਿਊਸ਼ਨ ਨੇ ਤਾਂ ਇੱਕ ਪੰਗਾ ਪਾ ਕੇ ਖੜਾ ਕਰ ਰੱਖਿਆ ਸੀਗਾ। ਅੱਧੇ ਟੈਕਸ ਕਿਹਨੂੰ ਦੇ ਰੱਖਿਆ ਸੰਵਿਧਾਨ 'ਚ ਲਿਖ ਕੇ? ਸੈਂਟਰ ਨੂੰ। ਅੱਧੇ ਕਿਹਨੂੰ ਦੇ ਰੱਖੇ ਆ? ਸਟੇਟਸ ਨੂੰ। ਜਿਹੜੇ ਟੈਕਸ ਸੈਂਟਰ ਦੀ ਲਿਸਟ 'ਚੋਂ ਖਤਮ ਕਰਨੇ ਸੀ ਤੇ ਜਿਹੜੇ ਟੈਕਸ ਸਟੇਟ ਦੀ ਲਿਸਟ 'ਚੋਂ ਖਤਮ ਕਰਨੇ ਸੀ, ਉਹ ਕਨਸਟੀਟਿਊਸ਼ਨ 'ਚ ਤਾਂ ਖਤਮ ਕਰਨੇ ਸੀ, ਮਟੇਣਾ ਵੀ ਸੀ ਕੁਛ। ਤੇ ਜਦੋਂ ਆਪਾਂ ਇਹ ਗੱਲ ਪੱਕੀ ਸੁਣ ਲਿਓ, ਸੰਵਿਧਾਨ 'ਚ 3 ਲਿਸਟਾਂ ਨੇ। ਪਹਿਲੀ ਸੂਚੀ ਜਿਹੜੀ ਆ ਉਹਦਾ ਨਾਮ ਆ ਕੇਂਦਰੀ ਸੂਚੀ, ਯੂਨੀਅਨ ਲਿਸਟ। ਕੇਂਦਰ ਦੇ ਅਧਿਕਾਰ ਦੇ ਖੇਤਰ 'ਚ ਆਉਣ ਵਾਲੇ ਕਾਨੂੰਨ, ਜਿਹੜੇ ਪਾਰਲੀਮੈਂਟ ਦੇ ਦਾਇਰੇ 'ਚ ਕਾਨੂੰਨ ਆਉਂਦੇ ਆ। ਠੀਕ ਆ ਜੀ। ਇਹ ਤਕਰੀਬਨ 100 ਦੇ ਨੇੜੇ ਆ। ਪਹਿਲਾਂ ਤਾਂ ਐਗਜ਼ੈਕਟ 100 ਹੁੰਦੇ ਸੀ, ਹੁਣ ਚੇਂਜ ਹੋ ਗਏ ਆ। ਫਿਰ ਆਉਂਦੀ ਆ ਸਟੇਟ ਲਿਸਟ, ਸੂਬਿਆਂ ਦੀ ਸੂਚੀ। ਠੀਕ ਆ, ਜਿਹੜੇ ਪ੍ਰਾਂਤ ਨੇ, ਸਟੇਟਸ ਨੇ, ਉਹਨਾਂ ਦੇ ਅਧਿਕਾਰ। ਠੀਕ ਆ ਜੀ। ਇਹ ਵੀ ਤਕਰੀਬਨ 50 ਦੇ ਨੇੜੇ ਆ ਹੁਣ। ਫਿਰ ਆਉਂਦੀ ਆ ਕੌਨਕਰੈਂਟ ਲਿਸਟ, ਸਮਵਰਤੀ ਸੂਚੀ, ਜਿਹਨੂੰ ਆਪਾਂ ਸਾਂਝੀ ਸੂਚੀ ਕਹਿੰਦੇ ਆ, ਜਿੱਥੇ ਦੋਵਾਂ ਦੀਆਂ ਤਾਕਤਾਂ ਨੂੰ ਆਪਸ 'ਚ ਸ਼ੇਅਰ ਕੀਤਾ ਗਿਆ ਹੈ। ਕਈ ਵਾਰੀ ਦੋਵਾਂ ਦੇ ਵਿੱਚ ਆਪਸ 'ਚ ਲੜਾਈ ਪੈ ਜਾਂਦੀ ਹੈ ਕਿ ਇਹ ਤੇਰਾ ਕਾਨੂੰਨ ਦਾਇਰਾ ਕਿ ਮੇਰਾ ਦਾਇਰਾ। ਤਾਂ ਸਮਵਰਤੀ ਸੂਚੀ 'ਚ ਜੇ ਦੋਵੇਂ ਸੈਂਟਰ ਤੇ ਸਟੇਟ ਇਸ ਲਿਸਟ 'ਚੋਂ ਕਿਸੇ ਵਿਸ਼ੇ ਤੇ ਜਾਂ ਇਸ ਸਬਜੈਕਟ ਤੇ ਲਾਅ ਬਣਾਉਣਾ ਚਾਹੁੰਦੇ ਹੋਣ, ਤਾਂ ਸੈਂਟਰ ਦਾ ਲਾਅ ਪ੍ਰੀਵੇਲ ਕਰ ਜਾਂਦਾ ਹੈ। ਕੇਂਦਰ ਦਾ ਬਣਾਇਆ ਹੋਇਆ ਕਾਨੂੰਨ ਸੂਬਿਆਂ ਦੇ ਬਣਾਏ ਹੋਏ ਕਾਨੂੰਨ ਦੇ ਉੱਪਰ ਟੱਪ ਜਾਂਦਾ ਹੈ। ਠੀਕ ਹੈ। ਸੋ ਇਹ 3 ਲਿਸਟਾਂ ਦਾ ਬਹੁਤ ਮਸ਼ਹੂਰ ਨੇ। ਇਸ ਤੋਂ ਬਾਅਦ ਰੈਜ਼ੀਡਿਊ ਵਗੈਰਾ ਉਹ ਆਪਾਂ ਅੱਗੇ ਦੇਖਾਂਗੇ। ਹੁਣ ਇਹਦਾ ਮਤਲਬ ਕੁਛ ਟੈਕਸ ਤਾਂ ਇਸ ਲਿਸਟ 'ਚ ਪਏ ਸੀਗੇ, ਉਹ ਮਟਾਣੇ ਸੀ, ਕੁਛ ਇਸ ਲਿਸਟ 'ਚ ਪਏ ਸੀ, ਉਹ ਮਟਾਣੇ ਸੀ। ਤਾਂ ਕੁੱਲ ਮਿਲਾ ਕੇ ਇਹ ਗੱਲ ਕਨਫਰਮ ਹੋ ਗਈ ਕਿ ਬਈ ਸੰਵਿਧਾਨ ਨੂੰ ਛੇੜਖਾਨੀ ਕਰਨੀ ਪੈਣੀ ਸੀ, ਤੇ ਸੰਵਿਧਾਨ ਦੀ ਛੇੜਖਾਨੀ ਕਰਨ ਨੂੰ ਹੀ ਕਨਸਟੀਟਿਊਸ਼ਨਲ ਅਮੈਂਡਮੈਂਟ ਕਹਿੰਦੇ ਆ। ਤੇ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਦਾ ਕਿ ਕਨਸਟੀਟਿਊਸ਼ਨ ਨੂੰ ਛੇੜਨਾ ਪੈ ਜੇ ਤਾਂ ਲੋਕ ਸਭਾ ਤੇ ਰਾਜ ਸਭਾ 'ਚ ਦੋਵਾਂ 'ਚੋਂ ਬਿੱਲ ਪਾਸ ਕਰਾਉਣਾ ਪੈਂਦਾ 2/3 ਬਹੁਮਤ ਨਾਲ। ਪੋਲਿਟੀ ਪੜਾਂਗੇ ਤਾਂ ਕਰਾਂਗੇ, ਫਿਲਹਾਲ ਤਾਂ ਹਜੇ ਆਪਾਂ ਉਸ ਚੱਕਰ 'ਚ ਪੈ ਹੀ ਨਹੀਂ ਰਹੇ। ਇੱਥੇ ਤਾਂ ਜਸਟ ਇੰਨਾ ਕੁ ਦੱਸਦਾ ਕਿ ਕੰਮ ਚੱਲਦਾ ਹੋ ਜੇ ਸਾਡਾ। ਹੁਣ ਤੁਸੀਂ ਇਹ ਵੀ ਇੱਕ ਗੱਲ ਸਮਝ ਕੇ ਰੱਖਿਓ ਕਿ ਜਦੋਂ ਅਸੀਂ ਕਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਹੈ ਤਾਂ ਲੋਕ ਸਭਾ 'ਚ ਕਿੰਨੇ ਬੰਦਿਆਂ ਦੀ ਹਾਂ ਚਾਹੀਦੀ ਹੈ ਤੇ ਰਾਜ ਸਭਾ 'ਚ। ਵੈਸੇ ਤਾਂ ਟੈਕਨੀਕਲੀ ਤਾਂ ਜੋ ਮੈਂ ਬੋਲ ਰਿਹਾ ਉਹ ਗਲਤ ਆ, ਪਰ
ਇਕਨੋਮਿਕਸ ਦੇ ਲੈਕਚਰ 'ਚ ਕੰਮ ਚਲਾਉਣ ਵਾਸਤੇ ਬਹੁਤ ਸਹੀ ਆ ਕਿ ਲੋਕ ਸਭਾ 'ਚ ਵੀ 2/3 ਯਾਨੀ ਕਿ 2/3 ਲੋਕ ਤੇ ਰਾਜ ਸਭਾ 'ਚ ਵੀ 2/3 ਯਾਨੀ ਕਿ ਲੋਕ 2/3 ਲੋਕ ਇੰਨੇ ਕੁ ਜਾਣੇ ਹਾਂ ਕਰ ਦੇਣ ਤੇ ਕੰਮ ਚੱਲ ਜਾਊਗਾ। ਠੀਕ ਆ, 2/3 ਤੋਂ ਘੱਟ ਨਹੀਂ। ਪਰ ਇਹ ਵੀ ਇੱਕ ਪ੍ਰੋਬਲਮ ਆ, ਕੌਂਸਟੀਟਿਊਸ਼ਨ ਨੂੰ ਬਦਲਣਾ ਵੀ ਆ। ਤੁਸੀਂ ਦੱਸੋਗੇ ਦੂਜੀ ਜਾਂ ਤੀਜੀ ਲਿਸਟ 'ਚ ਨਾਲ ਕੋਈ ਛੇੜਖਾਨੀ ਤਾਂ ਨਹੀਂ ਹੋਈ ਇੱਥੇ? ਦੂਜੀ ਜਾਂ ਤੀਜੀ ਲਿਸਟ ਨਾਲ ਕੋਈ ਛੇੜਖਾਨੀ ਹੋਈ ਹੈ ਇੱਥੇ? ਹਾਂ, ਜੇ ਦੂਜੀ ਜਾਂ ਤੀਜੀ ਲਿਸਟ ਨਾਲ ਛੇੜਖਾਨੀ ਨਾ ਹੋਈ ਹੁੰਦੀ, ਕੱਲੀ ਪਹਿਲੀ ਲਿਸਟ ਨਾਲ ਛੇੜਖਾਨੀ ਹੋਈ ਹੁੰਦੀ ਤਾਂ ਲੋਕ ਸਭਾ ਤੇ ਰਾਜ ਸਭਾ ਤੋਂ ਪੁੱਛ ਕੇ ਹੀ ਕੰਮ ਚੱਲ ਜਾਂਦਾ। ਜੇ ਰੱਬ ਨਾ ਕਰੇ ਦੂਜੀ ਜਾਂ ਤੀਜੀ ਲਿਸਟ ਨਾਲ ਮਾੜੀ ਜੀ ਵੀ ਛੇੜਖਾਨੀ ਹੋ ਗਈ ਤਾਂ ਸੰਵਿਧਾਨ ਇਹਦੇ ਤੇ ਬਹੁਤ ਸੋਹਣੀ ਗੱਲ ਲਿਖ ਕੇ ਲੈ ਕੇ ਗਿਆ। ਦੂਜੀ ਲਿਸਟ ਕਿਹਨਾਂ ਦੀ ਆ ਤੇ ਤੀਜੀ ਲਿਸਟ ਕਿਹਨਾਂ ਦੀ ਆ? ਸਾਂਝੀ। ਤਾਂ ਫਿਰ ਸਟੇਟਾਂ ਨੂੰ ਪੁੱਛਣ ਦਾ ਹੱਕ ਨਹੀਂ ਬਣਦਾ। ਜੇ ਦੂਜੀ ਜਾਂ ਤੀਜੀ ਲਿਸਟ 'ਚ ਛੇੜਖਾਨੀ ਹੋ ਗਈ, 2/3 ਲੋਕ ਸਭਾ 2/3 ਰਾਜ ਸਭਾ, ਪੁਰਾਣਾ ਫਾਰਮੂਲਾ ਤਾਂ ਚੱਲੂਗਾ ਹੀ ਚੱਲੂਗਾ। ਪਲੱਸ ਨਾਲ ਇਸ ਦੇਸ਼ ਦੀਆਂ ਅੱਧੀਆਂ ਸਟੇਟਾਂ ਨੂੰ ਵੀ ਪੁੱਛਣਾ ਪੈਣਾ ਹੈ। ਕਿਹਨੂੰ ਪੁੱਛਣਾ ਪੈਣਾ ਹੈ? ਇਸ ਦੇਸ਼ ਦੀਆਂ ਅੱਧੀਆਂ ਸਟੇਟਾਂ ਨੂੰ ਵੀ ਪੁੱਛਣਾ ਪੈਣਾ ਹੈ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਤਾਂ ਕੀਤੀ ਅਸੀਂ, ਕਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਜਿਹੜੀ ਆ ਉਹਦੇ ਵਾਸਤੇ ਸਾਨੂੰ ਅੱਧੀਆਂ ਸਟੇਟਾਂ ਦੀ ਪਰਮਿਸ਼ਨ ਲੈਣ ਦੀ ਲੋੜ ਆ, ਤੇ ਕਿਹੜੀ ਕੌਂਸਟੀਟਿਊਸ਼ਨਲ ਅਮੈਂਡਮੈਂਟ ਇਕੱਲੀ ਲੋਕ ਸਭਾ ਤੇ ਰਾਜ ਸਭਾ 'ਚ 2/3 ਨਾਲ ਕੰਮ ਚਲਾ ਸਕਦੀ ਆ। ਆਹ ਗੱਲ ਸਮਝ ਆ ਗਈ? ਟੈਕਨੀਕਲੀ ਇੰਪੋਰਟੈਂਟ ਆ। ਇਸ ਤੋਂ ਵੱਧ ਜਾ ਕੇ ਕਿ ਸਟੇਟਾਂ 'ਚੋਂ ਪੁੱਛਣਾ ਕਿਵੇਂ ਆ, ਸਟੇਟਾਂ 'ਚ ਇਹ ਬਿੱਲ ਕਿੰਨੀ ਮੈਜੋਰਟੀ ਨਾਲ ਪਾਸ ਹੋਣਾ ਹੈ, ਕਿੰਨੀਆਂ ਸਟੇਟਾਂ ਹਾਂ ਕਰ ਦੇਣ ਨਾ ਕਰ ਦੇਣ, ਸਟੇਟਾਂ ਬਿੱਲ ਨੂੰ ਰੋਕ ਸਕਦੀਆਂ ਕਿ ਨਹੀਂ, ਇਹ ਮੇਰਾ ਕੰਸਰਨ ਨਹੀਂ ਹੈਗਾ। ਵਜ੍ਹਾ ਇਹ ਪੋਲਿਟੀ ਦਾ ਲੈਕਚਰ ਨਹੀਂ ਹੈਗਾ। ਪਰ ਆਹ ਗੱਲ ਦੱਸੋ, ਸਮਝ ਆ ਗਈ? GST ਦਾ ਸੰਬੰਧ ਦੂਜੀ ਜਾਂ ਤੀਜੀ ਲਿਸਟ ਦੇ ਛੇੜਖਾਨੀ ਨਾਲ ਸੀਗਾ? ਯੈਸ। ਇਸੇ ਕਰਕੇ ਜਦੋਂ GST ਆਇਆ ਇੱਕ ਬਹੁਤ ਵੱਡਾ ਮਸਲਾ ਸੀਗਾ ਉਹ ਕਿ ਕੀ ਸਟੇਟਾਂ ਮੰਨਣਗੀਆਂ। ਸਟੇਟਾਂ ਨੂੰ ਜਿਹੋ ਜਿਹੇ ਲਾਲਚ ਦੇ ਕੇ ਮਨਾਇਆ ਗਿਆ, ਜਿਹੋ ਜਿਹੇ ਪ੍ਰੋਮਿਸ ਦੇ ਕੇ ਮਨਾਇਆ ਗਿਆ ਸਟੇਟਾਂ ਨੂੰ, ਉਹ ਉਵੇਂ ਦਾ ਹੀ ਪ੍ਰੋਮਿਸ ਸੀਗਾ। ਜਦੋਂ ਅਸੀਂ ਭਾਰਤ ਦੇ ਵਿੱਚ ਰਾਜੇ ਰਜਵਾੜੇ 1947 'ਚ ਸ਼ਾਮਲ ਕੀਤੇ ਸੀ ਨਾ, ਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਐਂ ਦੇਵਾਂਗੇ, ਤੁਹਾਨੂੰ ਉਵੇਂ ਕਰਾਂਗੇ, ਤੁਹਾਨੂੰ ਆਹ ਵੀ ਮਿਲੂਗਾ, ਉਹ ਵੀ। ਰਾਜੇ ਪੁੱਛਦੇ ਸੀ ਆਹ ਮਿਲੂਗਾ, ਕਹਿੰਦੇ ਹਾਂ। ਹਾਂ ਤਾਂ ਪਟੇਲ ਦੇ ਮੂੰਹ ਤੇ ਪਹਿਲਾਂ ਹੀ ਸੀਗੀ ਕਿ ਹਾਂ, ਪਤਾ ਸੀ ਕਿ ਬਾਅਦ 'ਚ ਕਿਹੜਾ ਕੁਝ ਦੇਣਾ ਹੈ। ਕੰਮ ਵੀ ਸਹੀ ਸੀਗਾ ਕਿ ਹਾਂ ਕਰਾਉਣ ਵਾਸਤੇ ਕੋਈ ਹੋਰ ਤੇ ਮੁੱਕਰਨ ਵਾਸਤੇ ਕੋਈ ਹੋਰ। ਹਾਂ ਕਰਾਉਣ ਗਿਆ ਆਪਣਾ ਪਟੇਲ, ਤੇ ਜਦੋਂ ਮੁੱਕਰਨਾ ਸੀਗਾ ਉਦੋਂ ਨਹਿਰੂ। ਸੇਮ ਕਹਾਣੀ। ਜਦੋਂ ਮਨਾਉਣੇ ਸੀ ਉਦੋਂ ਅਰੁਣ ਜੇਤਲੀ, ਤੇ ਜਦੋਂ ਮੁੱਕਰਨਾ ਸੀਗਾ ਉਦੋਂ ਮੋਦੀ ਜੀ ਤੇ ਹੈ ਹੀ ਸੀਗੇ। ਤਾਂ ਹੁਣ ਉਹੀ ਸਟੇਟਾਂ ਰੌਲਾ ਪਾ ਰਹੀਆਂ ਜਦੋਂ ਉਹਨਾਂ ਨੂੰ ਵਾਅਦੇ ਦੇ ਮੁਤਾਬਕ ਜੋ ਕੁਝ ਸੀਗਾ ਮਿਲਣਾ ਸੀਗਾ ਉਹ ਹੁਣ ਨਹੀਂ ਮਿਲ ਰਿਹਾ। GST ਨੂੰ ਲੈ ਕੇ 2023 ਤੋਂ 24 ਤੱਕ ਦੇ ਸਾਲ ਸਟੇਟਾਂ ਵਾਸਤੇ ਬਹੁਤ ਕ੍ਰੂਸ਼ੀਅਲ ਹੋਣ ਜਾ ਰਹੇ ਆ, ਕਿਉਂਕਿ ਸੈਂਟਰ ਸਰਕਾਰ ਟੈਕਨੀਕਲੀ ਆਪਣੇ ਵਾਅਦੇ ਤੇ ਕਾਇਮ ਆ, ਪਰ ਐਥੀਕਲੀ ਜੇ ਮੈਂ ਕਹਾਂ ਤਾਂ ਉਹ ਆਪਣੇ ਵਾਅਦੇ ਤੋਂ ਮੁੱਕਰ ਰਹੀ ਆ। ਸਟੇਟਾਂ ਦੇ ਕਈ ਹੱਕ ਜਿਹੜੇ ਆ ਉਹ GST ਦੇ ਨਾਲ ਸੰਬੰਧਿਤ ਹੱਕ ਜਿਹੜੇ ਆ ਖੋਏ ਜਾ ਰਹੇ ਆ। ਇਹ ਭਗਵੰਤ ਮਾਨ ਦੀ ਸਰਕਾਰ ਵਾਸਤੇ ਵੀ ਬੜਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਿਹੜਾ ਇਹਨਾਂ ਨੇ ਬਜਟ ਗੈਸ ਕੀਤਾ ਸੀਗਾ ਕਿ ਬਈ ਸਾਡੇ ਕੋਲ ਇੰਨਾ ਪੈਸਾ ਹੋਊਗਾ, ਉਹ ਇਸ ਹਿਸਾਬ ਨਾਲ ਸੀ ਜੇ GST ਦਾ ਇੱਕ ਬੈਨੀਫਿਟ ਜਿਹੜਾ ਮਿਲ ਰਿਹਾ ਸੀ, ਜਿਹੜਾ ਮੈਂ ਅੱਗੇ ਜਾ ਕੇ ਪੜਾਉਂਗਾ, ਜੇ ਉਹ ਸਟੇਟਾਂ ਨੂੰ ਜਾਰੀ ਰਹਿੰਦਾ ਤੇ ਸ਼ਾਇਦ ਉਹ ਹੁਣ ਲਗਾਤਾਰ ਅੱਗੇ ਆਉਣ ਵਾਲੇ ਸਮੇਂ ਲਈ ਖੋਇਆ ਜਾ ਰਿਹਾ ਹੈ। ਆਹ ਕਹਾਣੀ ਦੱਸੋ, ਸਮਝ ਆ ਗਈ? ਇਸ ਤਰੀਕੇ ਨਾਲ GST ਦਾ ਬਿੱਲ ਪਾਰਲੀਮੈਂਟ 'ਚ ਗਿਆ ਪਾਸ ਹੋਣ ਵਾਸਤੇ। ਜਿਹੜਾ ਬਿੱਲ ਗਿਆ ਸੀਗਾ, ਯਾਦ ਰੱਖਿਓ, ਉਹ ਬਿੱਲ ਸੀ ਗਿਣਤੀ ਦਾ ਕਿੰਨਵਾਂ? 122ਵਾਂ। ਪੇਪਰ 'ਚ ਆਉਂਦਾ ਹੁੰਦਾ ਕਿ GST ਨਾਲ ਸੰਬੰਧਿਤ ਬਿੱਲ ਕਿੰਨਵਾਂ ਸੀ, ਤਾਂ ਬਿੱਲ ਕਿੰਨਵਾਂ ਸੀਗਾ? 122ਵਾਂ। ਪਰ ਜਦੋਂ ਪਾਸ ਹੋ ਕੇ ਐਕਟ ਬਣਿਆ ਤੇ ਉਹ ਐਕਟ ਕਿੰਨਵਾਂ ਬਣਿਆ? 101 ਫਸਟ ਕੌਂਸਟੀਟਿਊਸ਼ਨਲ ਅਮੈਂਡਮੈਂਟ। ਕਿਉਂਕਿ ਇੱਕ ਗੱਲ ਯਾਦ ਰੱਖਿਓ, ਆ PSSB ਵਰਗੇ ਬੋਰਡ ਬੜੇ ਨੀਚ ਪੱਧਰ ਦੇ ਸਵਾਲ ਵੀ ਪੁੱਛ ਸਕਦੇ ਆ, ਕੁਝ ਵੀ ਕਿੱਧਰ ਨੂੰ ਵੀ ਜਾ ਸਕਦੇ ਆ। ਜਦੋਂ ਉਹਨਾਂ ਨੇ ਪੁੱਛਿਆ ਸੀ ਨਾ ਪੰਚਾਇਤੀ ਰਾਜ ਜਿਹੜਾ ਕਿ ਇੰਟਰੋਡਿਊਸ ਕੀਤਾ ਸੀ, ਇਟ ਵਾਜ਼ ਇਹ ਕਿੰਨਵਾਂ ਬਿੱਲ ਸੀਗਾ? ਇਟ ਵਾਜ਼ 72nd 73rd 74th ਔਰ 76th। 99% ਵਿਚਾਰੇ 73rd ਲਾ ਕੇ ਆਏ ਸੀਗੇ। ਤੇ ਉਹ ਬਾਅਦ 'ਚ ਪਤਾ ਲੱਗਾ ਸੀ ਜਦੋਂ ਕਿਤਾਬਾਂ ਖੋਲੀਆਂ ਦੁਬਾਰਾ ਆ ਕੇ ਕਿ ਭਾਈ ਉਹ ਬਿੱਲ 72ਵਾਂ ਸੀਗਾ ਤੇ ਪਾਸ ਹੋ ਕੇ ਐਕਟ ਕਿੰਨਵਾਂ ਬਣਿਆ ਸੀ? 73ਵਾਂ ਬਣਿਆ ਸੀਗਾ। ਸੋ 73 ਤਾਂ ਪੰਚਾਇਤੀ ਰਾਜ ਸੁਣਦੇ ਸਾਰ ਹੀ 73rd ਦਿਮਾਗ 'ਚ ਘੁੰਮ ਜਾਂਦਾ ਹੈ, ਤਾਂ ਉਹ ਗੜਬੜ ਕਰ ਜਾਂਦਾ ਸਾਡੇ ਵਾਸਤੇ। ਆਹ ਦੱਸੋ ਹੁਣ ਤੱਕ ਮੈਂ ਕੀ ਪੜ੍ਹਾਇਆ ਤੁਹਾਨੂੰ? ਜੋ ਮੈਂ ਤੁਹਾਨੂੰ ਹੁਣ ਤੱਕ ਪੜ੍ਹਾਇਆ, ਸਾਡੇ ਦੇਸ਼ 'ਚ ਟੈਕਸ ਨੂੰ ਲੈ ਕੇ ਸਿਸਟਮ ਕਿਵੇਂ ਚੱਲਿਆ। ਉਸ ਤੋਂ ਪਹਿਲਾਂ ਮੈਂ ਇਹ ਦੱਸਿਆ ਕਿ ਟੈਕਸ ਨੂੰ ਲੈ ਕੇ ਇੰਸੀਡੈਂਸ, ਇੰਪੈਕਟ, ਸ਼ਿਫਟ ਤੇ ਬੇਸ ਕੀ ਆ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਦੱਸੀ ਆ ਕਿ ਟੈਕਸੇਸ਼ਨ ਦੇ ਕੈਨਨਸ ਕੀ ਨੇ। ਉਸ ਤੋਂ ਬਾਅਦ ਇਹ ਚੀਜ਼ ਦੱਸੀ ਆ ਮੈਂ ਕਿ ਬਸ ਬੇਸਿਕਲੀ ਟੈਕਸ। ਠੀਕ ਆ, ਇਸ ਤੋਂ ਅੱਗੇ ਆਪਾਂ ਹਜੇ ਤਾਂ ਬੜੀ ਦੂਰ ਆ ਟੈਕਸਿਸ ਨੂੰ ਪੜ੍ਹਨ 'ਚ, ਇਨਕਮ ਟੈਕਸ ਵਗੈਰਾ, ਬਿਕੋਜ਼ ਹਜੇ ਤਾਂ ਮੈਂ ਪ੍ਰਪੋਰਸ਼ਨੇਟ ਟੈਕਸ ਵਗੈਰਾ, ਰੈਟਰੋਸਪੈਕਟਿਵ ਟੈਕਸ ਵਗੈਰਾ ਟਰਮਸ ਜਿਹੜੀਆਂ ਨੇ, ਰੈਗਰੈਸਿਵ ਟੈਕਸ ਉਹ ਕਲੀਅਰ ਕਰਨੀ ਹੈ। ਉਸ ਤੋਂ ਬਾਅਦ ਮੈਂ ਐਡ ਵੈਲਰਮ ਤੇ ਸਪੈਸੀਫਿਕ ਡਿਊਟੀ ਕਲੀਅਰ ਕਰਨੀ ਆ। ਫਿਰ ਮੈਂ ਸੈਸ ਤੇ ਸਰਚਾਰਜ ਕਲੀਅਰ ਕਰਨਾ ਹੈ। ਇਹ 3 ਟਿਪੀਕਲ ਟਰਮਸ ਨੂੰ ਕਲੀਅਰ ਕਰਨ ਤੋਂ ਬਾਅਦ ਮੈਂ ਫਿਰ ਡਾਇਰੈਕਟ ਤੇ ਇਨਡਾਇਰੈਕਟ ਟੈਕਸ 'ਚ ਫਰਕ ਦੱਸਣਾ ਹੈ, ਜੋ ਕਿ ਮੈਂ ਆਲਰੇਡੀ ਦੱਸ ਚੁੱਕੇ ਹਾਂ।
ਇੰਸੀਡੈਂਸ ਤੇ ਇੰਪੈਕਟ ਸੇਮ ਤਾਂ ਕਿਹੜਾ ਟੈਕਸ? ਡਾਇਰੈਕਟ ਟੈਕਸ। ਇੰਸੀਡੈਂਸ ਤੇ ਇੰਪੈਕਟ ਡਿਫਰੈਂਟ ਤਾਂ ਕਿਹੜਾ ਟੈਕਸ? ਇਨਡਾਇਰੈਕਟ ਟੈਕਸ। ਤਾਂ ਉਮੀਦ ਕਰਦਾ ਕਿ ਅੱਜ ਵਾਲਾ ਲੈਕਚਰ ਜਿਹੜਾ ਹੈ ਉਹ ਸਹੀ ਰਿਹਾ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।